ਨੈਕਸਟ ਇੱਕ ਆਈ ਹੈਗੀ ਨਵਾਂ ਸਾਮਰਾਜਵਾਦ। ਨਵਾਂ ਸਾਮਰਾਜਵਾਦ ਦਾ ਮੀਨਿੰਗ ਕਿ ਪੁਰਾਣੇ ਸਮੇਂ 'ਚ ਨਾ ਇੱਕ ਪੁਰਾਣਾ ਸਾਮਰਾਜ ਹੁੰਦਾ ਸੀ ਕਿ ਜਿਹੜੇ ਰਾਜੇ ਸੀਗੇ ਉਹ ਆਪਣੇ ਆਪਣੇ ਏਰੀਏ ਨੂੰ ਵਧਾਉਣਾ ਚਾਹੁੰਦੇ ਸੀ, ਹਮੇਸ਼ਾ ਦੂਸਰੇ ਦੇਸ਼ਾਂ ਦੇ ਉੱਤੇ ਨੂੰ ਜਿੱਤ ਕੇ ਤੇ ਉਹ ਜਿਹੜਾ ਏਰੀਆ ਸੀ ਆਪਣੇ ਕਬਜ਼ੇ ਵਿੱਚ ਕਰ ਲੈਂਦੇ ਸੀ। ਉਹਨੂੰ ਕਹਿੰਦੇ ਸੀ ਪੁਰਾਣਾ ਸਾਮਰਾਜਵਾਦ, ਵੀ ਆਪਣੇ ਸਾਮਰਾਜ ਨੂੰ ਵਧਾਉਣਾ। ਬਟ ਹੁਣ ਨਵੀਂ ਟੈਕਨੀਕ ਕਰਕੇ ਹੁਣ ਜਿਹੜੇ ਸਾਮਰਾਜ ਹੁਣ ਵੀ ਵੱਧਦਾ ਪਿਆ, ਹੁਣ ਵੀ ਦੇਸ਼ਾਂ ਦਾ ਜਿਹੜਾ ਦੂਸਰੇ ਦੇਸ਼ਾਂ 'ਤੇ ਕੰਟਰੋਲ ਹੈਗਾ ਵਾ, ਬਟ ਉਹਨੂੰ ਅਸੀਂ ਨਵਾਂ ਸਾਮਰਾਜਵਾਦ ਕਵਾਂਗੇ। ਉਹਦਾ ਭਾਵ ਕਿ ਜਿਹੜੇ ਸ਼ਕਤੀਸ਼ਾਲੀ ਦੇਸ਼ ਆ ਨਾ, ਉਹ ਆਪਣੇ ਤੋਂ ਜਿਹੜੇ ਛੋਟੇ ਦੇਸ਼ ਜਿਹੜੇ ਕਿ ਅਜੇ ਜਿਨ੍ਹਾਂ ਦੀ ਡਿਵੈਲਪਮੈਂਟ ਅਜੇ ਹੋਣੀ ਆ, ਉਹਨਾਂ ਨੂੰ ਉਹਨਾਂ ਦੇ ਦੇਸ਼ਾਂ ਦੇ ਉਹਨਾਂ ਦੇ ਏਰੀਏ ਵਿੱਚ ਆਪਣੀਆਂ ਜਿਹੜੀਆਂ ਬਸਤੀਆਂ ਵਸਾ ਲੈਂਦੇ ਨੇ, ਯਾਨੀ ਕਿ ਬਸਤੀਵਾਦ ਬਣਾ ਲੈਂਦੇ ਆ। ਔਰ ਉੱਥੇ ਜਾ ਕੇ ਆਪਣੀਆਂ MNC ਕੰਪਨੀਆਂ ਜਿਹੜੀਆਂ ਉਹ ਬਣਾ ਲੈਂਦੇ ਆ, ਜਿਹਦੇ ਕਰਕੇ ਉਹਨਾਂ ਦਾ ਉਸ ਦੇਸ਼ ਦੀ ਜਿਹੜੀ ਅਰਥ ਵਿਵਸਥਾ 'ਤੇ ਥੋੜ੍ਹਾ ਕੰਟਰੋਲ ਆ ਜਾਂਦਾ। ਜਿਵੇਂ ਕਿ ਉੱਧਰ ਦੀ ਪੂੰਜੀ ਨਿਵੇਸ਼ ਜਿਹੜਾ ਵਾ ਉਹਨਾਂ ਸ਼ਕਤੀਸ਼ਾਲੀ ਦੇਸ਼ਾਂ ਵੱਲ ਹੋਣ ਲੱਗ ਜਾਂਦਾ। ਔਰ ਇਹਦੇ ਨਾਲ ਨਾਲ ਕੀ ਕਰਦੇ ਆ ਕਿ ਉਹ ਉਹਨਾਂ ਦੇਸ਼ਾਂ ਦੇ ਵਿੱਚੋਂ ਜਿੰਨਾ ਵੀ ਪੈਸਾ ਵਾ ਉਹਨਾਂ ਆਪਣੇ ਦੇਸ਼ ਵਿੱਚ ਲੈ ਕੇ ਜਾਂਦੇ ਆ। ਔਰ ਉਹ ਜਦੋਂ ਦੇਸ਼ਾਂ ਨੂੰ ਕਿਸੇ ਕਰਜ਼ੇ ਦੀ ਜਾਂ ਜ਼ਰੂਰਤ ਪੈਂਦੀ ਆ, ਤਾਂ ਉਹ ਫਿਰ ਇਹਨਾਂ ਵੱਡੇ ਸ਼ਕਤੀਸ਼ਾਲੀ ਦੇਸ਼ਾਂ ਕੋਲੋਂ ਜਿਹੜੇ ਆ ਵਿੱਤੀ ਸੰਕਟ ਦੇ ਸਮੇਂ ਕਰਜ਼ਾ ਲੈਂਦੇ ਆ, ਜਿਹਦੇ ਕਰਕੇ ਫਿਰ ਛੋਟੇ ਦੇਸ਼ਾਂ ਨੂੰ ਸ਼ਕਤੀਸ਼ਾਲੀ ਦੇਸ਼ਾਂ ਦੀ ਹਰ ਇੱਕ ਗੱਲ ਵਿੱਚ ਸਹਿਮਤੀ ਦੇਣੀ ਪੈਂਦੀ ਹੈ। ਇਹਨੂੰ ਕਹਿੰਦੇ ਨਵਾਂ ਸਾਮਰਾਜਵਾਦ। ਕਿ ਸਾਮਰਾਜਵਾਦ ਹੁਣ ਵੀ ਹੈਗਾ ਵਾ, ਬਟ ਨਵੇਂ ਤਰੀਕੇ ਦਾ। ਹੁਣ ਏਰੀਆ ਨੂੰ ਜਿੱਤ ਕੇ ਉਹਦੇ ਉੱਤੇ ਕਬਜ਼ਾ ਕਰਨਾ ਨਹੀਂ ਆ, ਹੁਣ ਉਹਨਾਂ ਦਾ ਮਕਸਦ ਹੁੰਦਾ ਕਿ ਇੱਥੋਂ ਦੀ ਵਿੱਤੀ ਜਿਹੜੀ ਹੈਗੀ ਆ ਆਰਥਿਕ ਵਿਵਸਥਾ, ਉਹਦੇ ਉੱਤੇ ਕੰਟਰੋਲ ਕਰਨਾ। ਉਹਨੂੰ ਕਹਿੰਦੇ ਨਵਾਂ ਸਾਮਰਾਜਵਾਦ। ਕੁਐਸਚਨ ਵੀ ਇਹਦਾ ਹੁੰਦਾ ਕਿ ਨਵੇਂ ਸਾਮਰਾਜ ਤੋਂ ਕੀ ਭਾਵ ਹੈ, ਔਰ ਇਹਦੇ ਜਿਹੜੇ ਸਰੂਪ ਕੀ ਨੇ। ਲਿਖਿਆ ਆ ਕਿ ਜਿਹੜਾ ਸਾਮਰਾਜਵਾਦ ਹੈ ਨਾ, ਸ਼ਕਤੀਸ਼ਾਲੀ ਦੇਸ਼ ਦੇ ਉਹਨਾਂ ਯਤਨਾਂ ਨੂੰ, ਯਾਨੀ ਕਿ ਉਹਨਾਂ ਕੋਸ਼ਿਸ਼ਾਂ ਨੂੰ ਕਿਹਾ ਜਾਂਦਾ ਜਿਨ੍ਹਾਂ ਦਾ ਉਦੇਸ਼ ਕਮਜ਼ੋਰ ਦੇਸ਼ਾਂ ਨੂੰ ਵਿਜੇ ਕਰਕੇ, ਭਾਵ ਉਹਨਾਂ ਦੇਸ਼ਾਂ ਵਿੱਚ ਆਪਣੀਆਂ ਬਸਤੀਆਂ ਵਸਾ ਕੇ, ਜਾਂ ਇਉਂ ਆਖ ਲਓ ਕਿ ਦੂਰ ਦੇਸ਼ਾਂ 'ਤੇ ਆਪਣਾ ਪ੍ਰਭਾਵ ਜਮਾ ਕੇ ਉਹਨਾਂ ਦੇ ਸਾਧਨਾਂ ਦਾ ਸਾਧਨ ਹੁੰਦੇ ਆ, ਜਿਹੜੇ ਉਹਨਾਂ ਦੇ ਨੈਚੁਰਲ ਰਿਸੋਰਸਿਸ ਹੁੰਦੇ, ਉਹਨਾਂ ਉੱਤੇ ਕਬਜ਼ਾ ਕਰ ਲੈਂਦੇ ਆ। ਤੇ ਕਾਰਖਾਨਿਆਂ ਵਿੱਚ ਤਿਆਰ ਕੀਤੇ ਮਾਲ ਲਈ ਮੰਡੀਆਂ ਬਣਾਉਂਦੇ, ਯਾਨੀ ਕਿ ਜਿੰਨਾ ਉਹਨਾਂ ਦੇ ਕਾਰਖਾਨਿਆਂ ਵਿੱਚ ਮਾਲ ਤਿਆਰ ਹੁੰਦਾ ਸ਼ਕਤੀਸ਼ਾਲੀ ਦੇਸ਼ਾਂ ਦੇ, ਉੱਥੇ ਫਿਰ ਉਹ ਆਪਣੇ ਬਾਜ਼ਾਰ ਬਣਾ ਲੈਂਦੇ ਆ, ਜਿੱਥੇ ਕਿ ਉਹਨਾਂ ਦਾ ਉਹ ਮਾਲ ਵਿਕਦਾ। ਔਰ ਸਾਰੀ ਪੂੰਜੀ ਜਿਹੜੀ ਉਹਨਾਂ ਦੇ ਦੇਸ਼ਾਂ ਵਿੱਚ ਜਾਂਦੀ ਆ। ਤੇ ਜੇਕਰ ਇਹਦਾ ਅਜੇ ਅਰਥ ਕਿ ਆਪਾਂ ਲਿਖਣਾ ਹੈ ਕਿ ਸਾਮਰਾਜਵਾਦ ਅੰਗਰੇਜ਼ੀ ਸ਼ਬਦ ਇੰਪੈਰੀਅਲਿਜ਼ਮ ਦਾ ਤੋਂ ਬਣਿਆ ਵਾ, ਔਰ ਇਹ ਜਿਹੜੀ ਆ ਇਹਦੀ ਉਤਪਤੀ ਜਿਹੜੀ ਇੰਪਰੇਟਰ ਤੋਂ ਹੋਈ ਆ। ਇਸ ਦਾ ਅਰਥ ਹੁੰਦਾ ਵੱਡੇ ਰਾਜ ਜਾਂ ਹਾਕਮ, ਜਾਂ ਇਹਦਾ ਮਤਲਬ ਹੁੰਦਾ ਸਮਰਾਟ। ਤੇ ਜਦੋਂ ਸਮਰਾਟ ਜਿਹੜਾ ਪੁਰਾਣੇ ਸਮੇਂ ਵਿੱਚ ਕਿਸੇ ਦੂਸਰੇ ਦੇਸ਼ਾਂ ਉੱਤੇ ਹਮਲਾ ਕਰਕੇ ਉਸ ਦੇਸ਼ ਨੂੰ ਜਿੱਤ ਕੇ ਆਪਣੇ ਰਾਜ ਅਧੀਨ ਕਰ ਲੈਂਦਾ ਸੀ ਨਾ, ਉਹਨੂੰ ਆਪਾਂ ਕਹਿੰਦੇ ਹਾਂ ਸਾਮਰਾਜ। ਤੇ ਉਹਨੇ ਆਪਣਾ ਸਾਮਰਾਜਵਾਦ ਜਿਹੜਾ ਵਧਾ ਲਿਆ ਵਾ। ਕਹਿੰਦਾ ਕਿ ਪ੍ਰਾਚੀਨ ਸਮੇਂ ਤੋਂ ਹੀ ਦੁਨੀਆ ਦੇ ਵੱਖ-ਵੱਖ ਰਾਜਾਂ ਦੇ ਸਮਰਾਟਾਂ ਵਿੱਚ ਆਪਣੇ ਰਾਜ ਦਾ ਵੱਧ ਤੋਂ ਵੱਧ ਵਿਸਤਾਰ ਕਰਨ ਦੀ ਰੁਚੀ ਹੁੰਦੀ ਸੀ। ਉਸ ਸਮੇਂ ਤੇ ਲੋਕ ਲੜਦੇ ਸੀ, ਦੇਸ਼ਾਂ ਨੂੰ ਜਿੱਤਦੇ ਸੀ ਤੇ ਆਪਣੇ ਅਧੀਨ ਕਰ ਲੈਂਦੇ ਸੀ। ਬਟ ਕਹਿੰਦਾ ਉਸ ਸਮੇਂ ਤੇ ਜਿਹੜਾ ਅੱਜ ਕੱਲ੍ਹ ਦਾ ਸਾਮਰਾਜਵਾਦ ਆ, ਉਹਦੇ ਵਿੱਚ ਉਹਦੇ ਆਰਥਿਕ ਵਿਵਸਥਾ ਨੂੰ, ਅਰਥ ਵਿਵਸਥਾ ਨੂੰ ਕੰਟਰੋਲ 'ਚ ਰੱਖਿਆ ਜਾਂਦਾ ਵੱਡੇ ਦੇਸ਼ਾਂ ਵੱਲੋਂ। ਜਿਵੇਂ ਅਮਰੀਕਾ ਜਿਹੜਾ ਸਾਰੇ ਦੇਸ਼ਾਂ ਵਿੱਚ ਉਹਦਾ ਪ੍ਰਭੁਤਵ ਹੈ, ਯਾਨੀ ਕਿ ਸਾਰੇ ਦੇਸ਼ਾਂ ਨੂੰ, ਜਿੰਨੇ ਵੀ ਗਰੀਬ ਦੇਸ਼ ਉਹਨਾਂ ਨੂੰ ਉਹ ਕਰਜ਼ੇ ਦਿੰਦਾ ਵਾ। ਤੇ ਇਸ ਤਰ੍ਹਾਂ ਫਿਰ ਉਹਨਾਂ ਦੇਸ਼ ਜਿਹੜੇ ਗਰੀਬ ਦੇਸ਼, ਉਹਨੂੰ ਉਹਦੀ ਹਰ ਇੱਕ ਗੱਲ ਵਿੱਚ ਸਹਿਮਤੀ ਭਰਨੀ ਪੈਂਦੀ ਆ। ਕਹਿੰਦਾ ਕਿ ਸਾਮਰਾਜਵਾਦ ਦਾ ਅਰਥ ਆ ਇੱਕ ਰਾਜ, ਇੱਕ ਰਾਸ਼ਟਰ ਜਾਂ ਲੋਕਾਂ ਦੇ ਦੂਜੇ ਇਸੇ ਤਰ੍ਹਾਂ ਇਕੱਠ ਉੱਤੇ ਸਿੱਧਾ ਜਾਂ ਅਸਿੱਧਾ, ਯਾਨੀ ਕਿ ਡਾਇਰੈਕਟਲੀ ਇਨਡਾਇਰੈਕਟਲੀ ਰਾਜਨੀਤੀ ਜਾਂ ਆਰਥਿਕ ਸ਼ਾਸਨ ਜਾਂ ਕੰਟਰੋਲ ਸਥਾਪਿਤ ਕਰਨ ਦੀ ਤੀਬਰ ਇੱਛਾ। ਨੈਕਸਟ ਆ ਗਿਆ ਕਿ ਨਵੇਂ ਸਾਮਰਾਜ ਦਾ ਸਰੂਪ ਕੀ ਆ। ਕਿਉਂਕਿ ਪੁਰਾਣੇ ਸਾਮਰਾਜ ਵਿੱਚ ਤੇ ਉਹ ਯੁੱਧ ਕਰਦੇ ਸੀ ਤੇ ਉਹਨੂੰ ਆਪਣੇ ਅਧੀਨ ਕਰ ਲੈਂਦੇ ਸੀ, ਬਟ ਹੁਣ ਕੀ ਕਰਦੇ, ਨਵਾਂ ਸਾਮਰਾਜ ਦਾ ਇਸ ਤਰ੍ਹਾਂ ਦਾ ਸਰੂਪ ਆ ਕਿ ਨਵੇਂ ਸਾਮਰਾਜ ਦੀਆਂ ਬਸਤੀਆਂ ਏਸ਼ੀਆ ਤੇ ਅਫਰੀਕਾ ਵਿੱਚ, ਸਾਰਿਆਂ ਨੂੰ ਪਤਾ ਹੈ ਕਿ ਜਿੰਨੀਆਂ ਵੀ ਇੰਗਲੈਂਡ ਦੀਆਂ ਬਸਤੀਆਂ ਸੀਗੀਆਂ ਪੁਰਾਣੇ ਸਮੇਂ ਵਿੱਚ, ਤੇ ਉਹਨਾਂ ਨੇ ਕੀ ਕੀਤਾ ਸੀ, ਸਾਡੇ ਦੇਸ਼ ਤੇ ਏਸ਼ੀਆ ਦੇ ਜਿੰਨੀਆਂ ਵੀ ਕੰਟਰੀ ਸੀਗੀਆਂ, ਜਿੰਨੇ ਵੀ ਰਾਜ ਸੀਗੇ, ਉਹਨਾਂ ਵਿੱਚ ਆਪਣੀਆਂ ਬਸਤੀਆਂ ਜਿਹੜੀਆਂ ਸੀ ਉਹ ਸਥਾਪਿਤ ਕੀਤੀਆਂ ਸੀ। ਔਰ ਇੱਧਰ ਦੀ ਸਾਰੀ ਜਿੰਨਾ ਪੈਸਾ ਸੀ ਉੱਧਰ ਜਾ ਰਿਹਾ ਸੀ। ਇਸ ਤਰ੍ਹਾਂ ਹੁਣ ਵੀ ਹੁੰਦਾ ਵਾ। ਹੁਣ ਵੀ ਇਸ ਤਰ੍ਹਾਂ ਦਾ ਸਰੂਪ ਹੋ ਗਿਆ ਕਿ ਹੁਣ ਕਰਜ਼ੇ ਦੇ ਦਿੱਤੇ ਜਾਂਦੇ ਉਹਨਾਂ ਨੂੰ, ਗਰੀਬ ਦੇਸ਼ਾਂ ਨੂੰ ਕਰਜ਼ੇ ਦੇ ਕੇ ਉਹਨਾਂ ਨੂੰ ਆਪਣੇ ਅਧੀਨ ਕਰ ਲਿਆ ਜਾਂਦਾ। ਕਹਿੰਦਾ ਪੁਰਾਣੇ ਸਾਮਰਾਜ ਦੀ ਯੂਰਪ ਦੀਆਂ ਸ਼ਕਤੀਆਂ ਬਸਤੀਆਂ ਅਧਿਕਤਰ ਅਮਰੀਕਾ ਮਹਾਦੀਪਾਂ ਵਿੱਚ ਸਥਿਰ ਸਨ। ਇਹ ਮੈਂ ਹੁਣੇ ਤੁਹਾਨੂੰ ਓਵਰਵਿਊ 'ਚ ਵੈਸੇ ਦੱਸ ਦਿੱਤਾ ਕਿ ਜਿਹੜੀਆਂ ਬਸਤੀਆਂ ਸਥਾਪਿਤ ਕਰਦੇ ਸੀ ਨਾ ਛੋਟੇ ਦੇਸ਼ਾਂ ਵਿੱਚ, ਔਰ ਆਪਣੀ ਸੱਤਾ ਕਾਇਮ ਕਰਦੇ ਸੀ, ਔਰ ਉੱਥੋਂ ਦਾ ਸਾਰਾ ਜਿਹੜਾ ਧਨ ਦੌਲਤ ਸੀ ਆਪਣੇ ਦੇਸ਼ਾਂ ਵਿੱਚ ਲੈ ਜਾਂਦੇ ਸੀ। ਅਫਰੀਕਾ ਵਿੱਚ ਵੀ ਇਹਨਾਂ ਦੀਆਂ ਬਸਤੀਆਂ ਹੈਗੀਆਂ ਸੀ, ਔਰ ਏਸ਼ੀਆ ਵਿੱਚ ਵੀ। ਏਸ਼ੀਆ ਵਿੱਚ ਕਾਫੀ ਸਾਰੇ ਦੇਸ਼ ਆਉਂਦੇ, ਜਿਵੇਂ ਸਾਡਾ ਭਾਰਤ ਆਉਂਦਾ ਵਾ, ਹੋਰ ਵੀ ਨਿੱਕੇ ਨਿੱਕੇ ਦੇਸ਼ ਆਉਂਦੇ, ਚੀਨ। ਨੈਕਸਟ ਹੈਗਾ ਸੁਧਾਰ ਤੇ ਆਧੁਨਿਕ ਰਾਜ ਪ੍ਰਬੰਧ।
ਕਹਿੰਦਾ ਨਵੇਂ ਸਾਮਰਾਜ ਦੀ ਇੱਕ ਹੋਰ ਵੀ ਵਿਸ਼ੇਸ਼ਤਾ ਕਿ ਯੂਰਪ ਦੀਆਂ ਸਾਮਰਾਜਵਾਦੀ ਸ਼ਕਤੀਆਂ ਨੇ ਆਵਾਜਾਈ ਤੇ ਸੰਚਾਰ ਦੇ ਸਾਧਨਾਂ ਤੇ ਵਿਕਾਸ ਕਰਨ ਆਪਣੇ ਅਧੀਨ ਬਸਤੀਆਂ ਵਿੱਚ ਰਾਜਨੀਤਿਕ ਏਕਤਾ ਪੈਦਾ ਕਰ ਦਿੱਤੀ ਹੈ। ਉਹਨਾਂ ਬਸਤੀਆਂ ਵਿੱਚ ਲੋਕਾਂ ਦੇ ਜੀਵਨ ਨੂੰ ਸੁਖਾਵਾਂ ਬਣਾਉਣ ਲਈ ਕੁਸ਼ਲ ਰਾਜ ਪ੍ਰਬੰਧ ਤੇ ਆਰਥਿਕ ਢੰਗ ਦੇ ਸੁਧਾਰ ਵੀ ਲਾਗੂ ਕਰਨ ਦੇ ਯਤਨ ਕੀਤੇ ਆ। ਖੁੱਲਾ ਵਪਾਰ, ਇਹਦਾ ਇੱਕ ਇਹ ਫਾਇਦਾ ਹੋਇਆ ਵਾ ਨਵੇਂ ਸਾਮਰਾਜਵਾਦ ਦਾ, ਵੀ ਇਹਦੇ ਵਿੱਚ ਖੁੱਲਾ ਵਪਾਰ ਹੁੰਦਾ ਵਾ ਕਿ ਕਹਿੰਦਾ ਕਿ ਜਿਹੜਾ ਪੁਰਾਣਾ ਸਾਮਰਾਜਵਾਦ ਸੀ ਨਾ, ਉਹਦੇ ਮੁਤਾਬਕ ਸਾਮਰਾਜਵਾਦੀ ਦੇਸ਼ਾਂ ਦੇ ਆਪਣੀਆਂ ਬਸਤੀਆਂ ਦੇ ਵਪਾਰ ਉੱਤੇ ਬਹੁਤ ਤਰ੍ਹਾਂ ਦੀਆਂ ਰੋਕਾਂ ਲਗਾਈਆਂ ਹੁੰਦੀਆਂ ਸੀ। ਯਾਨੀ ਕਿ ਉਸ ਸਮੇਂ ਤੇ ਪੁਰਾਣੇ ਸਮੇਂ ਵਿੱਚ ਵਪਾਰ ਤੇ ਹੁੰਦਾ ਸੀ, ਬਟ ਜਿਸ ਤਰ੍ਹਾਂ ਇੰਗਲੈਂਡ ਦਾ ਇਹ ਰੋਕ ਲੱਗੀ ਹੋਈ ਸੀ ਵੀ ਉਹਨਾਂ ਦੇ ਮਾਲ ਨੂੰ ਕੋਈ ਟੈਕਸ ਨਹੀਂ ਦਿੱਤਾ ਜਾਊਗਾ, ਉਹ ਕੋਈ ਵੀ ਭਾਰਤ ਨੂੰ ਟੈਕਸ ਨਹੀਂ ਸੀ ਦਿੰਦੇ। ਜੇਕਰ ਹੋਰ ਕੋਈ ਵਪਾਰੀ ਕਰਦਾ ਸੀ ਵਪਾਰ ਤੇ ਉਹਨੂੰ ਟੈਕਸ ਲਗਾਇਆ ਜਾਂਦਾ ਸੀ। ਬਟ ਕਹਿੰਦਾ ਇਹ ਚੀਜ਼ ਹੁਣ ਜਿਹੜੀ ਹੈ ਖਤਮ ਹੋ ਗਈ ਹੈ। ਹੁਣ ਖੁੱਲਾ ਵਪਾਰ ਹੈ, ਜਿੰਨਾ ਚਾਹੇ ਦੂਸਰੇ ਦੇਸ਼ਾਂ ਨਾਲ। ਇਹ ਹਰ ਇੱਕ ਦੇਸ਼ ਦੀ ਆਪਣੀ ਮਤਲਬ ਕਿ ਉਹਦੀ ਮਰਜ਼ੀ ਹੈ ਕਿ ਉਹਨੇ ਕਿਹੜੇ ਦੇਸ਼ ਨਾਲ ਕਿੰਨਾ ਵਪਾਰ ਕਰਨਾ ਹੈ। ਕਹਿੰਦਾ ਕਿ ਇਹਦਾ ਇਹ ਵੀ ਕਾਰਨ ਆ ਕਿ ਉਹ ਜਿਹੜੇ ਹੈਗੇ ਆ ਦੂਜੇ ਮਹਾਂਦੀਪਾਂ ਵਿੱਚ ਆਪਣੀਆਂ ਬਸਤੀਆਂ ਵਧਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ ਆ। ਤੇ ਇਹਦੀ ਇੱਕ ਇਹ ਵਿਸ਼ੇਸ਼ਤਾ ਕਿ ਪੱਛਮੀ ਸ਼ਕਤੀਆਂ ਦੇ ਹਰ ਪੱਖ ਤੋਂ ਆਧੁਨਿਕੀਕਰਨ ਹੋ ਗਿਆ ਵਾ। ਯਾਨੀ ਕਿ ਆਧੁਨਿਕੀਕਰਨ ਹੋਣ ਨਾਲ ਵੀ ਜਿਹੜੀਆਂ ਵਾ ਇਹ ਜਿਹੜਾ ਨਵਾਂ ਸਾਮਰਾਜ ਹੋਂਦ ਵਿੱਚ ਆਇਆ, ਕਿਉਂਕਿ ਹੁਣ ਹਰ ਇੱਕ ਚੀਜ਼ ਹਰ ਇੱਕ ਕੰਟਰੀ ਵਿੱਚੋਂ ਮਿਲ ਜਾਂਦੀ ਹੈ। ਕਹਿੰਦਾ ਉਹਦੇ ਨਾਲ ਕੀ ਹੋਇਆ, ਆਧੁਨਿਕੀਕਰਨ ਨਾਲ ਉਦਯੋਗਿਕ ਵਿਕਾਸ ਵਧਿਆ ਔਰ ਉਹਨਾਂ ਨੇ ਸੈਨਿਕ ਸ਼ਕਤੀ ਵੀ ਕਾਫੀ ਵਧਾ ਲਈ। ਉਹਨਾਂ ਦੇ ਆਵਾਜਾਈ ਦੇ ਸਾਧਨ ਵੀ ਕਾਫੀ ਵਿਕਸਿਤ ਹੋ ਗਏ। ਪੱਛਮੀ ਦੇਸ਼ਾਂ ਦੀ ਗੱਲ ਕੀਤੀ, ਸਾਡੇ ਦੇਸ਼ਾਂ ਦੀ ਨਹੀਂ ਉਹਨਾਂ ਨੇ ਕੀਤੀ। ਔਰ ਪੱਛਮੀ ਸ਼ਕਤੀਆਂ ਲਈ ਦੂਰ ਦੂਰ ਬਸਤੀਆਂ ਵਸਾਉਣੀਆਂ ਸੌਖੀਆਂ ਹੋ ਗਈਆਂ। ਹੁਣ ਜਿੰਨੀਆਂ ਵੀ MNC ਹੈ ਨਾ, ਜਿੰਨੀਆਂ ਮਲਟੀਨੈਸ਼ਨਲ ਕੰਪਨੀਜ਼ ਨੇ, ਇਹ ਦੂਸਰੇ ਦੇਸ਼ਾਂ ਪੱਛਮੀ ਦੇਸ਼ਾਂ ਦੀਆਂ ਹੀ ਆ ਸਾਰੇ ਦੇਸ਼ਾਂ ਵਿੱਚ। ਜਿਵੇਂ ਆਪਾਂ ਬ੍ਰਾਂਡਡ ਕੱਪੜੇ ਕਹਿ ਸਕਦੇ, ਬ੍ਰਾਂਡਡ ਸ਼ੂਜ਼ ਹੋ ਗਏ, ਜਾਂ ਕੋਈ ਵੀ ਮਤਲਬ ਇਸ ਤਰ੍ਹਾਂ ਦੇ ਮਸ਼ੀਨਾਂ ਬਣਾਉਣ ਵਾਲੇ ਉਦਯੋਗ ਹੋਏ, ਗੱਡੀਆਂ ਹੋ ਗਈਆਂ, ਇਹ ਸਾਰੀਆਂ ਪੱਛਮੀ ਜਿਹੜੇ ਦੇਸ਼ ਉਹਨਾਂ ਦੀਆਂ ਕੰਪਨੀਆਂ ਸਾਡੇ ਦੇਸ਼ ਵਿੱਚ ਜਾਂ ਏਸ਼ੀਆ ਦੇ ਹੋਰ ਅਫਰੀਕਾ ਜਾਂ ਏਸ਼ੀਆ ਦੇ ਦੇਸ਼ਾਂ ਵਿੱਚ ਹੈਗੀਆਂ। ਕਹਿੰਦਾ ਨਵਾਂ ਸਾਮਰਾਜਵਾਦ ਆਰਥਿਕ ਹਿੱਤਾਂ ਦੀ ਪੂਰਤੀ ਲਈ, ਕਹਿੰਦਾ ਪੁਰਾਣੇ ਸਾਮਰਾਜ ਦਾ, ਕਹਿੰਦਾ ਜਿਹੜਾ ਪੁਰਾਣਾ ਸਾਮਰਾਜ ਸੀ ਨਾ, ਉਹਦਾ ਇੱਕੋ ਹੀ ਮਕਸਦ ਹੁੰਦਾ ਸੀ ਕਿ ਦੂਸਰੇ ਦੇਸ਼ਾਂ ਨੂੰ ਕਬਜ਼ੇ 'ਚ ਲੈਣਾ। ਬਟ ਜਿਹੜਾ ਨਵਾਂ ਸਾਮਰਾਜ ਆ, ਉਹਦੀ ਇੱਕ ਗੱਲ ਹੈਗੀ ਆ, ਉਹਦੀ ਇਹ ਵਿਸ਼ੇਸ਼ਤਾ ਵਾ ਕਿ ਉਹ ਆਰਥਿਕ ਹਿੱਤਾਂ ਦੀ ਪੂਰਤੀ ਲਈ ਹੋਂਦ ਵਿੱਚ ਆਇਆ। ਉਹਦਾ ਮਤਲਬ ਇਹ ਨਹੀਂ ਕਿ ਜਿਹੜਾ ਨਵਾਂ ਸਾਮਰਾਜ, ਉਹਦਾ ਇਸ ਚੀਜ਼ ਨਾਲ ਕੋਈ ਮਕਸਦ ਨਹੀਂ ਆ ਕਿ ਕਿਸੇ ਦੇਸ਼ ਨੂੰ ਆਪਣੇ ਅਧੀਨ ਕਰਕੇ ਉਹਦੇ ਏਰੀਆ 'ਤੇ ਕਬਜ਼ਾ ਕਰੋ। ਉਹਦਾ ਸਿਰਫ ਇੱਕ ਹੀ ਮਕਸਦ ਆ ਵੀ ਆਪਣੇ ਆਰਥਿਕ ਹਿੱਤਾਂ ਦੀ ਪੂਰਤੀ। ਉਹਨੇ ਉਹ ਕੰਮ ਕਰਨਾ ਜਿਹਦੇ ਵਿੱਚ ਉਹਨਾਂ ਨੂੰ ਵੱਧ ਤੋਂ ਵੱਧ ਜਿਹੜਾ ਵਾ ਪੈਸਾ ਕਮਾਉਣ ਵਾਸਤੇ ਮਿਲੇ, ਜਾਣੀ ਕਿ ਵੱਧ ਤੋਂ ਵੱਧ ਉਹਨਾਂ ਦੇ ਆਰਥਿਕ ਹਿੱਤ ਪੂਰੇ ਹੋ ਸਕਣ। ਇਹ ਸੀਗਾ ਸਾਡਾ 10 ਮਾਰਕਸ ਦਾ ਕੁਐਸਚਨ। ਜੇਕਰ ਇਸ ਤਰ੍ਹਾਂ ਆ ਜਾਏ, ਕਹਿੰਦਾ ਕਿ ਨਵਾਂ ਸਾਮਰਾਜ ਹੋਂਦ ਵਿੱਚ ਕਿਵੇਂ ਆਇਆ, ਉਹਦੇ ਦੇ ਕਾਰਨ ਦੱਸੋ, ਕਿਉਂਕਿ 10 ਮਾਰਕਸ ਦਾ ਕੁਐਸਚਨ ਕਾਰਨ ਵੀ ਪੁੱਛ ਸਕਦੇ। ਸਭ ਤੋਂ ਪਹਿਲੇ ਜਨਸੰਖਿਆ ਵਿੱਚ ਵਾਧਾ। ਕਹਿੰਦਾ ਕਿ ਜਦੋਂ ਜਿਹੜੀ 19ਵੀਂ ਸਦੀ ਵਿੱਚ ਜਿਹੜੇ ਜਿੰਨੇ ਵੀ ਯੂਰਪ ਦੇ ਦੇਸ਼ ਸੀ, ਇਹਨਾਂ ਦੇ ਵਿੱਚ ਜਨਸੰਖਿਆ ਦਾ ਵਾਧਾ ਹੋਇਆ। ਜਨਸੰਖਿਆ ਦਾ ਵਾਧਾ ਕਿਉਂ ਹੋ ਗਿਆ? ਕਿਉਂਕਿ ਮਸ਼ੀਨਾਂ ਦੀ ਕਾਢ ਨਾਲ, ਜਦੋਂ ਦਵਾਈਆਂ ਹੋਂਦ ਵਿੱਚ, ਵਿਗਿਆਨਿਕ ਕਾਢਾਂ ਨਾਲ ਦਵਾਈਆਂ ਹੋਂਦ ਵਿੱਚ ਆਈਆਂ ਤੇ ਲੋਕਾਂ ਦੀ ਜਿਹੜੀ ਮੌਤ ਦਰ ਸੀ ਉਹ ਘੱਟ ਗਈ ਔਰ ਜਨਮ ਦਰ ਵੱਧ ਗਈ, ਜਿਹਦੇ ਕਰਕੇ ਜਿਹੜੇ ਯੂਰਪ ਦੇ ਦੇਸ਼ ਸੀਗੇ, ਜਿਸ ਤਰ੍ਹਾਂ ਕਿ ਇੰਗਲੈਂਡ, ਜਰਮਨੀ, ਫਰਾਂਸ, ਇਹ ਸਾਰੇ, ਇਹਨਾਂ ਦੇ ਵਿੱਚ ਜਨਸੰਖਿਆ ਜਿਹੜੀ ਬਹੁਤ ਜ਼ਿਆਦਾ ਵੱਧ ਗਈ ਸੀ। ਇਸ ਕਰਕੇ ਵੀ ਨਵੇਂ ਸਾਮਰਾਜ, ਜਾਣੀ ਕਿ ਇਹਨਾਂ ਨੂੰ ਧਨ ਦੀ ਲੋੜ ਸੀ, ਇਸ ਕਰਕੇ ਇਹਨਾਂ ਨੇ ਆਪਣੀਆਂ ਜਿਹੜੀਆਂ ਬਸਤੀਆਂ ਸੀ ਦੂਸਰੇ ਦੇਸ਼ਾਂ ਵਿੱਚ ਵਸਾਈਆਂ। ਔਰ ਇਹਨਾਂ ਦੇ ਕੁਝ ਲੋਕ ਜਿਹੜੇ ਸੀ, ਉਹਨਾਂ ਨੇ ਆਪਣੇ ਜੀਵਨ ਨਿਰਵਾਹ ਵਾਸਤੇ, ਆਪਣੇ ਜੀਵਨ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਵਾਸਤੇ ਇਹਨਾਂ ਦੇਸ਼ਾਂ ਨੂੰ ਛੱਡ ਕੇ ਉਹ ਫਿਰ ਏਸ਼ੀਆ, ਅਫਰੀਕਾ ਜਾਂ ਅਮਰੀਕਾ ਵਿੱਚ, ਜਿੱਥੇ ਘੱਟ ਜਨਸੰਖਿਆ ਸੀ, ਉੱਥੇ ਜਾ ਕੇ ਉਹਨਾਂ ਨੇ ਮਤਲਬ ਕਿ ਜਾ ਵਸੇ ਤੇ ਉੱਥੇ ਹੀ ਉਹਨਾਂ ਨੇ ਆਪਣਾ ਜਿਹੜਾ ਕੰਮ ਧੰਦਾ ਕਰਨਾ ਸ਼ੁਰੂ ਕਰ ਦਿੱਤਾ। ਔਰ ਕਹਿੰਦਾ ਹੌਲੀ ਹੌਲੀ ਇਹ ਜਿਹੜੇ ਲੋਕ ਸੀਗੇ, ਇਹਨਾਂ ਨੇ ਦੂਸਰੇ ਦੇਸ਼ਾਂ ਵਿੱਚ ਜਾ ਕੇ, ਜਿਸ ਤਰ੍ਹਾਂ ਕਿ ਅੰਗਰੇਜ਼ ਸਾਡੇ ਦੇਸ਼ ਵਿੱਚ ਵਪਾਰ ਕਰਨ ਆਏ ਸੀ, ਬਟ ਹੌਲੀ ਹੌਲੀ ਰਾਜਨੀਤਿਕ ਸ਼ਕਤੀ ਜਿਹੜੀ ਉਹਨਾਂ ਦੇ ਹੱਥ ਵਿੱਚ ਆ ਗਈ। ਐਵੇਂ ਹੀ ਕਹਿੰਦਾ ਇਹਨਾਂ ਨੇ ਜਿਹੜੇ ਪਹਿਲੋਂ ਤੇ ਇਹਨਾਂ ਨੇ ਉੱਥੇ ਜਾ ਕੇ ਵਸਣਾ ਸ਼ੁਰੂ ਕੀਤਾ, ਬਾਅਦ ਵਿੱਚ ਹੌਲੀ ਹੌਲੀ ਇਹਨਾਂ ਨੇ ਇੰਨੀ ਸ਼ਕਤੀ ਧਾਰਨ ਕਰ ਲਈ ਕਿ ਉੱਥੋਂ ਦੇ ਮੂਲ ਨਿਵਾਸੀ ਜਿਹੜੇ ਸੀ ਇਹਨਾਂ ਦੇ ਅਧੀਨ ਹੋ ਗਏ। ਜਾਣੀ ਕਿ ਉੱਥੋਂ ਦੇ ਜਿਹੜੇ ਜੰਮਪਲ ਲੋਕ ਸੀ ਉਹ ਇਹਨਾਂ ਦੇ ਅਧੀਨ ਹੋ ਗਏ ਔਰ ਇਹਨਾਂ ਨੇ ਉਹਨਾਂ ਨੂੰ ਇੱਥੋਂ ਤੱਕ ਕਿ ਉੱਥੋਂ ਬਾਹਰ ਵੀ ਕੱਢ ਦਿੱਤਾ ਔਰ ਉਹਨਾਂ ਨਾਲ ਜਿਹੜਾ ਸੀ ਭੇਦਭਾਵ ਕਰਨਾ ਸ਼ੁਰੂ ਕਰ ਦਿੱਤਾ। ਅੱਜ ਵੀ ਇਸ ਤਰ੍ਹਾਂ ਹੁੰਦਾ। ਅੱਜ ਵੀ ਜੇਕਰ ਆਪਾਂ ਚਾਹੀਏ ਤੇ ਅਮਰੀਕਾ ਦੇ ਅਧੀਨ ਕਾਫੀ ਦੇਸ਼ ਜਿਹੜੇ ਉਹਦੇ ਮੁਤਾਬਕ ਚੱਲਦੇ ਆ। ਨੈਕਸਟ ਆ ਵਾਧੂ ਮਾਲ ਵੇਚਣ ਲਈ ਮੰਡੀਆਂ ਦੀ ਜ਼ਰੂਰਤ। ਹੁਣ ਇਹ ਜਿਹੜਾ ਯੂਰਪ ਸੀ, ਯੂਰਪ ਦੇ ਦੇਸ਼ਾਂ ਵਿੱਚ ਕਾਫੀ ਸਾਰੀਆਂ ਫੈਕਟਰੀਆਂ ਲੱਗਣ ਦੇ ਕਾਰਨ ਬਹੁਤ ਜ਼ਿਆਦਾ ਮਾਲ ਜਿਹੜਾ ਵੱਡੇ ਪੱਧਰ ਤੇ ਤਿਆਰ ਹੋਣ ਲੱਗ ਗਿਆ, ਜਿਹਨੂੰ ਵੇਚਣ ਵਾਸਤੇ ਉਹਨਾਂ ਨੂੰ ਦੂਸਰੇ ਦੇਸ਼ਾਂ ਵਿੱਚ ਆਪਣੀਆਂ ਮੰਡੀਆਂ ਵਸਾਉਣੀਆਂ ਪਈਆਂ। ਤੇ ਇਸ ਕਰਕੇ ਉਹਨਾਂ ਨੇ ਫਿਰ, ਇਹ ਵੀ ਇੱਕ ਕਾਰਨ ਸੀਗਾ ਨਵੇਂ ਸਾਮਰਾਜਵਾਦ ਦਾ।
ਕੱਚੇ ਮਾਲ ਦੀ ਲੋੜ, ਹੁਣ ਜਿਹੜੇ ਯੂਰਪ ਦੇ ਦੇਸ਼ ਸੀ ਉਹਨਾਂ ਨੂੰ ਕਾਰਖਾਨਿਆਂ ਵਿੱਚ ਕੱਚੇ ਮਾਲ ਦੀ ਲੋੜ ਸੀ। ਕੱਚਾ ਮਾਲ ਉਹਨਾਂ ਦੇ ਆਪਣੀ ਕੰਟਰੀ ਵਿੱਚ ਨਹੀਂ ਸੀ ਇੰਨਾ ਹੁੰਦਾ ਜਿੰਨਾ ਕਿ ਛੋਟੇ ਦੇਸ਼ਾਂ ਵਿੱਚ ਹੁੰਦਾ ਸੀ। ਇਸ ਕਰਕੇ ਵੀ ਉਹਨਾਂ ਨੇ ਉਹ ਕੱਚੇ ਮਾਲ ਦੀ ਪ੍ਰਾਪਤੀ ਵਾਸਤੇ ਵੀ ਦੂਸਰੇ ਦੇਸ਼ਾਂ ਉੱਤੇ ਸਾਮਰਾਜ ਕਰਨਾ ਸ਼ੁਰੂ ਕਰਤਾ, ਵਸਾਉਣਾ ਸ਼ੁਰੂ ਕਰਤਾ। ਯੂਰਪੀ ਦੇਸ਼ਾਂ ਵਿੱਚ ਫਾਲਤੂ ਧਨ, ਕਹਿੰਦਾ ਯੂਰਪ ਦੇ ਜਦੋਂ ਸਰਕਾਰਾਂ ਬਦਲੀਆਂ ਹੀ, ਚੇਂਜ ਹੋਏ, ਜਦੋਂ ਰਾਜਿਆਂ ਦਾ ਰਾਜ ਗਿਆ ਤੇ ਉਸ ਸਮੇਂ ਜਿਹੜੇ ਹੈਗੇ ਸੀ ਸਾਮਤਵਾਦ ਸੀ, ਜਿਨ੍ਹਾਂ ਕੋਲ ਬਹੁਤ ਸਾਰੀ ਦੌਲਤ ਸੀ, ਉਹਨਾਂ ਨੇ ਉਸ ਦੇ ਦੌਲਤ ਦਾ ਇਸਤੇਮਾਲ ਜਿਹੜਾ ਸੀ ਉਹ ਕਾਰਖਾਨਿਆਂ ਵਿੱਚ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਆਪਣੀ ਦੌਲਤ ਦੇ ਨਾਲ ਕਾਰਖਾਨੇ ਲਗਾ ਲਏ, ਜਿਸ ਕਰਕੇ ਉਹਨਾਂ ਨੇ ਉਹਨਾਂ ਦੇ ਕਾਰਖਾਨੇ ਲੱਗਣ ਨਾਲ ਉਹਨਾਂ ਨੂੰ ਹੋਰ ਪੈਸਾ ਕਮਾਉਣ ਦੀ ਜਿਹੜੀ ਲਾਲਸਾ ਪਈ, ਔਰ ਉਹ ਫਾਲਤੂ ਪੈਸੇ ਦੇ ਨਾਲ ਉਹਨਾਂ ਦੂਸਰੇ ਦੇਸ਼ਾਂ ਵਿੱਚ ਵੀ ਆਪਣੀਆਂ ਕਾਰਖਾਨੇ ਲਗਾਏ। ਆਵਾਜਾਈ ਦੇ ਸਾਧਨਾਂ ਵਿੱਚ ਕ੍ਰਾਂਤੀਕਾਰੀ ਵਿਕਾਸ, ਕਹਿੰਦਾ ਪਹਿਲੇ ਆਵਾਜਾਈ ਦੇ ਸਾਧਨ ਵਧੀਆ ਨਹੀਂ ਸੀ, ਹੁਣ ਜਿਹੜੇ ਸੀ ਬਾਅਦ ਵਿੱਚ ਆਵਾਜਾਈ ਦੇ ਸਾਧਨ, ਜਦੋਂ ਕਿ ਇਹਦੇ ਉਦਯੋਗਿਕ ਕ੍ਰਾਂਤੀ ਆਈ ਉਸ ਤੋਂ ਬਾਅਦ ਆਵਾਜਾਈ ਦੇ ਸਾਧਨ ਵੀ ਹੋਂਦ ਵਿੱਚ ਆਏ, ਯਾਨੀ ਕਿ ਮਾਲ ਇੱਕ ਦੇਸ਼ ਤੋਂ ਦੂਸਰੇ ਦੇਸ਼ ਵਿੱਚ ਪਹੁੰਚਾਉਣਾ ਜਿਹੜਾ ਸੀ ਸੌਖਾ ਹੋ ਗਿਆ। ਪਾਣੀ ਵਾਲੇ ਜਹਾਜ਼ਾਂ ਰਾਹੀਂ ਮਾਲ ਜਿਹੜਾ ਬਣਿਆ ਵੀ ਭੇਜਿਆ ਜਾਂਦਾ ਸੀ, ਔਰ ਕੱਚਾ ਮਾਲ ਵੀ ਉੱਥੋਂ ਮੰਗਵਾਇਆ ਜਾਂਦਾ ਸੀ। ਕਹਿੰਦਾ ਜਿਹੜਾ ਈਸਾਈ ਧਰਮ ਦੇ ਪ੍ਰਚਾਰਕ ਸੀ ਉਹਨਾਂ ਨੇ ਵੀ ਕਾਫੀ ਯੋਗਦਾਨ ਪਾਇਆ। ਉਹ ਦੂਸਰੇ ਦੇਸ਼ਾਂ ਵਿੱਚ ਜਾ ਕੇ ਆਪਣੇ ਧਰਮ ਦਾ ਪ੍ਰਚਾਰ ਕਰਨ ਲੱਗ ਗਏ ਅਤੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਧਰਮ ਅਧੀਨ ਲੈ ਆਂਦਾ, ਜਿਹਦੇ ਕਰਕੇ ਉਹਨਾਂ ਦਾ ਸਾਮਰਾਜਵਾਦ ਵਧਿਆ। ਨੈਕਸਟ ਹੈਗਾ ਪੁਆਇੰਟ, ਬ੍ਰਿਟਿਸ਼ ਸਾਮਰਾਜ ਨਾਲ ਈਰਖਾ। ਕਹਿੰਦਾ ਇੰਗਲੈਂਡ ਯੂਰਪ ਵਿੱਚ ਪਹਿਲਾ ਦੇਸ਼ ਸੀ ਜਿਸ ਨੇ ਦੂਜੇ ਦੇਸ਼ਾਂ ਦਾ ਸਭ ਤੋਂ ਅਧਿਕ ਬਸਤੀਆਂ ਬਣਾ ਕੇ ਇੱਕ ਸ਼ਕਤੀਸ਼ਾਲੀ ਸਾਮਰਾਜਵਾਦ ਸਥਾਪਿਤ ਕੀਤਾ, ਬਟ ਉਸਨੇ ਬਸਤੀਆਂ ਦੇ ਸ਼ੋਸ਼ਣ ਨਾਲ ਆਪਣੇ ਦੇਸ਼ ਦੀ ਦੌਲਤ ਤੇ ਸ਼ਕਤੀ ਵਿੱਚ ਅਪਾਰ ਵਾਧਾ ਕੀਤਾ। ਜਿਵੇਂ ਕਿ ਭਾਰਤ ਵਿੱਚ ਉਹਨੇ ਕਾਫੀ ਆਪਣੀ ਸ਼ਕਤੀ ਇਕੱਠੀ ਕਰ ਲਈ ਸੀ, ਔਰ ਇੱਥੋਂ ਦੀ ਦੌਲਤ ਜਿਹੜੀ ਇਕੱਠੀ ਕਰਕੇ ਆਪਣੇ ਉਹਨੇ ਦੇਸ਼ ਨੂੰ ਮਜ਼ਬੂਤ ਕੀਤਾ। ਕਹਿੰਦਾ ਬਾਕੀ ਦੇ ਦੇਸ਼ਾਂ ਕੋਲੋਂ ਉਹਦੀ ਇਹ ਜਿਹੜੀ ਖੁਸ਼ਹਾਲੀ ਬਰਦਾਸ਼ਤ ਨਾ ਹੋਈ ਤੇ ਉਹਨਾਂ ਨੇ ਵੀ ਇਸ ਤਰ੍ਹਾਂ ਕਰਨ ਦੀ ਇੱਛਾ ਜ਼ਾਹਿਰ ਕੀਤੀ, ਜਿਸ ਕਰਕੇ ਉਹਨਾਂ ਨੇ ਵੀ ਦੂਸਰੇ ਦੇਸ਼ਾਂ ਵਿੱਚ ਆਪਣੀਆਂ ਬਸਤੀਆਂ ਵਸਾਉਣੀਆਂ ਸ਼ੁਰੂ ਕਰ ਦਿੱਤੀਆਂ। 10th ਪੁਆਇੰਟ ਹੈਗਾ ਦਾਸਾਂ ਦੇ ਵਪਾਰ ਤੋਂ ਲਾਭ। ਉਸ ਸਮੇਂ ਤੇ ਨਾ ਦਾਸ ਵਪਾਰ ਬੜਾ ਚੱਲਦਾ ਸੀ, ਯਾਨੀ ਕਿ ਜਿਹੜੇ ਸ਼ਕਤੀਸ਼ਾਲੀ ਦੇਸ਼ ਸੀ ਉਹ ਅਫਰੀਕਾ ਤੇ ਹੋਰ ਕਈ ਜਿਹੜੇ ਮਾੜੇ ਦੇਸ਼ ਸੀ ਕਮਜ਼ੋਰ, ਉਹਨਾਂ ਵਿੱਚੋਂ ਆਦਮੀਆਂ ਨੂੰ ਖਰੀਦ ਕੇ ਲੈ ਜਾਂਦੇ ਸੀ ਸਸਤੀ ਮਜ਼ਦੂਰੀ ਤੇ। ਅਫਰੀਕਾ ਤੇ ਏਸ਼ੀਆ ਦੇ ਦੇਸ਼ਾਂ ਦੀ ਕਮਜ਼ੋਰੀ, ਹੁਣ ਅਫਰੀਕਾ ਵੀ ਕਿਸ ਤਰ੍ਹਾਂ ਦਾ ਦੇਸ਼ ਸੀ ਜਿਹੜਾ ਕਮਜ਼ੋਰ ਸੀ, ਔਰ ਏਸ਼ੀਆ ਦੇ ਜਿੰਨੇ ਦੇਸ਼ ਸੀ ਜਿਵੇਂ ਸਾਡਾ ਭਾਰਤ, ਚੀਨ, ਲਾਗੇ ਚਾਗੇ ਦੇ ਜਿੰਨੇ ਵੀ ਏਸ਼ੀਆ ਦੇ ਦੇਸ਼ ਉਹ ਸਾਰੇ ਉਹਨਾਂ ਦੀ ਸ਼ਕਤੀ ਇੰਨੀ ਜ਼ਿਆਦਾ ਕਮਜ਼ੋਰ ਸੀਗੇ ਕਿ ਉਹ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕੇ ਤੇ ਇਸ ਕਰਕੇ ਉਹਨਾਂ ਦੇ ਪ੍ਰਭਾਵ ਅਧੀਨ ਆ ਗਏ। ਬਸ ਇੰਨੇ ਹੀ ਪੁਆਇੰਟ ਆਪਾਂ ਕਰਾਂਗੇ। ਨੈਕਸਟ ਕੁਐਸਚਨ ਹੈਗਾ ਇਹਦੇ 'ਚ ਇੰਪੋਰਟੈਂਟ, ਇਹ ਸਾਰੇ ਦੇਸ਼ ਉਹਨਾਂ ਦੱਸੇ ਜਿੱਥੇ ਜਿੱਥੇ ਸਾਮਰਾਜਵਾਦ ਹੋਇਆ, ਜਿਵੇਂ ਚੀਨ, ਅਫਰੀਕਾ, ਭਾਰਤ। ਨੈਕਸਟ ਇੱਕ 2 ਮਾਰਕਸ ਦਾ ਕੁਐਸਚਨ ਹੁੰਦਾ ਮੋਰਾਕੋ ਸੰਕਟ ਤੋਂ ਕੀ ਭਾਵ ਹੈ, ਤੇ ਆਪਾਂ ਉਹਦਾ 4-5 ਲਾਈਨਾਂ ਹੀ ਕਰਾਂਗੇ ਕਿ ਮੋਰਾਕੋ ਅਫਰੀਕਾ ਮਹਾਂਦੀਪ ਦੇ ਉੱਤਰ ਪੱਛਮ ਵਿੱਚ ਸਥਿਤ ਹੈ, ਜਿਸ ਉੱਤੇ 9ਵੀਂ ਸਦੀ ਦੇ ਅੰਤ ਨਾਮਾਤਰ ਸੱਤਾ ਸੀ। ਅਮਲੀ ਰੂਪ ਅਸਲ ਵਿੱਚ ਕਹਿੰਦਾ ਇੱਕ ਸੁਤੰਤਰ ਦੇਸ਼ ਸੀ। ਇਸ ਮੁਲਕ ਦੀ ਰਾਜਧਾਨੀ ਫੇਸ ਸੀ ਅਤੇ ਇੱਥੋਂ ਦੀ ਵਸੋਂ 40-50 ਲੱਖ ਦੇ ਵਿਚਕਾਰ ਸੀ। ਇਸ ਆਬਾਦੀ ਵਿੱਚ ਅਰਬ, ਯਹੂਦੀ ਯਾਨੀ ਕਿ ਅਰਬੀ ਲੋਕ, ਯਹੂਦੀ, ਹਬਸ਼ੀ ਤੇ ਬਰਬਰ ਜਾਤੀਆਂ ਦੇ ਲੋਕ ਸ਼ਾਮਲ ਸਨ। ਮੋਰਾਕੋ ਦੇ ਸੁਲਤਾਨ ਦੀ ਕਮਜ਼ੋਰੀ ਦੇ ਕਾਰਨ ਇਸ ਦੇਸ਼ ਵਿੱਚ ਕਾਫੀ ਬਦਅਮਨੀ, ਯਾਨੀ ਕਿ ਉੱਥੋਂ ਦਾ ਜਿਹੜਾ ਬਾਦਸ਼ਾਹ ਸੀ ਨਾ ਉਹ ਜ਼ਿਆਦਾ ਵਧੀਆ ਨਹੀਂ ਸੀ, ਉਹਨੂੰ ਯਾਨੀ ਕਿ ਦੇਸ਼ ਚਲਾਉਣਾ ਨਹੀਂ ਸੀ ਆਉਂਦਾ, ਇਸ ਕਰਕੇ ਉੱਥੇ ਅਸ਼ਾਂਤੀ ਫੈਲੀ ਹੋਈ ਸੀ ਉਸ ਮੋਰਾਕੋ ਦੇ ਵਿੱਚ। ਇਸ ਕਰਕੇ ਮੋਰਾਕੋ ਸੰਕਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਕੁਐਸਚਨ, ਜਿਸ ਕਰਕੇ ਲੋਕਾਂ ਦੀ ਜਾਨ ਤੇ ਮਾਲ ਸੁਰੱਖਿਅਤ ਨਹੀਂ ਸੀ। ਵਿਸ਼ੇਸ਼ ਰੂਪ 'ਚ ਵਿਦੇਸ਼ਾਂ ਦਾ ਇੱਥੇ ਆਪਣੇ ਆਪ ਨੂੰ ਬਿਲਕੁਲ ਅਸੁਰੱਖਿਅਤ, ਵਿਦੇਸ਼ੀ ਤੇ ਬਹੁਤ ਜ਼ਿਆਦਾ ਅਸੁਰੱਖਿਅਤ ਮਹਿਸੂਸ ਕਰਦੇ ਸੀ। ਜੇਕਰ ਮੋਰਾਕੋ ਸੰਕਟ ਵੈਸੇ ਮੋਸਟਲੀ 2 ਮਾਰਕਸ ਆਉਂਦਾ, ਜੇਕਰ 10 ਦਾ ਆ ਜਾਏ ਤੇ ਅੱਗੇ ਦੇ ਅੱਗੋਂ ਪੁਆਇੰਟ ਆ ਕਿ ਮੋਰਾਕੋ ਵਿੱਚ ਯੂਰਪੀਅਨ ਸ਼ਕਤੀਆਂ ਦੀ ਰੁਚੀ, ਕਿ ਕਮਜ਼ੋਰ ਦੇਸ਼ ਸੀ, ਸਾਰੀਆਂ ਯੂਰਪੀਅਨ ਸ਼ਕਤੀਆਂ ਚਾਹੁੰਦੀਆਂ ਸੀ ਕਿ ਇਹਦੇ ਤੇ ਕਬਜ਼ਾ ਕਰ ਲਈਏ। ਫਰਾਂਸ ਅਤੇ ਜਰਮਨੀ ਦੇ ਟਕਰਾਅ ਦੇ ਰਾਹ ਤੇ, ਅਲਜੇਸੀਰਸ ਕਾਨਫਰੰਸ, ਇਹਦੇ ਪੁਆਇੰਟ ਨੇ। ਨੈਕਸਟ ਹੈਗਾ 2 ਮਾਰਕਸ ਦਾ ਕੁਐਸਚਨ ਬੋਸਨੀਆ ਦਾ ਸੰਕਟ। ਪਹਿਲੇ ਮੋਰਾਕੋ ਸੰਕਟ ਸੀ, ਹੁਣ ਬੋਸਨੀਆ ਦਾ ਸੰਕਟ ਵੀ ਆਉਂਦਾ 2 ਮਾਰਕਸ ਦਾ। ਕਹਿੰਦਾ ਬੋਸਨੀਆ ਹਰਜ਼ਗੋਵੀਨਾ ਆਸਟਰੀਆ ਦੇ ਪ੍ਰਬੰਧ ਅਧੀਨ
1878 ਈਸਵੀ ਵਿੱਚ ਬਰਲਿਨ ਦੀ ਸੰਧੀ ਅਨੁਸਾਰ ਬਰਲਿਨ ਜਿਹੜੀ ਸੀ ਉਹ ਜਰਮਨ ਦੀ ਰਾਜਧਾਨੀ ਸੀਗੀ। ਬੋਸਨੀਆ ਤੇ ਹਰਜ਼ੇਗੋਵਿਨਾ ਦੇ ਪ੍ਰਦੇਸ਼ਾਂ ਦਾ ਸ਼ਾਸਨ ਪ੍ਰਬੰਧ ਆਸਟਰੀਆ ਨੂੰ ਸੌਂਪ ਦਿੱਤਾ ਗਿਆ। ਇਸ ਦੇ ਨਾਲ ਇਹ ਸ਼ਰਤ ਵੀ ਲਗਾਈ ਗਈ ਸੀ ਕਿ ਆਸਟਰੀਆ ਇਹਨਾਂ ਪ੍ਰਦੇਸ਼ਾਂ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਿਲ ਨਹੀਂ ਕਰ ਸਕੇਗਾ। ਕਿ ਯਾਨੀ ਕਿ ਉਹਨਾਂ ਨੇ ਆਸਟਰੀਆ ਨੂੰ ਦੇ ਤਾਂ ਦਿੱਤਾ ਸੀ ਇਹਦਾ ਸ਼ਾਸਨ ਚਲਾਉਣ ਨੂੰ, ਬਟ ਉਹਨਾਂ ਨੇ ਇਹ ਵੀ ਇੱਕ ਸ਼ਰਤ ਰੱਖੀ ਸੀ ਕਿ ਆਪਣੇ ਅਧੀਨ ਨਹੀਂ ਕਰੂਗਾ। 1881 ਵਿੱਚ ਬਿਸਮਾਰਕ ਦੁਆਰਾ ਸਥਾਪਿਤ ਕੀਤੀ ਗਈ ਇਹਨਾਂ ਤਿੰਨਾਂ ਸਮਰਾਟਾਂ ਦੀ ਲੀਗ ਨੇ ਆਸਟਰੀਆ ਦੁਆਰਾ ਬੋਸਨੀਆ ਤੇ ਹਰਜ਼ੇਗੋਵਿਨਾ ਉੱਤੇ ਅਧਿਕਾਰ ਕਰ ਲਿਆ। ਯਾਨੀ ਕਿ ਇਸ ਸ਼ਰਤ ਦੇ ਬਾਵਜੂਦ ਵੀ ਬਿਸਮਾਰਕ ਦੇ ਰਾਹੀਂ ਇਹਦੇ ਤੇ ਅਧਿਕਾਰ ਕਰ ਲਿਆ। ਇਸ ਲੀਗ ਦੇ 3 ਮੈਂਬਰ ਆਸਟਰੀਆ, ਰੂਸ ਅਤੇ ਜਰਮਨੀ 3 ਜਾਣੇ ਸਨ ਇਸ ਲੀਗ ਦੇ ਮੈਂਬਰ। ਔਰ ਕਿਸੇ ਕਾਰਨ ਆਸਟਰੀਆ ਦੇ ਇਹਨਾਂ ਪ੍ਰਦੇਸ਼ਾਂ ਨੂੰ ਆਪਣੇ ਸਾਮਰਾਜ ਵਿੱਚ ਨਹੀਂ ਮਿਲਾਇਆ ਸੀ। ਜਦੋਂ ਇਹ ਲੀਗ ਟੁੱਟ ਵੀ ਗਈ ਤਾਂ ਵੀ ਆਸਟਰੀਆ ਦੇ ਇਹਨਾਂ ਪ੍ਰਦੇਸ਼ਾਂ ਨੂੰ ਸਾਮਰਾਜ ਵਿੱਚ ਨਹੀਂ ਮਿਲਾਇਆ ਗਿਆ। ਕਹਿੰਦਾ ਬਾਅਦ ਵਿੱਚ ਬੋਸਨੀਆ ਤੇ ਹਰਜ਼ੇਗੋਵਿਨਾ ਨੂੰ ਆਸਟਰੀਆ ਵਿੱਚ ਸ਼ਾਮਲ ਕਰਨ ਦੀ ਜ਼ਰੂਰਤ ਪਈ। ਇਹ ਪੁਆਇੰਟ ਹੈ ਦੇ ਆਸਟਰੀਆ ਦੇ ਰੂਸ ਦੇ ਵਿਦੇਸ਼ ਮੰਤਰੀਆਂ ਦੀਆਂ ਮੁਲਾਕਾਤਾਂ, ਰੂਸ ਤੇ ਆਸਟਰੀਆ ਟਕਰਾਵ ਲਈ ਤਿਆਰ ਹੋ ਗਏ। ਔਰ ਸੰਕਟ ਟਲਣ ਦੇ ਇਸ ਦਾ ਪ੍ਰਭਾਵ ਮੋਰਾਕੋ ਦਾ ਦੂਜਾ ਸੰਕਟ, 2 ਸੰਕਟ ਆਏ ਸੀ, ਇੱਕ 1908 ਵਿੱਚ, ਇੱਕ 1911 ਵਿੱਚ। ਯਾਨੀ ਕਿ ਤਿੰਨੇ ਦੇਸ਼ ਇਹਦੇ ਉੱਤੇ ਆਪਣਾ ਜਿਹੜਾ ਕਿ ਕੰਟਰੋਲ ਕਰਨਾ ਚਾਹੁੰਦੇ ਸੀ, ਰਾਜ ਸਥਾਪਿਤ ਕਰਨਾ ਚਾਹੁੰਦੇ ਸੀ। ਨੈਕਸਟ ਇੱਕ ਆਈ ਹੈਗੀ ਯੂਰਪੀਅਨ ਕ੍ਰਾਂਤੀਆਂ, 8 ਚੈਪਟਰ। ਇਹਦੇ ਵਿੱਚ ਇੰਪੋਰਟੈਂਟ ਕੁਐਸਚਨ ਹੈਗਾ ਹਾਂਜੀ, ਵੈਰੀ ਇੰਪੋਰਟੈਂਟ ਕੁਐਸਚਨ ਜੇ 10 ਮਾਰਕਸ ਦਾ। ਜਰਮਨੀ ਦਾ ਏਕੀਕਰਨ ਦੱਸੋ, ਜਾਂ ਜਿਹੜਾ ਸੀਗਾ ਜਰਮਨੀ ਦਾ ਏਕੀਕਰਨ ਕਿੰਨੇ ਕਰਵਾਇਆ, ਉਹਦੇ ਅਸੀਂ ਪੁਆਇੰਟ ਬਣਾ ਕੇ ਲਿਖਣੇ। ਓਵਰਵਿਊ ਤੁਹਾਨੂੰ ਸਾਰੇ ਦਾ ਮੈਂ ਦੱਸ ਦਿੰਦੀ ਹਾਂ। ਜਰਮਨੀ ਦੇ ਏਕੀਕਰਨ ਦਾ ਵਿਸਤਾਰਪੂਰਵਕ ਵੇਰਵਾ ਦਿਓ। ਜਰਮਨੀ ਦਾ ਏਕੀਕਰਨ 2 ਮਾਰਕਸ ਦਾ ਵੀ ਹੁੰਦਾ, 10 ਦਾ ਵੀ ਹੁੰਦਾ। ਇੱਕ ਜਰਮਨੀ ਦਾ ਏਕੀਕਰਨ ਔਰ ਇੱਕ ਇਟਲੀ ਦਾ ਏਕੀਕਰਨ, ਦੋਨੋਂ ਹੀ ਬਹੁਤ ਇੰਪੋਰਟੈਂਟ ਕੁਐਸਚਨ ਆ। ਥੋੜੇ ਪੁਆਇੰਟ ਮੈਂ ਲਵਾਂਗੀ ਸਾਰੇ, ਕਿਉਂਕਿ ਇਹਦੇ ਵਿੱਚ ਬਿਸਮਾਰਕ ਦਾ ਹੀ ਜ਼ਿਆਦਾ ਰੋਲ ਆਉਣਾ ਤੇ ਬਿਸਮਾਰਕ ਦਾ ਆਉਣਾ ਹੈ। ਹਾਂ, ਕੁਐਸਚਨ ਇਸ ਤਰ੍ਹਾਂ ਵੀ ਆਉਂਦਾ ਹੁੰਦਾ ਕਿ ਜਰਮਨੀ ਦੇ ਏਕੀਕਰਨ ਵਿੱਚ ਬਿਸਮਾਰਕ ਦਾ ਯੋਗਦਾਨ ਦੱਸੋ। ਔਰ ਇਸ ਤਰ੍ਹਾਂ ਵੀ ਕੁਐਸਚਨ ਆਉਂਦਾ ਕਿ ਜਰਮਨੀ ਦੇ ਏਕੀਕਰਨ ਵਿੱਚ ਬਿਸਮਾਰਕ ਦੇ ਲਹੂ ਦੀ ਨੀਤੀ, ਲਹੂ ਤੇ ਲੋਹੇ ਦੀ ਨੀਤੀ ਬਾਰੇ ਦੱਸੋ। ਪਹਿਲਾਂ ਆਪਾਂ ਥੋੜਾ ਜਿਹਾ ਸਟਾਰਟਿੰਗ ਤੋਂ 2-4 ਲਾਈਨਾਂ ਦੇਖਾਂਗੇ। ਕਹਿੰਦਾ ਕਿ ਜਿਹੜਾ ਜਰਮਨੀ ਸੀ ਨਾ, 19ਵੀਂ ਸਦੀ ਵਿੱਚ ਜਿਹੜਾ ਜਰਮਨੀ ਸੀ ਉਹਦੇ ਬਹੁਤ ਸਾਰੇ ਛੋਟੇ ਰਾਜਾਂ ਵਿੱਚ ਵੰਡਿਆ ਸੀ। ਜਿਵੇਂ ਕਿ ਸਾਡਾ ਭਾਰਤ ਛੋਟੇ ਰਾਜਾਂ ਵਿੱਚ ਵੰਡਿਆ ਸੀ ਤੇ ਇਹਨਾਂ ਰਾਜਾਂ ਦੇ ਵਿੱਚ ਫੁੱਟ ਸੀਗੀ। ਔਰ ਆਪਸੀ ਫੁੱਟ ਦਾ ਫਾਇਦਾ, ਆਪਸੀ ਫੁੱਟ ਕਰਕੇ ਜਿਹੜਾ ਜਰਮਨੀ ਸੀ ਨਾ ਉਹਦੇ ਉੱਤੇ ਕਦੀ ਕੋਈ ਅਧਿਕਾਰ ਜਮਾ ਲੈਂਦਾ ਸੀ, ਕਦੀ ਕੋਈ ਦੇਸ਼ ਅਧਿਕਾਰ ਜਮਾ ਲੈਂਦਾ ਸੀ। ਕਹਿੰਦਾ ਕਿ ਇਹ ਛੋਟੇ ਰਾਜਾਂ ਵਿੱਚ ਵੰਡਿਆ ਸੀ। ਇਹ ਸਾਰੇ ਰਾਜ ਪਵਿੱਤਰ ਰੋਮਨ ਸਾਮਰਾਜ ਦੇ ਅਧੀਨ ਆਉਂਦੇ ਸਨ। ਉਸ ਸਮੇਂ ਦੇ ਨਾ ਰੋਮਨ ਸਾਮਰਾਜ ਦੇ ਅਧੀਨ ਸੀਗਾ ਜਰਮਨੀ ਜਿਹੜਾ ਸੀ। ਔਰ ਪਵਿੱਤਰ ਸਮਰਾਟ ਹੋਣਾ, ਕਿਉਂਕਿ ਉਸ ਸਮੇਂ ਤੇ ਸਮਰਾਟ ਪਵਿੱਤਰ ਸੀ, ਵਧੀਆ ਤਰ੍ਹਾਂ ਨਾਲ ਫੈਸਲੇ ਲੈਂਦਾ ਸੀ। ਬਟ ਜਿਹੜਾ ਸਮਰਾਟ ਸੀ ਉਹਦੀ ਜਿਹੜਾ ਸ਼ਾਸਨ ਸੀ ਉਹਦੇ ਵਿੱਚ ਕਮਜ਼ੋਰੀਆਂ ਆ ਗਈਆਂ, ਇਸ ਕਰਕੇ ਉਹਨਾਂ ਨੇ ਪਵਿੱਤਰ ਨਹੀਂ ਰਿਹਾ ਉਹ। ਹੁਣ ਕਹਿੰਦਾ ਇਹਦੇ ਵਿੱਚ ਬਹੁਤ ਸਾਰੀਆਂ ਕਮਜ਼ੋਰੀਆਂ ਊਣਤਾਈਆਂ ਆ ਗਈਆਂ ਸਨ। ਪਵਿੱਤਰ ਰੋਮਨ ਸਾਮਰਾਜ ਦੀ ਦੂਰਦਸ਼ਾ ਦਾ ਵਰਣਨ ਕਰਦੇ ਵਿਲਤੀਅਰ ਨਾਂ ਦਾ ਇੱਕ ਨਾ ਵਿਦਵਾਨ ਨੇ ਕਿਹਾ ਸੀ ਕਿ ਪਵਿੱਤਰ ਰੋਮਨ ਸਾਮਰਾਜ ਦਾ ਨਾਂ ਪਵਿੱਤਰ ਹੈ, ਨਾ ਰੋਮਨ ਹੈ, ਤੇ ਨਾ ਹੀ ਇਹ ਸਾਮਰਾਜ ਹੈ। ਜਾਣੀ ਕਿ ਤਿੰਨੇ ਚੀਜ਼ਾਂ ਹੀ ਨਹੀਂ ਇਹਦੇ ਵਿੱਚ ਹੈਗੀਆਂ। ਉਸ ਤੋਂ ਬਾਅਦ ਇਹਦਾ ਕਿਸ ਤਰ੍ਹਾਂ ਏਕੀਕਰਨ ਹੌਲੀ ਸ਼ੁਰੂ ਹੋਇਆ। ਸਭ ਤੋਂ ਪਹਿਲਾਂ ਨਪੋਲੀਅਨ ਨੇ ਥੋੜੀ ਜਿਹੀ ਕੋਸ਼ਿਸ਼ ਕੀਤੀ ਜਰਮਨੀ ਨੂੰ ਇੱਕ ਕਰਨ ਦੀ। ਉਹਨੇ ਆਪਣਾ ਥੋੜਾ ਜਿਹਾ ਯੋਗਦਾਨ ਪਾਇਆ, ਬਟ ਫਿਰ ਵੀ ਉਹ ਉਸ ਸਮੇਂ ਤੇ ਇੱਕ ਨਾ ਹੋ ਸਕਿਆ। ਉਹਦੇ ਵਿੱਚ ਜਿਹੜਾ ਵਿਆਨਾ ਸਮਝੌਤਾ ਸੀ ਨਾ, ਉਹਦੇ ਵਿੱਚ ਸਾਰੇ ਜਿਹੜੇ ਜਿੰਨੇ ਵੀ ਨੇਤਾ ਸੀਗੇ ਉਸ ਸਮੇਂ ਦੇ ਉਮੀਦਵਾਰ ਸੀ, ਅੱਜ ਕੱਲ੍ਹ ਜਿਸ ਤਰ੍ਹਾਂ ਆਪਾਂ ਮੰਤਰੀ ਕਹਿ ਸਕਦੇ, ਉਹ ਨਹੀਂ ਪਹੁੰਚੇ ਸੀਗੇ। ਉਹਨਾਂ ਨੇ ਹੋਣ ਨਹੀਂ ਦਿੱਤਾ। 2 ਲਾਈਨਾਂ ਪੜਾਂਗੇ ਨਪੋਲੀਅਨ ਦੀਆਂ। ਕਹਿੰਦਾ ਨਪੋਲੀਅਨ ਬੋਨਾਪਾਰਟ ਪਹਿਲਾ ਵਿਅਕਤੀ ਸੀ ਜਿਸ ਨੇ ਜਰਮਨੀ ਵਿੱਚ ਰਾਸ਼ਟਰੀਅਤਾ ਦੀ ਭਾਵਨਾ ਦਾ ਬੀਜ ਬੀਜਿਆ। ਯਾਨੀ ਕਿ ਉਹਨੇ ਲੋਕਾਂ ਦੇ ਵਿੱਚ ਏਕਤਾ ਭਰਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਸਾਰੇ ਇੱਕ ਹੋ। 1804 ਈਸਵੀ ਵਿੱਚ ਫਰਾਂਸ ਦਾ ਸਮਰਾਟ ਬਣਨ ਦੇ ਪਿੱਛੋਂ ਨਪੋਲੀਅਨ ਨੇ ਆਪਣੀ ਵਿਦੇਸ਼ ਨੀਤੀ ਨੂੰ ਤਾਂ ਮੌਲਿਕ ਸਿਧਾਂਤਾਂ ਤੇ ਆਧਾਰਿਤ ਕੀਤਾ। ਆਸਟਰੀਆ, ਪ੍ਰਸ਼ਾ, ਰੂਸ, ਇੰਗਲੈਂਡ ਵਰਗੇ ਮਹਾਨ ਤੇ ਸ਼ਕਤੀਸ਼ਾਲੀ ਦੇਸ਼ਾਂ ਦੀ ਸ਼ਕਤੀ ਦਾ ਦਮਨ ਕਰਨਾ ਅਤੇ ਦੂਜਾ ਕਮਜ਼ੋਰ ਅਤੇ ਛੋਟੇ ਰਾਜਾਂ ਦੀ ਸ਼ਕਤੀ ਨੂੰ ਵੱਧ ਕਰਨ ਦੀ ਉਹਨੇ ਕੋਸ਼ਿਸ਼ ਕੀਤੀ, ਬਟ ਉਹ ਇਸ ਦੇ ਵਿੱਚ ਸਫਲ ਨਾ ਹੋ ਸਕਿਆ। ਔਰ ਕਹਿੰਦਾ ਇਸ ਪ੍ਰਕਾਰ ਨਪੋਲੀਅਨ ਨੇ ਜਰਮਨ ਰਾਜਾਂ ਵਿੱਚ ਰਾਸ਼ਟਰਵਾਦ ਦੀ ਭਾਵਨਾ ਦੇ ਉਦੇ ਤੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਸ਼ੁਰੂਆਤ ਉਹਨੇ ਕੀਤੀ ਸੀ। ਬਾਅਦ ਵਿੱਚ ਇੱਕ ਪੁਆਇੰਟ ਹੈਗਾ ਕਿ ਜਿਹੜੀ ਵਿਆਨਾ ਸਮਝੌਤਾ ਹੋਇਆ ਸੀ। ਨੈਕਸਟ ਪੁਆਇੰਟ ਕਿ ਜਰਮਨ ਰਾਸ਼ਟਰਵਾਦ ਦੇ ਵਿਆਨਾ ਸਮਝੌਤਾ, ਵਾਟਰਲੂ ਦੇ ਯੁੱਧ ਵਿੱਚ
ਨੈਪੋਲੀਅਨ ਦੇ ਪਤਨ ਦੇ ਬਾਅਦ 1815 ਵਿੱਚ ਆਸਟਰੀਆ ਰਾਜਧਾਨੀ ਵਿਆਨਾ ਵਿੱਚ ਯੂਰਪੀਅਨ ਦੇਸ਼ਾਂ ਦੇ ਰਾਜਨੀਤਿਕ ਨੇਤਾਵਾਂ ਦਾ ਇੱਕ ਸੰਮੇਲਨ ਆਯੋਜਿਤ ਕੀਤਾ ਗਿਆ। ਬਟ ਕਹਿੰਦਾ ਇੱਥੇ ਇਹ ਜਿਹੜੇ ਪਹੁੰਚੇ ਨਹੀਂ ਤੇ ਇਹਨਾਂ ਨੇ ਇਹ ਜਿਹੜਾ ਜਰਮਨੀ ਦਾ ਏਕੀਕਰਨ ਨਹੀਂ ਹੋਣ ਦਿੱਤਾ। ਬਾਅਦ ਵਿੱਚ ਜਰਮਨੀ ਵਿੱਚ ਰਾਸ਼ਟਰੀ ਅੰਦੋਲਨ ਦਾ ਆਰੰਭ ਹੋ ਗਿਆ। ਬਸ 2 ਲਾਈਨਾਂ ਲਿਖਾਂਗੇ ਕਿ ਜਰਮਨੀ ਵਿਆਨਾ ਸਮਝੌਤੇ ਦੀ ਘੋਸ਼ਣਾ ਦੇ ਤੁਰੰਤ ਬਾਅਦ ਜਰਮਨ ਦੀ ਜਨਤਾ ਨੇ ਇਸ ਘੋਸ਼ਣਾ ਦੇ ਵਿਰੁੱਧ ਕ੍ਰਾਂਤੀ ਕਰ ਦਿੱਤੀ ਔਰ ਅੰਦੋਲਨ ਦੇ ਆਰੰਭ ਹੋਇਆ। ਉਸ ਤੋਂ ਬਾਅਦ ਸਿੱਧਾ ਆਪਾਂ ਪਾਵਾਂਗੇ ਜਰਮਨੀ ਉੱਤੇ 1830 ਦੀ ਕ੍ਰਾਂਤੀ ਦਾ ਪ੍ਰਭਾਵ। ਜਦੋਂ ਫਰਾਂਸ ਦੇ ਤੇ 1830 ਵਿੱਚ ਆਪਣੇ ਰਾਜਿਆਂ ਦੇ ਖਿਲਾਫ ਕ੍ਰਾਂਤੀ ਕੀਤੀ ਤਾਂ ਉਹਦਾ ਪ੍ਰਭਾਵ ਵੀ ਜਰਮਨੀ ਉੱਤੇ ਬਹੁਤ ਜ਼ਿਆਦਾ ਸੀ। ਉਹਦੇ ਨਾਲ ਉਹਨਾਂ ਦੇ ਮਨ ਵਿੱਚ ਵੀ, ਜਰਮਨੀ ਦੇ ਲੋਕਾਂ ਦੇ ਮਨ ਵਿੱਚ ਵੀ ਇਹ ਗੱਲ ਆਈ ਕਿ ਜੇਕਰ ਫਰਾਂਸ ਆਪਣੇ ਰਾਜਾਂ ਦੇ ਜਿਹੜੀ ਆਪਣੀ ਏਕਤਾ ਲਿਆ ਸਕਦਾ ਆਪਣੇ ਰਾਜਾਂ ਦੇ ਖਿਲਾਫ, ਆਪਣੇ ਸਮਰਾਟਾਂ ਦੇ ਖਿਲਾਫ ਅੰਦੋਲਨ ਕਰਕੇ, ਤੇ ਆਪਾਂ ਵੀ ਇਹ ਕੰਮ ਕਰ ਸਕਦੇ ਹਾਂ। ਉਸ ਤੋਂ ਬਾਅਦ 2 ਲਾਈਨਾਂ ਹੀ ਦੱਸੂਗੀ ਇਹਦੀਆਂ। ਸੰਨ 1848 ਦੀ ਕ੍ਰਾਂਤੀ, ਬਾਅਦ ਵਿੱਚ ਫਰਾਂਸ ਨੇ ਇੱਕ ਹੋਰ ਕ੍ਰਾਂਤੀ ਕੀਤੀ 1848। ਉਹਦੇ ਵੱਲ ਦੇਖ ਕੇ ਵੀ ਕਹਿੰਦਾ ਜਰਮਨੀ ਦੇ ਰਾਜਾਂ ਦੇ ਦੇਸ਼ ਭਗਤਾਂ ਨੂੰ ਵੀ ਕ੍ਰਾਂਤੀ ਦੇ ਲਈ ਉਤਸ਼ਾਹਿਤ ਕੀਤਾ ਔਰ ਇਸ ਕ੍ਰਾਂਤੀ ਦੇ ਨਤੀਜੇ ਵਜੋਂ ਆਸਟਰੀਆ ਦੇ ਚਾਂਸਲਰ ਮੈਟਰਨਿਖ ਦਾ ਪਤਨ ਹੋ ਗਿਆ ਤਾਂ ਉਸਨੂੰ ਤਿਆਗ ਪੱਤਰ ਦੇ ਕੇ ਇੰਗਲੈਂਡ ਜਾਣਾ ਪਿਆ ਫਰਾਂਸ ਵਿੱਚੋਂ। ਇਹ ਚੀਜ਼ ਨੂੰ ਵੇਖ ਕੇ ਨਾ ਜਰਮਨੀ ਦੇ ਜਿਹੜੇ ਲੋਕ ਸੀ ਉਹਨਾਂ ਦੇ ਮਨ ਵਿੱਚ ਵੀ ਆਪਣੇ ਦੇਸ਼ ਵਾਸਤੇ ਪਿਆਰ ਹੋਇਆ। ਬਾਅਦ ਵਿੱਚ ਕਹਿੰਦਾ ਵਿਲੀਅਮ ਪਹਿਲੇ ਦੀ ਤਾਜਪੋਸ਼ੀ ਹੋਈ। ਉਹਨੇ ਥੋੜੀ ਜਿਹੀ ਕੋਸ਼ਿਸ਼ ਕੀਤੀ ਕਿ ਕਿਉਂ ਨਾ ਆਪਾਂ ਸਾਰੇ ਜਰਮਨ ਨੂੰ ਇਕੱਠਾ ਕਰੀਏ। ਉਹਨੇ ਬਿਸਮਾਰਕ ਦੀ ਸਹਾਇਤਾ ਲਈ। ਇੱਥੇ ਹੋ ਜਾਣਾ ਬਿਸਮਾਰਕ ਆਪਣੇ ਸਮੇਂ ਦਾ ਬਹੁਤ ਕੁਸ਼ਲ ਤੇ ਕੂਟਨੀਤੀ ਵਾਲਾ ਨੇਤਾ ਸੀ। ਇੱਕ ਦੂਰਦਰਸ਼ੀ ਵਿਅਕਤੀ ਸੀ ਕਿਉਂਕਿ ਉਹ ਜਾਣਦਾ ਸੀ ਕਿ ਜਰਮਨ ਨੂੰ ਸਭ ਤੋਂ ਪਹਿਲਾਂ ਇੱਕ ਕਰਾਂਗੇ ਤੇ ਫੇਰ ਹੀ ਇਹਦੇ ਉੱਤੇ ਸਾਡਾ ਰਾਜ ਹੋਊਗਾ। ਕਹਿੰਦਾ ਇਹ ਪਹਿਲੇ ਸ਼ਾਸਨ ਕਾਲ ਦੇ ਸਮੇਂ ਫਰਾਂਸ ਵਿੱਚ ਪ੍ਰਜਾ ਰਾਜਦੂਤ ਵਜੋਂ ਕੰਮ ਕਰਦਾ ਸੀ। ਇਹ ਉਹਦਾ ਵੇਰਵਾ ਦਿੱਤਾ। ਅਸੀਂ ਇਹਦਾ ਕਰਾਂਗੇ ਕਿ ਉਹਨੇ ਕਿਹੜੇ ਕਿਹੜੇ ਕਦਮ ਉਠਾਏ। ਜਰਮਨੀ ਦੇ ਏਕੀਕਰਨ ਵਿੱਚ ਬਿਸਮਾਰਕ ਦਾ ਯੋਗਦਾਨ। ਕਹਿੰਦਾ ਚਾਂਸਲਰ ਉਹਨੂੰ ਨਾ ਜਿਹੜਾ ਹੈਗਾ ਸੀ ਨਾ ਵਿਲੀਅਮ ਉਹਦੀ ਤਾਜਪੋਸ਼ੀ ਤੋਂ ਬਾਅਦ ਉਹਨੇ ਬਿਸਮਾਰਕ ਨੂੰ ਚਾਂਸਲਰ ਬਣਾ ਦਿੱਤਾ ਸੀ ਆਪਣੇ ਰਾਜ ਦਾ। ਚਾਂਸਲਰ ਦਾ ਪਦ ਗ੍ਰਹਿਣ ਕਰਨ ਦੇ ਬਾਅਦ ਬਿਸਮਾਰਕ ਨੇ ਪ੍ਰਸ਼ਾ ਦੀ ਸੈਨਿਕ ਸ਼ਕਤੀ ਦਾ ਵਿਸਥਾਰ ਕੀਤਾ। ਸਭ ਤੋਂ ਪਹਿਲੇ ਉਹਨੇ ਪ੍ਰਸ਼ਾ ਇੱਕ ਰਾਜ ਸੀਗਾ ਉਹਦੇ ਵਿੱਚ ਸੈਨਿਕ ਸ਼ਕਤੀ ਵਿੱਚ ਵਾਧਾ ਕੀਤਾ। ਬਹੁਤ ਸਾਰੀ ਜਿਹੜੀ ਸੈਨਿਕ ਸ਼ਕਤੀ ਸੈਨਿਕ ਭਰਤੀ ਕੀਤੇ ਅਤੇ ਆਪਣੀ ਯੋਜਨਾ ਨੂੰ ਪੂਰਾ ਕਰਨ ਦੇ ਲਈ ਉਚਿਤ ਮੌਕੇ ਦੀ ਉਡੀਕ ਕਰਨ ਲੱਗਾ। ਜਦ ਕਿ ਸਮਰਾਟ ਵਿਲੀਅਮ ਪਹਿਲਾ ਤੇ ਚਾਂਸਲਰ ਬਿਸਮਾਰਕ ਦੇ ਰਾਜਨੀਤਿਕ ਵਿਚਾਰਾਂ ਵਿੱਚ ਸਮਾਨਤਾ ਸੀ। ਹੁਣ ਜਿਹੜਾ ਚਾਂਸਲਰ ਸੀਗਾ ਸਮਰਾਟ ਵਿਲੀਅਮ ਸੀਗਾ ਤੇ ਜਿਹੜਾ ਬਿਸਮਾਰਕ, ਇਹਨਾਂ ਦੋਨਾਂ ਦੇ ਵਿਚਾਰ ਬੜੇ ਰਲਦੇ ਸੀ। ਇਹ ਦੋਨੋਂ ਹੀ ਚਾਹੁੰਦੇ ਸੀ ਕਿ ਜਰਮਨੀ ਦਾ ਏਕੀਕਰਨ ਹੋ ਜੇ। ਕਹਿੰਦਾ ਕਿ ਜਿਹੜਾ ਬਿਸਮਾਰਕ ਹੈ ਉਹਨੂੰ ਸਮਰਾਟ ਦਾ ਪੂਰਾ ਸਹਿਯੋਗ ਮਿਲਿਆ ਔਰ ਬਿਸਮਾਰਕ ਦੀ ਕੂਟਨੀਤਿਕਾ, ਦੂਰਦਰਸ਼ਤਾ ਤੇ ਰਾਜਨੀਤੀ ਯੋਧਤਾ ਦਾ ਹੀ ਨਤੀਜਾ ਸੀ ਕਿ ਜਰਮਨ ਸਾਮਰਾਜ ਦਾ ਨਿਰਮਾਣ 6 ਸਾਲ ਦੇ ਸਮੇਂ ਵਿੱਚ ਪੂਰਨ ਹੋ ਗਿਆ। ਯਾਨੀ ਕਿ ਉਹਨੇ 6 ਸਾਲਾਂ ਦੇ ਵਿੱਚ ਜਿਹੜਾ ਜਰਮਨੀ ਵੱਖ-ਵੱਖ ਭਾਗਾਂ ਵਿੱਚ ਵੰਡਿਆ ਹੋਇਆ ਸੀ, ਆਪਸ ਵਿੱਚ ਇੱਥੋਂ ਦੇ ਜਿਹੜੇ ਛੋਟੇ-ਛੋਟੇ ਸਾਮਰਾਜ ਲੜਦੇ ਰਹਿੰਦੇ ਸੀ, ਉਹਨੇ 6 ਸਾਲਾਂ ਦੇ ਵਿੱਚ ਜਰਮਨੀ ਦਾ ਏਕੀਕਰਨ ਕਰ ਦਿੱਤਾ। ਕਹਿੰਦਾ ਇਸ ਛੋਟੇ ਜਿਹੇ ਸਮੇਂ ਵਿੱਚ ਪ੍ਰਸ਼ਾ ਦੀ ਸੈਨਾ ਨੂੰ 3 ਯੁੱਧ, ਹੁਣ ਉਹਨੇ ਏਕੀਕਰਨ ਤੇ ਕਰਨਾ ਸੀ, ਉਹਨੇ 3 ਯੁੱਧ ਕੀਤੇ, ਲੜਨੇ ਪਏ ਸਾਰੀ ਜਰਮਨੀ ਨੂੰ ਇੱਕ ਕਰਨ ਵਾਸਤੇ ਔਰ 3 ਯੁੱਧਾਂ ਵਿੱਚ ਹੀ ਉਹਨੂੰ ਸਫਲਤਾ ਪ੍ਰਾਪਤ ਹੋਈ। ਹੁਣ ਇਹਦੇ ਜਿਹੜੇ ਹੈਗੇ ਸੀ ਨਾ ਜਰਮਨ ਦੇ ਜਿਹੜੇ ਭਾਗ ਸੀਗੇ, ਜਾਣੀ ਕਿ ਛੋਟੇ-ਛੋਟੇ ਰਾਜ, ਉਹਨਾਂ ਉੱਤੇ ਕਿਸੇ ਨਾ ਕਿਸੇ ਰਾਜੇ ਦਾ ਨਾ ਕੰਟਰੋਲ ਸੀਗਾ। ਉਹ ਉਹਨਾਂ ਰਾਜਿਆਂ ਨੂੰ ਹਰਾ ਕੇ ਇਹਨਾਂ ਜਰਮਨ ਨੂੰ ਇੱਕ ਕਰਨਾ ਸੀ। ਸਭ ਤੋਂ ਪਹਿਲਾਂ ਹੈਗਾ ਡੈਨਮਾਰਕ ਨਾਲ ਯੁੱਧ ਕਰਨਾ ਪਿਆ ਬਿਸਮਾਰਕ ਨੂੰ। ਕਹਿੰਦਾ ਸ਼ਲੇਸ਼ਵਿੰਗ ਅਤੇ ਹੋਲਸਟਾਈਨ ਦੇ ਪ੍ਰਦੇਸ਼, ਡੈਨਮਾਰਕ ਇੱਕ ਕੰਟਰੀ ਹੈ ਛੋਟੀ ਜਿਹੀ ਜਿਹਦੇ ਅਧੀਨ ਨਾ ਜਰਮਨ ਦੇ 2 ਜਿਹੜੇ ਰਾਜ ਸੀ ਉਹਦੇ ਅਧੀਨ ਸੀਗੇ ਔਰ ਡੈਨਮਾਰਕ ਦੇ ਰਾਜਾਂ ਨੂੰ ਇਹਨਾਂ ਪ੍ਰਦੇਸ਼ਾਂ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰਨ ਦਾ ਅਧਿਕਾਰ ਨਹੀਂ ਸੀ। ਹੋਲਸਟਾਈਨ ਦੀ ਪੂਰੀ ਜਨਤਾ ਜਰਮਨ ਸੀ ਜਦ ਕਿ ਸ਼ਲੇਸ਼ਵਿੰਗ ਵਿੱਚ ਜਰਮਨ ਦੇ ਡੇਨ ਦੋਵਾਂ ਜਾਤੀਆਂ ਦੇ ਲੋਕ ਨਿਵਾਸ ਕਰਦੇ ਸੀ। ਇਸ ਪ੍ਰਕਾਰ ਡੈਨਮਾਰਕ ਦੇ ਰਾਜਾਂ ਦੀ ਸੁਰੱਖਿਆ ਵਿੱਚ ਇਹਨਾਂ ਪ੍ਰਦੇਸ਼ਾਂ ਦੀ ਅਲੱਗ ਹੋਂਦ ਸਵੀਕਾਰ ਸੀ। ਸੰਨ 1863 ਵਿੱਚ ਡੈਨਮਾਰਕ ਦੇ ਰਾਜਾ ਕ੍ਰਿਸਚੀਅਨ ਨੌਵੇਂ ਨੇ ਇਸ ਵਿਵਸਥਾ ਦਾ ਉਲੰਘਣ ਕਰਕੇ ਇਹਨਾਂ ਦੋਵਾਂ ਰਾਜਾਂ ਨੂੰ ਆਪਣੇ ਅਧੀਨ ਕਰ ਲਿਆ। ਇਸ ਤਰ੍ਹਾਂ ਕਹਿੰਦਾ ਇਹਨਾਂ ਪ੍ਰਾਂਤਾਂ ਦੀ ਜਿਹੜੀ ਜਨਤਾ ਸੀ ਉਹ ਡੈਨਮਾਰਕ ਦੇਸ਼ ਦੇ ਖਿਲਾਫ ਹੋ ਗਈ। ਉਹਦਾ ਮੌਕਾ ਜਿਹੜਾ ਸੀ ਫਿਰ ਬਿਸਮਾਰਕ ਨੇ ਉਠਾਇਆ ਤੇ ਉਹਦੇ ਨਾਲ ਯੁੱਧ ਕੀਤਾ ਡੈਨਮਾਰਕ ਨਾਲ ਔਰ ਇਹ ਬਿਸਮਾਰਕ ਜਿਹੜਾ ਸੀ ਇਹ ਜਿੱਤ ਗਿਆ ਸੀ। ਨੈਕਸਟ ਆਪਾਂ ਕਰਾਂਗੇ ਆਸਟਰੀਆ ਦਾ ਯੁੱਧ, ਕਿਉਂਕਿ 3 ਯੁੱਧ ਲੜਨੇ ਪਏ ਸੀ ਜਰਮਨੀ ਨੂੰ ਏਕੀਕਰਨ ਕਰਨ ਵਿੱਚ ਔਰ ਦੂਸਰਾ ਯੁੱਧ ਨੂੰ ਕੀਤਾ ਆਸਟਰੀਆ ਤੇ ਪ੍ਰਸ਼ਾ ਯੁੱਧ। ਕਹਿੰਦਾ ਕਿ ਜੂਨ 1866 ਵਿੱਚ ਆਸਟਰੀਆ ਤੇ ਪ੍ਰਸ਼ਾ ਦੇ ਵਿਚਕਾਰ ਇੱਕ ਯੁੱਧ ਹੋਇਆ। ਬਿਸਮਾਰਕ ਦੀ ਕੂਟਨੀਤੀ ਦੇ ਫਲਸਰੂਪ ਆਸਟਰੀਆ ਨੂੰ ਯੂਰਪ ਦੇ ਕਿਸੇ ਹੋਰ ਦੇਸ਼ ਤੋਂ ਸਹਾਇਤਾ ਪ੍ਰਾਪਤ ਨਾ ਹੋ ਸਕੀ। ਜਾਣੀ ਕਿ ਆਸਟਰੀਆ ਦਾ ਜਦੋਂ ਪ੍ਰਸ਼ਾ ਨਾਲ ਯੁੱਧ ਹੋਇਆ
ਤੇ ਬਿਸਮਾਰਕ ਨੇ ਇਸ ਤਰ੍ਹਾਂ ਦਾ ਮਾਹੌਲ ਪੈਦਾ ਕੀਤਾ ਕਿ ਆਸਟਰੀਆ ਨੂੰ ਕਿਸੇ ਵੀ ਯੂਰਪ ਦੇ ਦੇਸ਼ ਨੇ ਉਹਦੀ ਹੈਲਪ ਨਾ ਕੀਤੀ ਯੁੱਧ ਵਿੱਚ। ਔਰ ਇਹ ਯੁੱਧ ਕੇਵਲ 7 ਹਫ਼ਤੇ ਤੱਕ ਚੱਲਿਆ, ਇਸ ਲਈ ਇਸ ਨੂੰ 7 ਹਫ਼ਤੇ ਦਾ ਯੁੱਧ ਵੀ ਕਿਹਾ ਜਾਂਦਾ। ਆਸਟਰੀਆ ਦੀ ਸੈਨਿਕ ਸ਼ਕਤੀ ਬੇਹੱਦ ਕਮਜ਼ੋਰ ਹੋ ਗਈ। ਇਸ ਦੇ ਇਲਾਵਾ ਉਸਨੂੰ ਪ੍ਰਸ਼ਾ ਤੇ ਪੀਡਮਾਟ ਸਾਰਡੀਨੀਆ ਦੀਆਂ ਫੌਜਾਂ ਨਾਲ 2 ਅਲੱਗ ਮੋਰਚਿਆਂ ਤੇ ਲੜਨਾ ਪਿਆ। ਅੰਤਿਮ ਤੇ ਫੈਸਲਾਕੁਨ ਯੁੱਧ ਸੰਡੋਵਾ ਦੇ ਮੈਦਾਨ ਉੱਤੇ ਲੜਿਆ ਗਿਆ, ਜਿਸ ਵਿੱਚ 3 ਜੁਲਾਈ 1866 ਨੂੰ ਆਸਟਰੀਆ ਦੀ ਬੁਰੀ ਤਰ੍ਹਾਂ ਹਾਰ ਹੋ ਗਈ। ਇਹ ਵੀ ਇੱਕ ਮਤਲਬ ਯੁੱਧ ਕਰਨਾ ਪਿਆ, ਯਾਨੀ ਕਿ ਇਸ ਯੁੱਧ ਨੇ ਰਾਹ ਖੋਲ ਦਿੱਤਾ ਜਰਮਨੀ ਦੇ ਏਕੀਕਰਨ ਵਿੱਚ। ਨੈਕਸਟ ਆ ਗਿਆ ਫਰਾਂਸ ਤੇ ਪ੍ਰਸ਼ਾ ਦਾ ਯੁੱਧ। ਹੁਣ ਫਰਾਂਸ ਦੇ ਅਧੀਨ ਨਾ ਕੁਝ ਜਰਮਨੀ ਦੇ ਇਲਾਕੇ ਫਰਾਂਸ ਦੇ ਅਧੀਨ ਸੀ ਤੇ ਬਿਸਮਾਰਕ ਨੂੰ ਫਰਾਂਸ ਨਾਲ ਵੀ ਯੁੱਧ ਕਰਨਾ ਪਿਆ। ਕਹਿੰਦਾ ਕਿ ਯੁੱਧ ਵਿੱਚ ਪ੍ਰਸ਼ਾ ਦੀ ਜਿੱਤ ਦੇ ਨਤੀਜੇ, ਜਦੋਂ ਪ੍ਰਸ਼ਾ ਆਸਟਰੀਆ ਤੋਂ ਜਿੱਤ ਗਿਆ ਤੇ ਉਸਨੇ ਯੂਰਪੀ ਸ਼ਕਤੀ ਨੂੰ ਹੈਰਾਨ ਕਰ ਦਿੱਤਾ। ਇਸ ਦੇ ਉਲਟ ਨਪੋਲੀਅਨ ਤੀਜੇ ਦਾ ਸਨਮਾਨ ਅਤੇ ਪ੍ਰਸ਼ਾ ਨੂੰ ਗਹਿਰਾ ਘਾਤ ਪਹੁੰਚਿਆ। ਉਸਦੀ ਕਮਜ਼ੋਰ ਅਵਸਰਵਾਦੀ ਸਵਾਰਥੀ ਅਤੇ ਦੂਰਦਰਸ਼ੀਤਾਪੂਰਨ ਨੀਤੀ ਦੇ ਕਾਰਨ ਫਰਾਂਸ ਦੇ ਅੰਤਰਰਾਸ਼ਟਰੀ ਸਨਮਾਨ ਨੂੰ ਠੇਸ ਪਹੁੰਚੀ। ਅਸਲ ਵਿੱਚ ਇਹ ਬਿਸਮਾਰਕ ਦੀ ਕੂਟਨੀਤਿਕ ਜਿੱਤ ਸੀਗੀ। ਫਰਾਂਸ ਵਿੱਚ ਨਪੋਲੀਅਨ ਦੇ ਵਿਰੁੱਧ ਸੁਤੰਤਰ ਵਿਦਰੋਹ ਦਾ ਵਾਤਾਵਰਨ ਪੈਦਾ ਹੋ ਗਿਆ। ਇਸ ਲਈ ਇਹ ਕਿਹਾ ਜਾਂਦਾ ਹੈ ਕਿ ਸਡੋਵਾ ਦੇ ਯੁੱਧ ਵਿੱਚ ਆਸਟਰੀਆ ਦੀ ਨਹੀਂ ਬਲਕਿ ਫਰਾਂਸ ਦੀ ਹਾਰ ਹੋਈ। ਫਰਾਂਸ ਦੀ ਜਨਤਾ ਸਡੋਵਾ ਦੀ ਘਟਨਾ ਦਾ ਬਦਲਾ ਲੈਣ ਲਈ ਬਹੁਤ ਉਤਾਵਲੀ ਸੀ, ਜਾਣੀ ਕਿ ਜਿਹੜਾ ਬਿਸਮਾਰਕ ਸੀ ਉਹਨੇ ਫਰਾਂਸ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ, ਉਹਦੀ ਕੂਟਨੀਤੀ ਨੇ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰ ਦਿੱਤਾ ਕਿ ਫਰਾਂਸ ਆਪਣੀ ਜਨਤਾ ਦੇ ਉਹਦੇ ਅੰਦਰ ਅੰਦਰੂਨੀ ਵਿਦਰੋਹ ਪੈਦਾ ਹੋ ਗਿਆ, ਜਿਹਦੇ ਕਰਕੇ ਉਹ ਹਾਰ ਗਿਆ ਸੀ ਇਹਦੇ ਬਿਸਮਾਰਕ ਤੋਂ। ਕਹਿੰਦਾ ਕਿ ਇਸ ਤਰ੍ਹਾਂ ਨਪੋਲੀਅਨ ਦੇ ਸਾਹਮਣੇ ਫਰਾਂਸ ਦੇ ਸਨਮਾਨ ਨੂੰ ਦੁਬਾਰਾ ਪੈਦਾ ਕਰਨ ਵਾਸਤੇ ਜਨਤਾ ਦੇ ਅਸੰਤੋਸ਼ ਨੂੰ ਸ਼ਾਂਤ ਕਰਨ ਲਈ ਪ੍ਰਸ਼ਾ ਦੇ ਵਿਰੁੱਧ ਯੁੱਧ ਲੜਨ ਦੇ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਇਸ ਕਰਕੇ ਇਹਨੂੰ ਮਜਬੂਰਨ ਪ੍ਰਸ਼ਾ ਨਾਲ ਯੁੱਧ ਲੜਨਾ ਪਿਆ। ਬਿਸਮਾਰਕ ਵੀ ਫਰਾਂਸ ਦੇ ਵਿਰੁੱਧ ਯੁੱਧ ਨੂੰ ਜ਼ਰੂਰੀ ਸਮਝਦਾ ਸੀ। ਜਰਮਨੀ ਦੇ ਦੱਖਣੀ ਰਾਜ ਫਰਾਂਸ ਦੇ ਅਧੀਨ ਸਨ, ਵੀ ਜਿਹੜੇ ਉਹਦਾ ਦੱਖਣੀ ਸਾਈਡ ਹੀ ਨਾ ਜਰਮਨ ਦੀ, ਉਹ ਫਰਾਂਸ ਦੇ ਅਧੀਨ ਸੀ। ਇਹਨਾਂ ਰਾਜਾਂ ਨੂੰ ਨਵੇਂ ਬਣੇ ਜਰਮਨ ਸੰਘ ਵਿੱਚ ਸ਼ਾਮਲ ਕੀਤੇ ਬਿਨਾਂ ਜਰਮਨੀ ਦਾ ਏਕੀਕਰਨ ਪੂਰਾ ਨਹੀਂ ਸੀ ਹੋ ਸਕਦਾ। ਉਹ ਖੁਦ ਚਾਹੁੰਦਾ ਸੀ ਕਿ ਇਹ ਰਾਜ ਜਿਹੜੇ ਨੇ ਇਹਨਾਂ ਨੂੰ ਫਰਾਂਸ ਦੇ ਅਧੀਨ ਕੰਟਰੋਲ ਤੋਂ ਬਾਹਰ ਕੱਢ ਕੇ ਤੇ ਉਹਨੂੰ ਜਰਮਨ ਵਿੱਚ ਦੁਬਾਰਾ ਸ਼ਾਮਲ ਕੀਤਾ ਜਾਏ। ਇਸ ਪ੍ਰਕਾਰ ਫਰਾਂਸ ਤੇ ਪ੍ਰਸ਼ਾ ਦੋਵੇਂ ਯੁੱਧ ਪਹੁੰਚੇ ਯੁੱਧ ਚਾਹੁੰਦੇ ਸਨ। ਅੰਤ ਸਪੇਨ ਦੇ ਸਿੰਘਾਸਨ ਲਈ ਉੱਤਰਾਧਿਕਾਰੀ ਸੰਬੰਧੀ ਪੈਦਾ ਹੋਏ ਪ੍ਰਸ਼ਨ ਤੇ ਦੋਵਾਂ ਸ਼ਕਤੀਆਂ ਦੇ ਵਿਚਕਾਰ ਯੁੱਧ ਆਰੰਭ ਹੋਇਆ ਕਰਨ ਦਾ ਮੌਕਾ ਪ੍ਰਦਾਨ ਕੀਤਾ ਗਿਆ, ਯਾਨੀ ਕਿ ਇਹਨਾਂ ਦੋਨਾਂ ਦਾ ਯੁੱਧ ਹੋਇਆ। ਨੈਕਸਟ ਆ ਗਿਆ ਫਰੈਂਕਫਰਟ ਦੀ ਸੰਧੀ। ਜਦੋਂ ਫਰਾਂਸ ਜਿਹੜਾ ਸੀ ਪੂਰੀ ਤਰ੍ਹਾਂ ਹਾਰ ਗਿਆ ਤਾਂ ਉਹਦੇ ਕੋਲ ਇੱਕ ਸੰਧੀ ਕਰਵਾਈ ਗਈ ਜਿਹਨੂੰ ਫਰੈਂਕਫਰਟ ਦੀ ਸੰਧੀ ਕਿਹਾ ਜਾਂਦਾ। 2 ਮਾਰਕਸ ਦਾ ਕੁਐਸਚਨ ਵੀ ਆ ਜਾਂਦਾ, ਇਹਦੇ ਵਿੱਚ ਵੀ ਪੁਆਇੰਟ ਦੇਣਾ ਕਿ 1970 ਨੂੰ ਫਰਾਂਸ ਦੇ ਪ੍ਰਸ਼ਾ ਵਿਚਕਾਰ ਜਿਹੜਾ ਫਰੈਂਕਫਰਟ ਦੀ ਸੰਧੀ ਹੋਈ। ਇਸ ਦੀ ਸ਼ਰਤਾਂ ਦੇ ਅਨੁਸਾਰ ਅਲਸਾਸ ਅਤੇ ਲਰੇਨ ਪ੍ਰਦੇਸ਼ਾਂ ਤੋਂ ਫਰਾਂਸ ਨੂੰ ਆਪਣਾ ਅਧਿਕਾਰ ਛੱਡਣਾ ਪਿਆ, ਯਾਨੀ ਕਿ ਫਰਾਂਸ ਦੇ ਅਧੀਨ ਜਿਹੜੇ 2 ਇਲਾਕੇ ਸੀਗੇ, ਰਾਜ ਸੀਗੇ, ਉਹਨਾਂ ਨੂੰ ਉਹਨੇ ਛੱਡ ਦਿੱਤਾ। ਜਿਹੜੀ ਯੁੱਧ ਦੇ ਵਿੱਚ ਜਿਹੜਾ ਦੇਸ਼ ਹਾਰਦਾ ਨਾ ਉਹਨੂੰ ਜਿਹੜਾ ਜਿੱਤਿਆ ਹੋਇਆ ਦੇਸ਼ ਉਹਦੀ ਹਾਨੀ ਪੂਰਤੀ ਕਰਨੀ ਪੈਂਦੀ, ਯਾਨੀ ਕਿ ਜਿੰਨਾ ਨੁਕਸਾਨ ਹੋਇਆ ਹੁੰਦਾ ਵਾ ਉਹਨੂੰ ਪੈਸੇ ਭਰਨੇ ਪੈਂਦੇ ਆ। ਕਹਿੰਦਾ ਫਰਾਂਸ ਇੱਕ ਪਾਸੇ ਦਾ ਹਾਰ ਗਿਆ, ਦੂਸਰੇ ਪਾਸੇ ਉਹਨੂੰ ਹਾਨੀ ਪੂਰਤੀ ਦੇ ਵਾਸਤੇ 500 ਕਰੋੜ ਫਰੈਂਕ ਦੀ ਧਨ ਰਾਸ਼ੀ ਫਰਾਂਸ ਨੇ ਜਰਮਨ ਨੂੰ ਦੇਣ ਦਾ ਵਚਨ ਕੀਤਾ, ਯਾਨੀ ਕਿ ਉਹਨੂੰ ਦੇਣੀ ਪਈ। ਔਰ ਇਸ ਧਨ ਰਾਸ਼ੀ ਦੇ ਭੁਗਤਾਨ ਦਾ ਸਮਾਂ ਵੱਧ ਤੋਂ ਵੱਧ 3 ਸਾਲ ਨਿਸ਼ਚਿਤ ਕੀਤਾ ਗਿਆ। ਇਹ ਵੀ ਨਿਸ਼ਚਿਤ ਕੀਤਾ ਗਿਆ ਕਿ ਇਸ ਸਮੇਂ ਵਿੱਚ ਜਰਮਨੀ ਦੀ ਇੱਕ ਸੈਨਿਕ ਟੁਕੜੀ ਫਰਾਂਸ ਵਿੱਚ ਰਹੇਗੀ। ਹੁਣ ਜਦੋਂ ਸੰਧੀ ਹੁੰਦੀ ਹੈ ਨਾ, ਜਿਹੜਾ ਜਿੱਤਿਆ ਦੇਸ਼ ਹੈ ਨਾ, ਜਿਹੜੇ ਹਾਰੇ ਦੇਸ਼ ਉਹਨਾਂ ਨੂੰ ਉਹਦੀਆਂ ਸਾਰੀਆਂ ਗੱਲਾਂ ਮਨਜ਼ੂਰ ਕਰਨੀਆਂ ਪੈਂਦੀਆਂ। ਔਰ ਜਿਹੜਾ ਹੈਗਾ ਸੀ ਬਿਸਮਾਰਕ, ਉਹਨੇ ਇਹ ਵੀ ਮਨਜ਼ੂਰ ਕਰਵਾਇਆ ਕਿ ਸਾਡੀ ਇੱਕ ਸੈਨਿਕ ਸ਼ਕਤੀ ਫਰਾਂਸ ਵਿੱਚ ਰਹੇਗੀ, ਉਹਦਾ ਖਰਚਾ ਫਰਾਂਸ ਦੀ ਗਵਰਨਮੈਂਟ ਦੇਊਗੀ ਔਰ ਉਹਨਾਂ ਦਾ ਖਰਚਾ ਜਿਹੜਾ ਸਰਕਾਰ ਦੇਗੀ। ਜਰਮਨ ਸਮਰਾਜ ਦੀ ਘੋਸ਼ਣਾ। ਹੁਣ ਜਿਹੜਾ ਸੀ ਸਾਰਾ ਜਰਮਨ ਜਿਹੜਾ ਕਿ ਵੱਖ-ਵੱਖ ਰਾਜਾਂ ਵਿੱਚ ਬਦਲਿਆ ਸੀ, ਇੱਕ ਸੰਘ ਬਣ ਗਿਆ ਔਰ ਉਹਦੀ ਘੋਸ਼ਣਾ ਕੀਤੀ ਗਈ। ਸਡਾਨ ਦੇ ਯੁੱਧ ਵਿੱਚ ਫਰਾਂਸ ਦੀ ਹਾਰ ਪਿੱਛੋਂ ਜਰਮਨੀ ਦੇ ਦੱਖਣੀ ਰਾਜਾਂ ਨੂੰ ਫਰਾਂਸ ਦੀ ਅਧੀਨਤਾ ਤੋਂ ਮੁਕਤ ਹੋਣ ਦੀ ਘੋਸ਼ਣਾ ਕੀਤੀ ਗਈ ਅਤੇ ਇਹਨਾਂ ਰਾਜਾਂ ਨੂੰ ਜਰਮਨ ਸੰਘ ਵਿੱਚ ਸ਼ਾਮਲ ਕਰ ਲਿਆ ਗਿਆ। ਇਸ ਦੇ ਨਾਲ ਹੀ ਜਰਮਨ ਦਾ ਏਕੀਕਰਨ ਪੂਰਾ ਹੋ ਗਿਆ ਤੇ ਜਰਮਨੀ ਲਈ ਇੱਕ ਸੰਘੀ ਸੰਵਿਧਾਨ ਦੀ ਰਚਨਾ ਕੀਤੀ ਗਈ। ਇਸ ਸੰਵਿਧਾਨ ਦੇ ਅਨੁਸਾਰ ਪ੍ਰਸ਼ਾ ਤੇ ਸਮਰਾਟ ਵਿਲੀਅਮ ਪਹਿਲੇ ਨੂੰ ਜਰਮਨ ਸਾਮਰਾਜ ਦਾ ਸਮਰਾਟ ਘੋਸ਼ਿਤ ਕੀਤਾ ਗਿਆ ਔਰ 8 ਜਨਵਰੀ 1871 ਈਸਵੀ ਨੂੰ ਵਰਸਾਏ ਦੇ ਸ਼ਾਹੀ ਮਹਿਲ ਵਿੱਚ ਵਿਲੀਅਮ ਪਹਿਲੇ ਦੀ ਤਾਜਪੋਸ਼ੀ ਉਤਸਵ ਬੜੇ ਧੂਮਧਾਮ ਨਾਲ ਮਨਾਇਆ ਗਿਆ। ਇਹ ਸੀਗਾ ਜਰਮਨ ਦਾ ਏਕੀਕਰਨ। ਨੈਕਸਟ 10 ਮਾਰਕਸ ਦਾ ਕੁਐਸਚਨ ਇਹ ਜ਼ਰੂਰ ਆਉਂਦਾ, ਇਟਲੀ ਦਾ ਏਕੀਕਰਨ। ਇਟਲੀ ਜਿਹੜੀ ਸੀ ਜਿਸ ਤਰ੍ਹਾਂ ਕਿ ਜਰਮਨ ਜਿਹੜਾ ਸੀ ਉਹ ਰੋਮਨ ਸਮਰਾਜ ਦੇ ਅਧੀਨ ਸੀ, ਇਸੇ ਤਰ੍ਹਾਂ ਇਟਲੀ ਜਿਹੜੀ ਸੀ ਉਹ ਵੀ ਰੋਮਨ ਗਣਰਾਜ ਦੀ ਸਥਾਪਨਾ ਸੀ ਇਹਦੇ ਉੱਤੇ, ਜਾਣੀ ਕਿ ਰੋਮਨਾਂ ਦਾ ਇਹਦੇ ਉੱਤੇ ਪੂਰੀ ਤਰ੍ਹਾਂ ਕਬਜ਼ਾ ਸੀ ਤੇ ਇਸ ਕਰਕੇ ਇਟਲੀ ਵੀ ਜਿਹੜਾ ਸੀ ਵੱਖ-ਵੱਖ ਭਾਗਾਂ ਵਿੱਚ ਵੰਡਿਆ ਸੀ, ਵੱਖ-ਵੱਖ ਰਾਜਾਂ ਵਿੱਚ ਵੰਡਿਆ ਸੀ। ਇਹਦਾ ਥੋੜਾ ਆਪਾਂ
5-7 ਲਾਈਨਾਂ ਪੜਾਂਗੇ। ਕਹਿੰਦਾ ਕਿ 3 ਸਦੀ ਈਸਾ ਪੂਰਵ ਵਿੱਚ ਇਟਲੀ ਵਿੱਚ ਗਣਤੰਤਰ ਦੀ ਸਥਾਪਨਾ ਭਾਵੇਂ ਹੋ ਚੁੱਕੀ ਸੀ, ਇਸ ਰਾਜ ਨੂੰ ਰੋਮਨ ਗਣਰਾਜ ਕਿਹਾ ਜਾਂਦਾ, ਯਾਨੀ ਕਿ ਪਹਿਲੋਂ ਇਟਲੀ ਇੱਕ ਸੀਗਾ, ਬਾਅਦ ਵਿੱਚ ਕਿਸੇ ਕਾਰਨ ਇਟਲੀ ਦੀ ਏਕਤਾ ਜਿਹੜੀ ਭੰਗ ਹੋ ਗਈ ਕਿ ਪਰੰਤੂ ਈਸਾ ਤੋਂ 27 ਵਰੇ ਪਹਿਲਾਂ ਜੂਲੀਅਸ ਸੀਜ਼ਰ ਨਾਂ ਦੇ ਇੱਕ ਬਹਾਦਰ ਜਰਨੈਲ ਨੇ ਗਣਰਾਜ ਨੂੰ ਖਤਮ ਕਰ ਦਿੱਤਾ, ਯਾਨੀ ਕਿ ਇਟਲੀ ਦਾ ਏਕੀਕਰਨ ਪਹਿਲੋਂ ਖਤਮ ਹੋਇਆ, ਵੱਖ-ਵੱਖ ਭਾਗਾਂ ਵਿੱਚ ਵੰਡਿਆ ਗਿਆ ਔਰ ਰਾਜਤੰਤਰ ਦੀ ਸਥਾਪਨਾ ਕੀਤੀ ਗਈ। ਉਸਦੇ ਸਾਮਰਾਜ ਨੂੰ ਰੋਮਨ ਸਾਮਰਾਜ ਕਿਹਾ ਜਾਣ ਲੱਗ ਗਿਆ। ਜੂਲੀਅਸ ਸੀਜ਼ਰ ਅਤੇ ਉਸਦੇ ਉੱਤਰਾਧਿਕਾਰੀਆਂ ਨੇ ਰੋਮਨ ਸਾਮਰਾਜ ਦੇ ਗੌਰਵ ਵਿੱਚ ਕਾਫੀ ਵਾਧਾ ਕੀਤਾ। ਸਮਾਂ ਪੈਣ ਤੇ ਰੋਮਨ ਸਾਮਰਾਜ ਦਾ ਪਤਨ ਹੋ ਗਿਆ ਅਤੇ 5ਵੀਂ ਸਦੀ ਤੱਕ ਇੱਥੇ ਪੋਪ ਦਾ ਪ੍ਰਭਾਵ ਬਹੁਤ ਵੱਧ ਗਿਆ। ਪਵਿੱਤਰ ਰੋਮਨ ਸਾਮਰਾਜ ਦੇ ਪੋਪ ਵਿਚਕਾਰ ਆਪਸੀ ਈਰਖਾ ਦੇ ਕਾਰਨ ਇਟਲੀ ਵਿੱਚ ਅਸ਼ਾਂਤੀ ਫੈਲ ਗਈ। ਮੱਧ ਯੁੱਗ ਵਿੱਚ ਆਪਣੀਆਂ ਕਮਜ਼ੋਰੀਆਂ ਦੇ ਕਾਰਨ ਇਟਲੀ ਵਿਦੇਸ਼ੀ ਹਮਲਾਵਰ ਜਿਹੜੇ ਲੋਕ ਵਿਦੇਸ਼ੀ ਲੋਕ ਸੀ, ਇਹਨਾਂ ਤੇ ਹਮਲਾ ਕਰਦੇ ਸੀ ਔਰ ਇਹਦੇ ਨਾਲ ਇਟਲੀ ਜਿਹੜਾ ਸੀ ਯੁੱਧ ਦਾ ਅਖਾੜਾ ਬਣ ਗਿਆ। ਵਕਤ ਦੀ ਰਫ਼ਤਾਰ ਦੇ ਨਾਲ ਨਾਲ ਇਟਲੀ ਦੀ ਏਕਤਾ ਭੰਗ ਹੋ ਗਈ ਔਰ ਇਹ ਮਹਾਨ ਦੇਸ਼ ਕਈ ਹਿੱਸਿਆਂ ਵਿੱਚ ਵੰਡਿਆ ਗਿਆ ਔਰ ਇਹਦਾ ਜਿਹੜਾ ਉੱਤਰੀ ਭਾਗ ਸੀ ਉਹਦੇ ਤੇ ਆਸਟਰੀਆ ਦਾ ਅਧਿਕਾਰ ਸੀ ਤੇ ਜਿਹੜਾ ਇਹਦਾ ਹੈਗਾ ਸੀ ਜਿਹੜਾ ਉਹਦਾ ਇਟਲੀ ਦਾ ਵਿਚਕਾਰਲਾ ਭਾਗ ਸੀ ਉਹ ਪੋਪ ਦੇ ਅਧੀਨ ਸੀ। ਇਸ ਤਰ੍ਹਾਂ ਪੋਪ ਦੇ ਅਧੀਨ ਹੋਣ ਕਰਕੇ ਇਟਲੀ ਦੇ ਵਿੱਚ ਨਾ ਲੋਕ ਬੜੇ ਰੂੜੀਵਾਦੀ ਤੇ ਅੰਧ ਵਿਸ਼ਵਾਸੀ ਸੀਗੇ। ਨੈਕਸਟ ਕਹਿੰਦਾ ਇਟਲੀ ਦੇ ਏਕੀਕਰਨ 3 ਪੜਾਵਾਂ ਭਿੰਨ ਪੜਾਅ ਸੀਗੇ। ਪਹਿਲਾ ਪੜਾਅ, ਦੂਜਾ ਪੜਾਅ, ਤੀਜਾ ਪੜਾਅ। ਪਹਿਲੋਂ ਜਿਹੜਾ ਨਪੋਲੀਅਨ ਬੋਨਾਪਾਰਟ ਸੀ ਉਹਨੇ ਥੋੜੀ ਜਿਹੀ ਕੋਸ਼ਿਸ਼ ਕੀਤੀ, ਉਹਨੇ ਬੁਰਬੋ ਵੰਸ਼ ਦੇ ਜਿਹੜੇ ਸ਼ਾਸਕ ਸੀ ਉਹਨਾਂ ਦੀ ਤਾਕਤ ਨੂੰ ਬਿਲਕੁਲ ਸਮਾਪਤ ਕਰ ਦਿੱਤਾ ਤੇ ਛੋਟੇ ਰਾਜਾਂ ਨੂੰ ਫਰਾਂਸ ਦੇ ਅਧੀਨ ਕਰਤਾ। ਜਿਹੜਾ ਨਪੋਲੀਅਨ ਫਰਾਂਸ ਦਾ ਸੀ ਨਾ, ਉਹਨੇ ਇਟਲੀ ਦਾ ਜਿਹੜਾ ਬੁਰਬੋ ਵੰਸ਼ ਦੇ ਲੋਕ ਉਹਨਾਂ ਨੂੰ ਖਤਮ ਕਰਕੇ ਥੋੜੇ ਜਿਹੇ ਭਾਗਾਂ ਉੱਤੇ ਫਰਾਂਸ ਦਾ ਕੰਟਰੋਲ ਹੋ ਗਿਆ। ਇਸ ਤਰ੍ਹਾਂ ਜਿਹੜੀ ਸੀ ਇਟਲੀ ਵਿੱਚ ਇੱਕੋ ਜਿਹੇ ਕਾਨੂੰਨ ਅਤੇ ਸ਼ਾਸਨ ਪ੍ਰਣਾਲੀ ਲਾਗੂ ਕਰਕੇ ਇਟਲੀ ਲਈ ਏਕੀਕਰਨ ਦਾ ਰਸਤਾ ਸਾਫ਼ ਕਰ ਦਿੱਤਾ। ਇਸ ਰਾਜਨੀਤਿਕ ਏਕਤਾ ਦੇ ਪਰਿਣਾਮਸਵਰੂਪ ਇਟਲੀ ਦੇ ਲੋਕਾਂ ਵਿੱਚ ਰਾਸ਼ਟਰਵਾਦ ਦੀਆਂ ਭਾਵਨਾ ਜਾਗਰਤ ਹੋਈਆਂ, ਜਾਣੀ ਕਿ ਜਰਮਨ ਵਿੱਚ ਵੀ ਨਪੋਲੀਅਨ ਨੇ ਸ਼ੁਰੂਆਤ ਕੀਤੀ ਸੀ ਔਰ ਇਟਲੀ ਵਿੱਚ ਵੀ ਨਪੋਲੀਅਨ ਨੇ ਹੀ ਸ਼ੁਰੂਆਤ ਕੀਤੀ ਸੀ। ਔਰ ਆਉਣ ਵਾਲੇ ਸਮੇਂ ਵਿੱਚ ਇੱਥੋਂ ਦੇ ਦੇਸ਼ ਭਗਤਾਂ ਨੇ ਇਟਲੀ ਦੇ ਵੱਖ-ਵੱਖ ਭਾਗਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਇਕਮੁੱਠ ਕਰਕੇ ਇਟਲੀ ਦਾ ਏਕੀਕਰਨ ਸੰਪੂਰਨ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ। ਕਹਿੰਦਾ ਕਿ ਜਦੋਂ ਨਪੋਲੀਅਨ ਬੋਨਾਪਾਰਟ ਜਿਹੜਾ ਸੀ ਨਾ ਇਟਲੀ ਦੇ ਰਾਜਾਂ ਉੱਤੇ ਅਧਿਕਾਰ ਕਰਨਾ ਇੱਕ ਤਰ੍ਹਾਂ ਨਾਲ ਵਰਦਾਨ ਸਿੱਧ ਹੋਇਆ, ਕਿਉਂਕਿ ਉਸਨੇ ਇਟਲੀ ਦੇ ਸਾਰੇ ਰਾਜਾਂ ਵਿੱਚ ਇੱਕ ਸਮਾਨ ਕਾਨੂੰਨ ਅਤੇ ਸ਼ਾਸਨ ਵਿਵਸਥਾ ਸਥਾਪਿਤ ਕਰਕੇ ਉੱਥੋਂ ਦੇ ਲੋਕਾਂ ਨੂੰ ਰਾਜਨੀਤਿਕ ਏਕਤਾ ਦੇ ਸੂਤਰ ਵਿੱਚ ਪਰੋ ਦਿੱਤਾ। ਹੁਣ ਨਪੋਲੀਅਨ ਬੋਨਾਪਾਰਟ ਨੇ ਇੱਕ ਵਾਰੀ ਇਹਦਾ ਏਕੀਕਰਨ ਕੀਤਾ ਹੈ, ਬਟ ਬਾਅਦ ਵਿੱਚ ਕੀ ਹੋਇਆ, ਜਦੋਂ ਨਪੋਲੀਅਨ ਬੋਨਾਪਾਰਟ ਦਾ ਪਤਨ ਹੋ ਗਿਆ ਉਸ ਤੋਂ ਬਾਅਦ ਜਿਹੜੀ ਵਿਆਨਾ ਕਾਂਗਰਸ ਸੀ ਨਾ, ਉਹਨੇ ਇਹਦੀ ਏਕਤਾ ਫਿਰ ਭੰਗ ਕਰ ਦਿੱਤੀ ਇਟਲੀ ਦੀ। ਜਿਵੇਂ ਉਹਨੇ ਜਰਮਨ ਦੀ ਏਕਤਾ ਭੰਗ ਕੀਤੀ, ਉਸੇ ਤਰ੍ਹਾਂ ਨੇ ਇਟਲੀ ਦੀ ਏਕਤਾ ਭੰਗ ਕਰ ਦਿੱਤੀ ਔਰ ਜਿਹੜੀ ਇਟਲੀ ਵਿੱਚ ਪਹਿਲਾਂ ਵਾਲੀ ਵਿਵਸਥਾ ਹੋ ਗਈ, ਕੁਝ ਰਾਜ ਪੋਪ ਦੇ ਅਧੀਨ ਹੋ ਗਏ, ਕੁਝ ਸਮਰਾਟ ਦੇ ਅਧੀਨ ਹੋ ਗਏ, ਕੁਝ ਫਰਾਂਸ ਦੇ ਅਧੀਨ ਹੋ ਗਏ। ਕਹਿੰਦਾ ਬਾਅਦ ਵਿੱਚ ਮੈਟਰਨਿਖ ਨਾਂ ਦਾ ਇੱਕ ਹੈਗਾ ਸੀ ਉਸ ਸਮੇਂ ਦਾ ਦੇਸ਼ ਭਗਤ, ਜਿਨੇ ਇਹ ਕਿਹਾ ਕਿ ਇਟਲੀ ਨੂੰ ਇੱਕ ਭੂਗੋਲਿਕ ਚਿੰਨ੍ਹ ਮਾਤਰ ਕਹਿਣਾ ਆਰੰਭ ਕਰ ਦਿੱਤਾ। ਨਪੋਲੀਅਨ ਦੀ ਅਵਸਥਾ ਤੋਂ ਪੂਰਵ ਦੇ ਹਾਕ ਨਾਲ ਆਪਣੇ ਰਾਜਾਂ 'ਚ ਫਿਰ ਨਿਰੰਕੁਸ਼ ਰਾਜ ਸਥਾਪਿਤ ਕਰਕੇ ਪਿਛਾਂਹ ਖਿੱਚੂ ਨੀਤੀਆਂ ਲਾਗੂ ਕਰਦੀਆਂ, ਬਟ ਮੈਜਨੀ ਸੀ ਨਾ, ਉਹਨੇ ਇਹਦੇ ਵਿੱਚ ਬੜਾ ਯੋਗਦਾਨ ਪਾਇਆ। ਜਿਸ ਤਰ੍ਹਾਂ ਜਰਮਨੀ ਦੇ ਏਕੀਕਰਨ ਜਿਹੜਾ ਬਿਸਮਾਰਕ ਨੇ ਕਰਾਇਆ ਸੀ, ਇਹਦਾ ਏਕੀਕਰਨ ਜਿਹੜਾ ਮੈਜਨੀ ਨੇ ਕਰਾਇਆ ਸੀ ਔਰ ਮੈਜਨੀ ਨੇ ਵਿਆਨਾ ਕਾਂਗਰਸ ਦੇ ਫੈਸਲੇ ਤੋਂ ਬਾਅਦ ਇਟਲੀ ਦੀ ਹਾਲਤ ਬਾਰੇ ਕਿਹਾ ਕਿ ਸਾਡਾ ਦੇਸ਼ ਆ, ਸਾਡੀ ਆਜ਼ਾਦੀ, ਸਾਡਾ ਭਾਈਚਾਰਾ ਖਤਮ ਕਰ ਦਿੱਤਾ। ਕਿੰਨੇ? ਵਿਆਨਾ ਕਾਂਗਰਸ ਨੇ। ਉਹਨੇ ਇਹ ਵੀ ਕਿਹਾ ਕਿ ਸਾਡੀਆਂ ਸੁਵਿਧਾਵਾਂ ਨੂੰ ਇੱਕ ਘੇਰੇ ਵਿੱਚ ਕੈਦ ਕਰਕੇ ਉਹਨਾਂ ਦੀ ਡੋਰ ਅਜਿਹੇ ਆਦਮੀਆਂ ਦੇ ਹੱਥ ਥਮਾ ਦਿੱਤੀ ਹੈ ਜੋ ਸਾਡੇ ਲਈ ਅਣਜਾਣ ਹਨ, ਜਿਨ੍ਹਾਂ ਨੂੰ ਸਾਡੀਆਂ ਪ੍ਰਵਿਰਤੀਆਂ, ਇੱਛਾਵਾਂ ਤੇ ਚਾਹਤਾਂ ਬਾਰੇ ਕੁਝ ਨਹੀਂ ਪਤਾ। ਕਹਿੰਦਾ ਇਹਦੀ ਏਕੀਕਰਨ ਵਿੱਚ 3 ਦੇਸ਼ ਭਗਤ ਸੀਗੇ, ਗੈਰੀਬਾਲਡੀ, ਕਬੂਰ ਤੇ ਮੈਜਨੀ। ਇਹਨਾਂ ਨੇ ਇਟਲੀ ਦੇ ਏਕੀਕਰਨ ਦਾ ਪੂਰਾ ਭਾਰ ਚੁੱਕ ਲਿਆ, ਜਿਸ ਵਿੱਚ ਅੰਤ ਵਿੱਚ ਸਫਲ ਵੀ ਹੋਏ। ਉਹਨਾਂ ਨੇ ਇਹਦਾ ਏਕੀਕਰਨ ਕੀਤਾ ਔਰ ਇਟਲੀ ਦੇ ਬਹੁਤ ਸਾਰੇ ਕਵੀ ਤੇ ਦਾਰਸ਼ਨਿਕ ਸੀਗੇ, ਜਿਹੜੇ ਵਿਦਵਾਨ ਸੀ, ਉਹਨਾਂ ਨੇ ਵੀ ਇਹਦੀ ਏਕੀਕਰਨ ਵਿੱਚ ਯੋਗਦਾਨ ਪਾਇਆ। ਉਹਨਾਂ ਨੇ ਆਪਣੀਆਂ ਕਵਿਤਾਵਾਂ ਅਤੇ ਭਾਸ਼ਾ ਰਾਹੀਂ ਜਨਤਾ ਨੂੰ ਮਾਨਸਿਕ ਰੂਪ ਵਿੱਚ ਕ੍ਰਾਂਤੀ ਲਈ ਤਿਆਰ ਕੀਤਾ। ਮੈਜਨੀ ਗੈਰੀਬਾਲਡੀ ਜਹਾ ਇੱਕ ਵਿਦਵਾਨ ਅਤੇ ਦੇਸ਼ ਭਗਤ ਸੀ, ਜਿਸ ਦੀ ਇਟਲੀ ਦਾ ਪੜ੍ਹਿਆ ਲਿਖਿਆ ਵਰਗ ਬਹੁਤ ਇੱਜ਼ਤ ਕਰਦਾ ਸੀ, ਯਾਨੀ ਕਿ ਲੋਕ ਜਿਹੜੇ ਐਜੂਕੇਟਡ ਲੋਕ ਸੀ ਉਹਦਾ ਬਹੁਤ ਸਨਮਾਨ ਕਰਦੇ ਸੀਗੇ ਔਰ ਉਸਨੇ ਸਾਹਿਤਿਕ ਤੇ
ਰਾਸ਼ਟਰੀ ਪੁਨਰ ਜਾਗਰਤੀ ਲਈ ਇੱਕ ਜ਼ੋਰਦਾਰ ਅੰਦੋਲਨ ਆਰੰਭ ਕੀਤਾ, ਜੋ ਇਤਿਹਾਸ ਵਿੱਚ ਰਿਸਰੈਜੀਮੈਂਟੋ ਦੇ ਨਾਲ ਪ੍ਰਸਿੱਧ ਹੋਇਆ। ਹੁਣ ਇਹਦਾ ਪਹਿਲਾ ਪੜਾਅ ਕੀ ਸੀ? ਕਾਰਬੋਨਰੀ ਵਿਦਰੋਹ ਕੀਤਾ ਗਿਆ। ਇਹਦੀ ਏਕੀਕਰਨ ਨੂੰ ਪੱਕਾ ਕਰਨ ਵਾਸਤੇ ਸਭ ਤੋਂ ਪਹਿਲਾਂ ਇੱਕ ਕਾਰਬੋਨਰੀ ਵਿਦਰੋਹ ਕੀਤਾ ਗਿਆ, ਜਿਹੜਾ ਕਿ ਇਟਲੀ ਦੇ ਦੇਸ਼ ਭਗਤਾਂ ਵੱਲੋਂ ਕੀਤਾ ਗਿਆ। ਉੱਥੇ ਕੀਤਾ ਗਿਆ ਜਿਹੜੇ ਉਹਦੇ ਕੁਝ ਜਿਹੜੇ ਰਾਜ ਸੀਗੇ ਉਹ ਕਿਸੇ ਦੂਸਰੇ ਦੇਸ਼ ਦੇ ਅਧੀਨ ਸੀ, ਉੱਥੇ ਉਹਨਾਂ ਨੇ ਇਹਦੇ ਬਾਰੇ ਵਿਦਰੋਹ ਕੀਤਾ। ਇਹਨੂੰ ਕਹਿੰਦੇ ਕਾਰਬੋਨਰੀ ਵਿਦਰੋਹ। ਇਹਨਾਂ ਨੇ ਜਿਹੜੇ ਤਿੰਨੇ ਦੇਸ਼ ਭਗਤ ਸੀ ਨਾ, ਇਹਨਾਂ ਨੇ ਆਪਣੀਆਂ ਗੁਪਤ ਸਮਿਤੀਆਂ ਜਿਹੜੀਆਂ ਤਿਆਰ ਕਰ ਲਈਆਂ ਤਾਂ ਕਿ ਲੋਕਾਂ ਦੇ ਮਨ ਵਿੱਚ ਕ੍ਰਾਂਤੀਕਾਰੀ ਵਿਚਾਰ ਜਿਹੜੇ ਭਰ ਸਕਣ, ਔਰ ਉਹਨਾਂ ਦੇ ਮਨ ਵਿੱਚ ਦੇਸ਼ ਭਗਤੀ ਭਰ ਕੇ ਤੇ ਉਹ ਇੱਕ ਵਿਦਰੋਹ ਕਰਵਾਇਆ, ਜਿਹਨੂੰ ਆਪਾਂ ਜਿਹੜਾ ਕਿ ਕਾਰਬੋਨਰੀ ਜਗ੍ਹਾ ਤੇ ਹੋਇਆ ਸੀ ਉਹਨੂੰ ਕਹਿੰਦੇ ਕਾਰਬੋਨਰੀ ਵਿਦਰੋਹ। ਉਸ ਤੋਂ ਬਾਅਦ ਜਿਹੜੀ ਪਹਿਲੇ ਵੀ ਜਿਹੜੀ ਹੈਗੀ ਜਰਮਨੀ ਦੇ ਏਕੀਕਰਨ ਵਿੱਚ ਵੀ ਲਿਖਿਆ ਨਾ ਕਿ 1830 ਦੀ ਫਰਾਂਸੀਸੀ ਕ੍ਰਾਂਤੀ, ਉਹਦਾ ਪ੍ਰਭਾਵ ਜਰਮਨ ਦੇ ਲੋਕਾਂ ਤੇ ਪਿਆ ਤੇ ਉਸ ਤੋਂ ਇਲਾਵਾ ਇਟਲੀ ਦੇ ਲੋਕਾਂ ਤੇ ਵੀ ਉਸ ਕ੍ਰਾਂਤੀ ਦਾ ਬਹੁਤ ਜ਼ਿਆਦਾ ਪ੍ਰਭਾਵ ਪਿਆ। ਔਰ ਇਟਲੀ ਲੋਕ ਇਹ ਕ੍ਰਾਂਤੀ ਨੂੰ ਦੇਖ ਕੇ ਆਪਣੇ ਆਪ ਵਿੱਚ ਉਹਨਾਂ ਨੇ ਇਹ ਸੋਚਿਆ ਕਿ ਅਸੀਂ ਆਪਣੇ ਦੇਸ਼ ਨੂੰ ਮਤਲਬ ਕਿ ਇੱਕ ਕਰਨਾ ਹੈ। ਨੈਕਸਟ ਹੈਗਾ ਵਾ ਇੱਕ 1848 ਈਸਵੀ ਵਿੱਚ ਕ੍ਰਾਂਤੀ ਦਾ ਇਟਲੀ ਤੇ ਪ੍ਰਭਾਵ। ਜਿਹੜੀ ਹੁਣ 1848 ਵਿੱਚ ਫਰਾਂਸ ਨੇ ਕ੍ਰਾਂਤੀ ਕੀਤੀ ਸੀ ਔਰ ਉਹਦੇ ਵਿੱਚ ਜਿੱਤ ਪ੍ਰਾਪਤ ਕੀਤੀ ਸੀ, ਉਹਦਾ ਵੀ ਬਹੁਤ ਸਾਰਾ ਪ੍ਰਭਾਵ ਇਟਲੀ ਦੇ ਲੋਕਾਂ ਤੇ ਪਿਆ। ਕਵੂਰ ਦੇ ਯਤਨ। ਕਵੂਰ ਇੱਕ ਹੋਰ ਦੇਸ਼ ਭਗਤ ਸੀ ਜਿਸ ਨੇ ਇਟਲੀ ਦੇ ਏਕੀਕਰਨ ਲਈ ਮਹੱਤਵਪੂਰਨ ਅਤਿਅੰਤ ਸ਼ਲਾਘਾਯੋਗ ਯੋਗਦਾਨ ਪਾਇਆ। ਉਹ ਇੰਗਲੈਂਡ ਦੀ ਰਾਜ ਪ੍ਰਬੰਧ ਪ੍ਰਣਾਲੀ ਦੇ ਪੱਖ ਵਿੱਚ ਸੀ ਅਤੇ ਕਾਨੂੰਨੀ ਰਾਜ ਅਧਿਕਾਰ ਦਾ ਸਮਰਥਕ ਸੀ। ਉਹ ਚਾਹੁੰਦਾ ਸੀ ਕਿ ਇਟਲੀ ਦਾ ਏਕੀਕਰਨ ਹੋ ਜਾਏ ਔਰ ਇਹਦੇ ਤੇ ਕਾਨੂੰਨੀ ਰਾਜ ਹੋਵੇ। ਉਹ ਏਕੀਕਰਨ ਅਤੇ ਸੁਤੰਤਰਤਾ ਦਾ ਕੰਮ ਪੀਡਮਾਂਟ ਦੇ ਹਾਕਮਾਂ ਦੀ ਅਗਵਾਈ ਹੇਠ ਕਰਨਾ ਚਾਹੁੰਦਾ ਸੀ। ਇਸ ਲਈ ਉਹ ਕਿਹਾ ਕਰਦਾ ਸੀ ਕਿ ਪੀਡਮਾਂਟ ਨੂੰ ਰਾਜਨੀਤੀ ਤੇ ਆਰਥਿਕ ਦ੍ਰਿਸ਼ਟੀ ਤੇ ਇੰਨਾ ਬਲਵਾਨ ਹੋਣਾ ਚਾਹੀਦਾ ਕਿ ਇਟਲੀ ਦਾ ਹਰ ਰਾਜ ਉਸਨੂੰ ਆਪਣਾ ਨੇਤਾ ਮੰਨ ਲਵੇ। ਇਹ ਹੈਗਾ ਸੀ ਕਵੂਰ ਦੇ ਯਤਨ। ਉਸ ਤੋਂ ਬਾਅਦ ਕਵੂਰ ਅਤੇ ਕ੍ਰੀਮੀਆ ਦਾ ਯੁੱਧ। ਕਹਿੰਦਾ ਕਿ ਕਵੂਰ ਜਿਹੜਾ ਸੀ ਉਹ ਬਹੁਤ ਹੀ ਦੂਰਦਰਸ਼ੀ ਸਿਆਣਾ ਸੀ, ਕੂਟਨੀਤੀ ਬੜੀ ਚੰਗੀ ਤਰ੍ਹਾਂ ਜਾਣਦਾ ਸੀ। ਉਹ ਮੈਜਨੀ ਵਾਂਗੂ ਇੰਨਾ ਆਦਰਸ਼ਵਾਦੀ ਤੇ ਨਹੀਂ ਸੀ, ਪਰ ਉਹ ਮੌਕਾ ਪ੍ਰਸਤ ਜ਼ਰੂਰ ਸੀ। ਉਹਨੂੰ ਜਦੋਂ ਮੌਕਾ ਮਿਲਿਆ ਨਾ, ਜਦੋਂ ਕ੍ਰੀਮੀਆ ਦਾ ਯੁੱਧ ਹੋਇਆ ਤੇ ਉਹਨੂੰ ਪੂਰਾ ਮੌਕਾ ਮਿਲ ਗਿਆ ਇਟਲੀ ਦਾ ਏਕੀਕਰਨ ਕਰਨ ਵਿੱਚ। ਇਸ ਕਰਕੇ ਇਹਨੇ ਉਸ ਯੁੱਧ ਦਾ ਬਹੁਤ ਜ਼ਿਆਦਾ ਫਾਇਦਾ ਉਠਾਇਆ ਅਤੇ ਇਹ ਲੋਕਾਂ ਨੂੰ ਜਿਹੜਾ ਸੀ ਭੜਕਾ ਦਿੱਤਾ ਆਪਣੇ ਰਾਸ਼ਟਰ ਨੂੰ ਮਜ਼ਬੂਤ ਕਰਨ ਵਾਸਤੇ। ਔਰ ਇਹਨਾਂ ਨੇ ਜਿਸ ਤਰ੍ਹਾਂ ਬਿਸਮਾਰਕ ਨੇ ਲਹੂ ਦੀ ਨੀਤੀ ਚਲਾਈ ਸੀ ਨਾ, ਵੀ ਆਪਣੇ ਦੇਸ਼ ਨੂੰ ਇੱਕ ਕਰਨ ਵਾਸਤੇ ਭਾਵੇਂ ਆਪਣੇ ਸਿਰ ਵੀ ਦੇ ਦਿਓ, ਸਿਰ ਧੜ ਨਾਲੋਂ ਅਲੱਗ ਕਰ ਦਿਓ। ਇਹਦਾ ਵੀ ਇਹੀ ਕੰਮ ਸੀ ਕਿ ਆਪਣੇ ਸਿਰ ਧੜ ਨਾਲੋਂ ਅਲੱਗ ਕਰਾ ਲਓ, ਬਟ ਆਪਣੇ ਦੇਸ਼ ਨੂੰ ਇੱਕ ਕਰੋ। ਹੁਣ ਆ ਗਿਆ ਇਹਦਾ ਦੂਜਾ ਪੜਾਅ। ਕਹਿੰਦਾ ਦੂਜੇ ਪੜਾਅ ਵਿੱਚ 1859 ਈਸਵੀ ਵਿੱਚ ਆਸਟਰੀਆ ਤੇ ਸਾਰਡੀਨੀਆ ਵਿੱਚ ਜੰਗ ਸ਼ੁਰੂ ਹੋ ਗਈ। ਇਸ ਮੌਕੇ ਦਾ ਲਾਭ ਉਠਾ ਕੇ ਮੱਧ ਇਟਲੀ ਦੀ ਮੋਡੇਨਾ, ਪਰਮਾ ਤੇ ਟਸਕਾਨੀ ਰਾਜਾਂ ਦੇ ਲੋਕਾਂ ਨੇ ਆਪਣੇ ਆਪ ਹੁਦਰੇ ਸ਼ਾਸਕਾਂ ਵਿਰੁੱਧ ਬਗਾਵਤ ਕਰ ਦਿੱਤੀ। ਹੁਣ ਇਟਲੀ ਜਿਹੜੀ ਸੀ ਵੱਖ-ਵੱਖ ਰਾਜਾਂ 'ਚ ਵੰਡੀ ਸੀ। ਇਸ ਤਰ੍ਹਾਂ ਦੂਜੇ ਪੜਾਅ ਵਿੱਚ ਉਹ ਰਾਜ ਆਉਂਦੇ ਆ ਜਿਨ੍ਹਾਂ ਦੇ ਲੋਕਾਂ ਨੇ ਆਪਣੇ ਆਪ ਹੁਦਰੀ ਨਾਲ ਆਪਣੇ ਸ਼ਾਸਕਾਂ ਦੇ ਵਿਰੁੱਧ ਹੋ ਗਏ, ਔਰ ਉਹ ਰਾਜ ਹੈਗੇ ਸੀ ਮੋਡੇਨਾ, ਪਰਮਾ ਤੇ ਟਸਕਨੀ। ਉਹਨਾਂ ਨੇ ਲੋਕਾਂ ਦੇ ਉਸ ਦੀ ਰਾਜ ਸਭਾ ਨੂੰ, ਪੋਪ ਦੇ ਰਾਜ ਸੀ ਨਾ, ਮੱਧ ਇਟਲੀ ਵਿੱਚ ਪੋਪ ਦਾ ਰਾਜ ਸੀ, ਇਸ ਕਰਕੇ ਉਹਨਾਂ ਨੇ ਪੋਪ ਦੀ ਜਿਹੜੀ ਰਾਜ ਸ਼ਕਤੀ ਸੀ ਉਹਨੂੰ ਉਖਾੜ ਦਿੱਤਾ ਔਰ ਸਾਰੀ ਜਿਹੜੀ ਸੀ ਸ਼ਕਤੀ ਸੀ ਆਪਣੇ ਹੱਥਾਂ ਵਿੱਚ ਲੈਣੀ ਸ਼ੁਰੂ ਕਰ ਦਿੱਤੀ। ਔਰ ਉਹਨਾਂ ਨੇ ਫਰਾਂਸ ਤੇ ਆਸਟਰੀਆ ਇਹਨਾਂ ਦੇ ਹਾਕਮਾਂ ਨੂੰ ਉਹਨਾਂ ਦੇ ਸਿੰਘਾਸਨਾਂ ਉੱਤੇ ਫੇਰ ਬਿਠਾਉਣ ਦੇ ਹੱਕ ਵਿੱਚ ਹੋ ਗਏ। ਤੀਜਾ ਪੜਾਅ। ਤੀਜੇ ਵਿੱਚ ਆਪਾਂ ਲਿਖਾਂਗੇ ਕਿ ਇਟਲੀ ਦੇ ਏਕੀਕਰਨ ਦੇ ਤੀਜੇ ਪੜਾਅ ਇਟਲੀ ਦੇ ਦੇਸ਼ ਭਗਤ ਗੈਰੀਬਾਲਡੀ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ। ਇਹ ਉੱਤਰੀ ਅਤੇ ਮੱਧ ਇਟਲੀ ਦੇ ਏਕੀਕਰਨ ਪਿੱਛੋਂ ਕਵੂਰ ਨੇ ਦੱਖਣੀ ਇਟਲੀ ਦੇ ਏਕੀਕਰਨ ਲਈ ਕ੍ਰਾਂਤੀਕਾਰੀ ਤਰੀਕਿਆਂ ਤੋਂ ਕੰਮ ਲਿਆ। ਉਹ ਕਿਹਾ ਕਰਦਾ ਸੀ ਕਿ ਉਹਨਾਂ ਨੇ ਮੈਨੂੰ ਉੱਤਰ ਵੱਲੋਂ ਕੂਟਨੀਤਿਕ ਤਰੀਕੇ ਵਰਤ ਕੇ ਇਟਲੀ ਦਾ ਨਿਰਮਾਣ ਕਰਨ ਤੇ ਰੋਕ ਦਿੱਤਾ ਹੈ। ਮੈਂ ਹੁਣ ਇਸ ਦਾ ਨਿਰਮਾਣ ਦੱਖਣ ਵੱਲ ਕ੍ਰਾਂਤੀਕਾਰੀ ਤਰੀਕੇ ਵਰਤ ਕੇ ਕਰਾਂਗਾ। ਹੁਣ ਜਿਹੜਾ ਇਟਲੀ ਦਾ ਮੱਧ ਜਿਹੜਾ ਏਰੀਆ ਸੀ ਉਹਦੇ ਵਿੱਚ ਵੀ ਬਗਾਵਤ ਫੈਲ ਗਈ, ਬਾਅਦ ਵਿੱਚ ਦੱਖਣੀ ਭਾਗ ਵਿੱਚ ਵੀ ਬਗਾਵਤ ਫੈਲ ਗਈ। ਅੱਗੇ ਆ ਗਿਆ ਚੌਥਾ ਪੜਾਅ।
ਵਨੀਸ਼ੀਆ ਉੱਤੇ ਅਧਿਕਾਰ ਇਟਲੀ ਦੇ ਏਕੀਕਰਨ ਦੇ ਕੰਮ ਨੂੰ ਪੂਰਾ ਕਰਨ ਲਈ ਵਨੀਸ਼ੀਆ ਤੇ ਰੋਮ ਨੂੰ ਇਟਲੀ ਦੇ ਰਾਜ ਵਿੱਚ ਸ਼ਾਮਲ ਕਰਨਾ ਵੀ ਜ਼ਰੂਰੀ ਸੀਗਾ। ਅਜਿਹਾ ਮੌਕਾ ਵਿਕਟਰ ਇਮਾਨੂਏਲ ਨੂੰ 1866 ਈਸਵੀ ਵਿੱਚ ਪ੍ਰਾਪਤ ਹੋਇਆ। ਪ੍ਰਸ਼ਾ ਤੇ ਆਸਟਰੀਆ ਦੇ ਸੰਬੰਧ ਕਾਫੀ ਵਿਗੜ ਚੁੱਕੇ ਸਨ। ਦੋਹਾਂ ਵਿੱਚ ਯੁੱਧ ਛਿੜ ਜਾਣ ਦੇ ਡਰ ਕਾਰਨ ਉਹਨਾਂ ਨੇ ਇਟਲੀ ਨਾਲ ਸਮਝੌਤਾ ਕਰ ਲਿਆ। ਇਸ ਸਮਝੌਤੇ ਅਨੁਸਾਰ ਫੈਸਲਾ ਕੀਤਾ ਗਿਆ ਕਿ ਜੇਕਰ ਪ੍ਰਸ਼ਾ ਤੇ ਆਸਟਰੀਆ ਵਿਚਕਾਰ ਜੰਗ ਸ਼ੁਰੂ ਹੋ ਜਾਵੇਗਾ ਤਾਂ ਇਟਲੀ ਵਨੀਸ਼ੀਆ ਉੱਤੇ ਹਮਲਾ ਕਰ ਦੇਵੇਗਾ, ਜਿਸ ਨਾਲ ਆਸਟਰੀਆ ਦੀ ਤਾਕਤ ਕਮਜ਼ੋਰ ਹੋ ਜਾਵੇਗੀ। ਇਸ ਨਾਲ ਇਹ ਵੀ ਨਿਰਣਾ ਕੀਤਾ ਗਿਆ ਕਿ ਜੇਕਰ ਯੁੱਧ ਵਿੱਚ ਪ੍ਰਸ਼ਾ ਦੀ ਜਿੱਤ ਹੋਈ ਤਾਂ ਵਨੀਸ਼ੀਆ ਇਟਲੀ ਨੂੰ ਸੌਂਪ ਦਿੱਤਾ ਜਾਏਗਾ। ਇਸ ਡਰ ਕਰਕੇ ਵੀ ਉਹਨਾਂ ਨੇ ਜਿਹੜੇ ਉਹਨਾਂ ਦੇ ਅਧੀਨ ਰਾਜ ਸੀਗੇ ਇਟਲੀ ਦੇ, ਉਹਨਾਂ ਨੇ ਉਹ ਛੱਡ ਦਿੱਤੇ। ਪੰਜਵਾਂ ਪੜਾਅ ਕਹਿੰਦਾ ਕਿ ਪੰਜਵੇਂ ਪੜਾਅ ਦੇ ਵਿੱਚ ਰੋਮ ਹੀ ਸੀ ਜਿਹੜਾ ਜਿਸ ਦੀ ਜਿੱਤ ਤੋਂ ਬਿਨਾਂ ਇਟਲੀ ਦਾ ਏਕੀਕਰਨ ਕੰਮ ਅਧੂਰਾ ਸੀ। ਜਾਣੀ ਕਿ ਪੌਪ ਦੇ ਏਰੀਏ ਵੀ ਜਿੱਤ ਲਏ ਔਰ ਦੱਖਣ ਦੇ ਏਰੀਏ ਵੀ ਜਿੱਤ ਲਏ। ਹੁਣ ਰਹਿ ਗਿਆ ਸੀ ਰੋਮ ਏਰੀਆ। ਇਹ ਕੰਮ ਮੁਸ਼ਕਲ ਜਾਂਦਾ ਸੀ ਕਿਉਂਕਿ ਪੌਪ ਦੀ ਸਹਾਇਤਾ ਲਈ ਰੋਮ ਵਿੱਚ ਅਜੇ ਵੀ ਫਰਾਂਸੀਸੀ ਸੈਨਾ ਤੈਨਾਤ ਸੀ, ਪਰੰਤੂ ਵਿਕਟਰ ਇਮਾਨੂਏਲ ਨੇ ਰੋਮ ਨੂੰ ਜਿੱਤਣ ਦਾ ਮੌਕਾ 1870 ਵਿੱਚ ਮਿਲਿਆ ਜਦੋਂ ਫਰਾਂਸ ਦੇ ਪ੍ਰਸ਼ਾ ਵਿਚਕਾਰ ਜੰਗ ਛਿੜੀ ਤੇ ਉਹਨੇ ਫਟਾਫਟ ਇਹਨਾਂ ਰਾਜਾਂ ਉੱਤੇ ਕੰਟਰੋਲ ਕਰ ਲਿਆ। ਉਸ ਤੋਂ ਬਾਅਦ ਕਹਿੰਦਾ ਉਪਰੋਕਤ ਵੇਰਵੇ ਤੋਂ ਇਹ ਸਪਸ਼ਟ ਹੁੰਦਾ ਕਿ ਇਟਲੀ ਦੇ ਏਕੀਕਰਨ ਵਿੱਚ ਮੈਜ਼ਨੀ, ਗਾਰੀਬਾਲਡੀ ਤੇ ਕਵੂਰ ਤੇ ਵਿਕਟਰ 4 ਦੇਸ਼ ਭਗਤ ਸੀ ਜਿਨ੍ਹਾਂ ਨੇ ਇਹਦਾ ਏਕੀਕਰਨ ਕੀਤਾ ਸੀ। ਕਹਿੰਦਾ ਕਿ ਇਹਨਾਂ ਨੇ ਬਹੁਤ ਹੀ ਮਹੱਤਵਪੂਰਨ ਕੰਮ ਕੀਤੇ, ਸ਼ਲਾਘਾਯੋਗ ਕੰਮ ਕੀਤਾ। ਮੈਜ਼ਨੀ ਇਸ ਦੀ ਆਤਮਾ, ਗੈਰੀਬਾਲਡੀ ਇਹਦੀ ਤਲਵਾਰ ਸੀ ਔਰ ਕਵੂਰ ਦਾ ਦਿਮਾਗ ਚੱਲਦਾ ਸੀ। ਯਾਨੀ ਕਿ ਸੋਚ ਜਿਹੜੀ ਸੀ ਉਹ ਮੈਜ਼ਨੀ ਦੀ ਸੀ ਤੇ ਗੈਰੀਬਾਲਡੀ ਕੋਲ ਤਾਕਤ ਸੀਗੀ ਔਰ ਕਵੂਰ ਦਾ ਦਿਮਾਗ ਚੱਲਦਾ ਸੀ ਔਰ ਵਿਕਟਰ ਇਮਾਨੂਏਲ ਦਾ ਸਰੀਰ ਸੀ। ਇਹਨਾਂ ਚਾਰਾਂ ਨੇ ਰਲ ਕੇ ਇਟਲੀ ਦਾ ਏਕੀਕਰਨ ਕੀਤਾ। ਮੈਜ਼ਨੀ ਦੇ ਪੱਤਨ, ਮੈਜ਼ਨੀ ਦੇ ਨੈਤਿਕ ਬਲ, ਗੈਰੀਬਾਲਡੀ ਦੀ ਤਲਵਾਰ, ਕਵੂਰ ਦੀ ਰਾਜਨੀਤੀ ਅਤੇ ਵਿਕਟਮ ਦੀ ਇਮਾਨੂਏਲ ਦੀ ਵਿਵਹਾਰ ਕੁਸ਼ਲਤਾ ਅਤੇ ਸਿਆਣਪ ਨਾਲ ਇਟਲੀ ਨੂੰ ਆਜ਼ਾਦੀ ਹਾਸਲ ਹੋਈ। ਉਸ ਨੂੰ ਇੱਕ ਸੰਗਠਨ ਅਤੇ ਬਲਵਾਨ ਰਾਸ਼ਟਰ ਦਾ ਰੂਪ ਦਿੱਤਾ ਜਾ ਸਕਿਆ। ਇਸ ਲਈ ਇਹ ਕਿਹਾ ਗਿਆ ਕਿ ਮੈਜ਼ਨੀ, ਗੈਰੀਬਾਲਡੀ, ਕਵੂਰ ਅਤੇ ਵਿਕਟਰ ਇਮਾਨੂਏਲ 4 ਅਜਿਹੀਆਂ ਮਹੱਤਵਪੂਰਨ ਸ਼ਖਸੀਅਤਾਂ ਸਨ ਜਿਨ੍ਹਾਂ ਨੇ ਇੱਕ ਭੂਗੋਲਿਕ ਚਿੰਨ੍ਹ ਮਾਤਰ ਤੋਂ ਇਟਲੀ ਨੂੰ ਇੱਕ ਰਾਸ਼ਟਰ ਦੇ ਰੂਪ ਵਿੱਚ ਖੜਾ ਕਰ ਦਿੱਤਾ। ਇਹ ਸੀ ਕਿ 2 ਇੰਪੋਰਟੈਂਟ ਕੁਐਸਚਨ ਇਸ ਚੈਪਟਰ ਦੇ, ਦੋਨੋਂ ਹੀ ਹੋਣੇ 2 ਔਰ 10। ਨੈਕਸਟ ਇੱਕ ਆਈ ਹੈਗੀ ਰੂਸ ਦੀ ਕ੍ਰਾਂਤੀ। ਵੈਰੀ ਇੰਪੋਰਟੈਂਟ ਕੁਐਸਚਨ ਜੇ 10 ਮਾਰਕਸ ਦਾ ਕਿ ਰੂਸ ਦੀ ਕ੍ਰਾਂਤੀ ਦੇ ਕਾਰਨ ਤੇ ਪ੍ਰਭਾਵ ਦੱਸੋ। ਔਰ ਕਈ ਵਾਰੀ ਕੁਐਸਚਨ ਇਸ ਤਰ੍ਹਾਂ ਵੀ ਹੁੰਦਾ ਵਾ ਕਿ 1917 ਦੀ ਕ੍ਰਾਂਤੀ ਬਾਰੇ ਦੱਸੋ। ਜਿਹੜੀ ਰੂਸ ਦੀ ਕ੍ਰਾਂਤੀ ਸੀ 1917 ਚ ਹੋਈ ਸੀ, ਸਾਰੇ ਦੇਸ਼ਾਂ ਦੀ ਕ੍ਰਾਂਤੀ ਤੋਂ ਬਾਅਦ। ਪਹਿਲੋਂ ਕਾਰਨ ਪੜਾਂਗੇ ਕਿ ਕੀ ਕਾਰਨ ਸੀ ਰੂਸ ਨੂੰ ਕ੍ਰਾਂਤੀ ਕਰਨੀ ਪਈ। ਕਿਉਂਕਿ ਉੱਥੋਂ ਦੀ ਸਰਕਾਰ ਸਹੀ ਨਹੀਂ ਸੀ। ਫਿਰ ਇਹਦੇ ਨਤੀਜੇ ਵੀ ਕਰਾਂਗੇ। ਕਹਿੰਦਾ ਕਿ ਜਿਹੜਾ ਰੂਸ ਸੀ ਨਾ ਉੱਥੇ ਜ਼ਾਰ ਸਰਕਾਰ ਸੀਗੀ ਔਰ ਜ਼ਾਰ ਸਰਕਾਰ ਜਿਹੜੀ ਸੀ ਨਾ ਉਹਨੇ ਲੋਕਾਂ ਤੇ ਬਹੁਤ ਜ਼ਿਆਦਾ ਪਾਬੰਦੀਆਂ ਲਗਾਈਆਂ ਹੋਈਆਂ ਸੀ, ਜਿਹਦੇ ਕਰਕੇ ਲੋਕਾਂ ਦੇ ਵਿੱਚ ਕ੍ਰਾਂਤੀਕਾਰੀ ਲੋਕ ਜਿਹੜੇ ਬਣ ਗਏ, ਉਹਨਾਂ ਦੇ ਵਿੱਚ ਕ੍ਰਾਂਤੀ ਦੀ ਭਾਵਨਾ ਜਾਗੀ। ਪਹਿਲਾ ਕਾਰਨ ਹੈਗਾ ਵਾ ਰੂਸੀ ਜ਼ਾਰਾਂ ਦੀਆਂ ਪ੍ਰਤੀਕਿਰਿਆਵਾਦੀ ਤੇ ਦਮਨਕਾਰੀ ਨੀਤੀਆਂ, ਯਾਨੀ ਕਿ ਸ਼ੋਸ਼ਣ ਦੀ ਨੀਤੀ ਆਪਾਂ ਕਹਿ ਸਕਦੇ ਹਾਂ। ਕਿ ਜਿਹੜੀ 1899 ਈਸਵੀ ਵਿੱਚ ਫਰਾਂਸ ਦੀ ਕ੍ਰਾਂਤੀ ਨੇ ਸਾਰੀ ਦੁਨੀਆ, ਜਦੋਂ ਫਰਾਂਸ ਨੇ ਕ੍ਰਾਂਤੀ ਕੀਤੀ ਨਾ ਉਸ ਤੋਂ ਬਾਅਦ ਸਾਰੀ ਦੁਨੀਆ ਦੇ ਵਿੱਚ ਇਹਦਾ ਪ੍ਰਭਾਵ ਪਿਆ। ਜਿਹੜੇ ਦੇਸ਼ ਵੀ ਆਪਣੇ ਬਾਦਸ਼ਾਹਾਂ ਦੇ ਵਿਰੁੱਧ ਹੋਣਾ ਚਾਹੁੰਦੇ ਸੀ, ਉਹਨਾਂ ਨੂੰ ਆਪਣੇ ਬਾਦਸ਼ਾਹਾਂ ਦਾ ਇੱਕ ਨਹੀਂ ਸੀ ਰਾਜ ਪਸੰਦ, ਉਹਨਾਂ ਸਾਰੇ ਦੇਸ਼ਾਂ ਨੇ ਕ੍ਰਾਂਤੀ ਕੀਤੀ, ਜਿਹਦੇ ਵਿੱਚ ਰੂਸ ਨੇ 1917 ਵਿੱਚ ਕੀਤੀ। ਔਰ ਕਈ ਦੇਸ਼ਾਂ ਦੇ ਨਿਰਕੁੰਸ਼ ਬਾਦਸ਼ਾਹਾਂ ਨੇ ਉਸ ਤੋਂ ਸਿੱਖਿਆ ਲੈ ਕੇ ਆਪਣੇ ਰਾਜ ਪ੍ਰਬੰਧ ਵਿੱਚ ਢੇਰ ਸਾਰੇ ਸੁਧਾਰ ਕੀਤੇ, ਜਨਤਾ ਅੰਦਰ ਉੱਠ ਰਹੀ ਬੇਚੈਨੀ ਨੂੰ ਰੋਕ ਦਿੱਤਾ। ਪਰ ਰੂਸੀ ਜ਼ਾਰਾਂ ਉੱਤੇ ਫਰਾਂਸ ਦੀ ਕ੍ਰਾਂਤੀ ਦਾ ਕੋਈ ਅਸਰ ਨਾ ਹੋਇਆ। ਉਹ ਉਸੇ ਤਰ੍ਹਾਂ ਸ਼ੋਸ਼ਣ ਕਰਦੀ ਸੀ ਜਿਵੇਂ ਪਹਿਲਾਂ ਕਰਦੀ ਸੀ। ਔਰ ਜਿਹੜਾ ਉੱਥੋਂ ਦਾ ਰਾਜਾ ਸੀ ਅਲੈਗਜ਼ੈਂਡਰ, ਉਹਨੇ ਜਨਤਾ ਲਈ ਕੁਝ ਸੁਧਾਰ ਕੀਤੇ ਪਰ ਜਿਸ ਨਾਲ ਲੋਕਾਂ ਨੂੰ ਕੁਝ ਚੈਨ ਤੇ ਮਿਲਿਆ, ਪਰ ਉਹ ਬਹੁਤੀ ਦੇਰ ਸੁਧਾਰ ਰਹਿ ਨਾ ਸਕੇ। ਉਹਨੇ ਆਪਣੇ ਸੁਧਾਰ ਜਿਹੜੇ ਸੀ ਵਾਪਸ ਲੈ ਲਏ ਤੇ ਲੋਕਾਂ ਤੇ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ। ਉਹਨੇ ਯੂਨੀਵਰਸਿਟੀ ਵਿੱਚ ਉਦਾਰ ਵਿਚਾਰਾਂ ਵਾਲੇ ਵਿਸ਼ੇ ਪੜ੍ਹਾਉਣੇ ਬੰਦ ਕਰ ਦਿੱਤੇ ਅਤੇ ਰੂਸੀਆਂ ਲਈ ਜਿਹੜਾ ਸੀ ਇਹ ਜਿਹੜਾ ਮਾਰਕ ਸੀ ਇਹ ਬੰਦ ਹੋ ਗਿਆ। ਨੈਕਸਟ ਕਾਰਨ ਹੈਗਾ ਵਾ ਨਾਹਿਲਿਜ਼ਮ ਦਾ ਅੰਤਕਵਾਦੀ ਅੰਦੋਲਨ। ਨਾਹਿਲਿਜ਼ਮ ਇੱਕ ਨਾਂ ਦਾ ਨਾ ਅੰਦੋਲਨ ਚੱਲਿਆ ਸੀ ਰੂਸ ਤੇ ਜ਼ਾਰ ਅਲੈਗਜ਼ੈਂਡਰ ਦੂਜੇ ਦੇ ਰਾਜਕਾਲ ਵਿੱਚ ਜਨਮਿਆ। ਨਾਹਿਲ ਦਾ ਸ਼ਬਦੀ ਅਰਥ ਹੈ ਕੁਝ ਨਹੀਂ। ਇਸ ਅੰਦੋਲਨ ਦੇ ਚਲਾਉਣ ਵਾਲਿਆਂ ਦਾ ਵਿਚਾਰ ਸੀ ਕਿ
ਰਾਜ ਦੀ ਤਰਕ ਸਮਰਥਨ ਨਹੀਂ ਕਰਦਾ, ਉਸ ਉੱਤੇ ਵਿਸ਼ਵਾਸ ਨਹੀਂ ਕਰਦਾ। ਯਾਨੀ ਕਿ ਉਹਨਾਂ ਨੇ ਇਹ ਆਪਣਾ ਦੱਸਿਆ ਕਿ ਅਸੀਂ ਸਾਡੀ ਜਿਹੜੀ ਸਰਕਾਰ ਜ਼ਿਆਦਾ ਸਰਕਾਰ ਸਾਡੇ ਵਾਸਤੇ ਕੁਛ ਨਹੀਂ ਕਰਦੀ, ਇਸ ਕਰਕੇ ਸਾਡਾ ਉਹਦੇ ਉੱਤੇ ਵਿਸ਼ਵਾਸ ਨਹੀਂ ਹੈਗਾ। ਕਹਿੰਦਾ ਕਿ ਉਸ ਤੋਂ ਬਾਅਦ ਇਹ ਜਿਹੜੇ ਲੋਕ ਸੀਗੇ, ਨੇਤਾ ਸੀਗੇ, ਰੂਸ ਦੇ ਪੁਰਾਤਨ ਪ੍ਰਸ਼ਾਸਨ ਦਾ ਅੰਤ ਕਰਨਾ ਚਾਹੁੰਦੇ ਸੀ। 1875 ਪਿੱਛੋਂ ਨਾਹਿਲਿਸਟਾਂ ਨੇ ਕਾਫੀ ਜ਼ੋਰ ਫੜ ਲਿਆ ਤੇ ਕਈ ਥਾਵਾਂ ਦੇ ਉੱਤੇ ਮੁਜ਼ਾਹਰੇ ਕੀਤੇ, ਹਿੰਸਕ ਕਾਰਵਾਈਆਂ ਕੀਤੀਆਂ, ਸਰਕਾਰੀ ਅਧਿਕਾਰੀਆਂ ਨੂੰ ਮਾਰ ਦਿੱਤਾ ਉਹਨਾਂ ਨੇ, ਔਰ ਅਲੈਗਜੈਂਡਰ ਦੂਜੇ ਨੂੰ ਮੌਤ ਦੇ ਘਰ ਉਹਨੂੰ ਵੀ ਕਤਲ ਕਰ ਦਿੱਤਾ ਇਹਨਾਂ ਨੇ। ਕਹਿੰਦਾ ਇਸ ਕ੍ਰਾਂਤੀਕਾਰੀ ਅੰਦੋਲਨ ਨੂੰ ਸਰਕਾਰ ਨੇ ਕੁਚਲ ਦਿੱਤਾ, ਮਤਲਬ ਕਿ ਸਰਕਾਰ ਇਹਦੇ ਵਿੱਚ ਜਿੱਤ ਗਈ ਔਰ ਸਰਕਾਰ ਦਾ ਅੰਤ ਨਹੀਂ ਹੋਇਆ, ਉਹਨਾਂ ਦੀਆਂ ਭਾਵਨਾਵਾਂ ਦਾ ਅੰਤ ਵੀ ਨਹੀਂ ਹੋਇਆ। ਲੋਕਾਂ ਦੀ ਜੇਕਰ ਸਰਕਾਰ ਦਾ ਅੰਤ ਨਹੀਂ ਹੋਇਆ ਤੇ ਲੋਕਾਂ ਦੀਆਂ ਭਾਵਨਾਵਾਂ ਦਾ ਅੰਤ ਵੀ ਨਹੀਂ ਹੋਇਆ। ਸਮਾਜਵਾਦੀ ਦਲ ਦੀ ਸਥਾਪਨਾ, ਰੂਸ ਦੇ ਵਿੱਚ ਉਦਯੋਗਿਕ ਕ੍ਰਾਂਤੀ ਦੇ ਬਾਅਦ ਮਜ਼ਦੂਰਾਂ ਦੀ ਗਿਣਤੀ ਕਾਫੀ ਵੱਧ ਗਈ ਔਰ ਮਜ਼ਦੂਰਾਂ ਦੀ ਹਾਲਤ ਨੂੰ ਸੁਧਾਰਨ ਵਾਸਤੇ ਸਮਾਜਵਾਦੀ ਸਿਧਾਂਤਾਂ ਦਾ ਪ੍ਰਚਾਰ ਹੋਇਆ। ਕਹਿੰਦਾ ਕਿ ਉਸ ਸਮੇਂ ਤੇ ਮਜ਼ਦੂਰਾਂ ਦੇ ਸੰਘਾਤ ਲਈ ਸਮਾਜਵਾਦੀ ਲੋਕਤੰਤਰੀ ਦਲ ਹੋਂਦ ਵਿੱਚ ਆਇਆ। ਦੋ ਦਲ ਹੋਂਦ ਵਿੱਚ ਆਏ, ਇੱਕ ਹੈਗਾ ਹੈ ਮੇਨਸ਼ੇਵਿਕ, ਦੂਜਾ ਹੈਗਾ ਸੀ ਬੋਲਸ਼ੇਵਿਕ। ਇਹ ਦੋਨੋਂ ਦਲ ਜਿਹੜੇ ਸੀ ਉਹ ਮਜ਼ਦੂਰਾਂ ਦੇ ਹੱਕ ਵਿੱਚ ਗੱਲ ਕਰਦੇ ਸੀ, ਕਿਉਂਕਿ ਉਸ ਸਮੇਂ ਤੇ ਜਿਹੜੀ ਸਰਕਾਰ ਸੀ ਮਜ਼ਦੂਰਾਂ ਦਾ ਬੜਾ ਸ਼ੋਸ਼ਣ ਕਰਦੀ ਸੀ, ਪੂੰਜੀਪਤੀਆਂ ਨਾਲ ਰਲੀ ਸੀਗੀ। ਉਹ ਕੀ ਕਰਨਾ ਚਾਹੁੰਦੇ ਸੀ ਕਿ ਇੱਕ ਕ੍ਰਾਂਤੀ ਲਿਆ ਕੇ ਰੂਸ ਦੇ ਵਿੱਚ ਸਮਾਜਵਾਦੀ ਸਰਕਾਰ ਲਿਆਉਣਾ ਚਾਹੁੰਦੇ ਸੀ। ਇਸ ਕਰਕੇ ਵੀ ਇਹ ਜਿਹੜੀਆਂ ਉਹਨਾਂ ਨੇ ਮਜ਼ਦੂਰਾਂ ਨੂੰ ਭੜਕਾ ਕੇ ਤੇ ਬਹੁਤ ਸਾਰੀਆਂ ਹੜਤਾਲਾਂ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ। ਕਹਿੰਦਾ ਸਧਾਰਨ ਜਨਤਾ ਦੀ ਆਰਥਿਕ ਮੰਦਹਾਲੀ, ਆਮ ਜਨਤਾ ਜਿਹੜੀ ਸੀ, ਜਿਹੜੇ ਗਰੀਬ ਲੋਕ ਸੀਗੇ ਉਹ ਅਮੀਰਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਸੀ। ਅਮੀਰ ਉਹਨਾਂ ਕੋਲੋਂ ਕਾਰਖਾਨਿਆਂ 'ਚ ਜ਼ਿਆਦਾ ਕੰਮ ਕਰਵਾਉਂਦੇ ਸੀ ਔਰ ਮਜ਼ਦੂਰੀ ਬਹੁਤ ਘੱਟ ਦਿੰਦੇ ਸੀ। ਉਹਨਾਂ ਨੂੰ 2 ਵੇਲੇ ਦੀ ਰੋਟੀ ਵੀ ਨਹੀਂ ਸੀ ਮਿਲਦੀ, ਸਰੀਰ ਢੱਕਣ ਵਾਸਤੇ ਕੱਪੜਾ ਨਹੀਂ ਸੀ ਮਿਲਦਾ ਔਰ ਉਸ ਸਮੇਂ ਤੇ ਜਿਹੜੇ ਅਮੀਰ ਲੋਕ ਹੋਰ ਅਮੀਰ ਹੋਈ ਜਾਂਦੇ ਸੀ, ਗਰੀਬ ਹੋਰ ਗਰੀਬ ਹੋਈ ਜਾਂਦੇ ਸੀ। ਇਹ ਵੀ ਇੱਕ ਕਾਰਨ ਬਣਿਆ ਕ੍ਰਾਂਤੀ ਦਾ। ਨੈਕਸਟ ਸਰਕਾਰੀ ਉੱਚੇ ਪਦ। ਕਹਿੰਦਾ ਉਸ ਸਮੇਂ ਤੇ ਜਿਹੜੀ ਜ਼ਿਆਦਾ ਸਰਕਾਰ ਸੀ ਨਾ ਰੂਸ ਦੀ, ਉਹ ਕੀ ਕਰਦੀ ਸੀ, ਪੜ੍ਹਿਆ ਲਿਖਿਆ ਨੂੰ ਨੌਕਰੀ ਨਹੀਂ ਸੀ ਦਿੰਦੀ। ਉਹ ਪੈਸੇ ਲੈ ਕੇ ਉੱਚੇ ਜਿਹੜੇ ਸਰਕਾਰੀ ਅਹੁਦੇ ਸੀ ਨਾ, ਉਹ ਪੈਸੇ ਲੈ ਕੇ ਲੋਕਾਂ ਨੂੰ ਦੇ ਦਿੰਦੀ ਸੀ, ਜਿਹਦੇ ਕਰਕੇ ਅਮੀਰ ਲੋਕ ਜਿਹੜੇ ਸੀ ਉਹ ਪੈਸੇ ਦੇ ਕੇ ਆਪਣੇ ਉੱਚੇ ਪਦ ਲੈ ਤਾਂ ਲੈਂਦੇ ਤੇ ਉਹਦੇ ਬਦਲੇ ਉਹ ਲੋਕਾਂ ਕੋਲੋਂ ਰਿਸ਼ਵਤਾਂ ਬੜੀਆਂ ਲੈਂਦੇ ਸੀ, ਜਿਹਦੇ ਕਰਕੇ ਜਿਹੜਾ ਸੀ ਸਰਕਾਰ ਜਿਹੜੀ ਕਮਜ਼ੋਰ ਹੁੰਦੀ ਗਈ। ਕਿ ਸਰਕਾਰ ਦੇ ਵਿਰੋਧ ਵਿੱਚ ਲੋਕ ਖੜੇ ਹੋ ਗਏ। ਰੂਸੀ ਸੱਭਿਅਤਾ ਉੱਤੇ ਲਾਗੂ ਕਰਨ ਦੇ ਯਤਨ ਸਭ ਤੇ। ਹੁਣ ਇੱਕ ਹੋਰ ਕਾਰਨ ਸੀ ਕਿ ਜਦੋਂ ਕੋਈ ਵਿਦੇਸ਼ੀ ਰੂਸ ਵਿੱਚ ਆ ਕੇ ਵੱਸਦਾ ਤਾਂ ਉਹਨੂੰ ਜ਼ਬਰਦਸਤੀ ਉੱਥੋਂ ਦੀ ਸੰਸਕ੍ਰਿਤੀ ਮਤਲਬ ਉਹਦੇ ਤੇ ਲਾਗੂ ਕੀਤੀ ਜਾਂਦੀ ਸੀ ਕਿ ਉਹਨੇ ਰੂਸ ਦੀ ਭਾਸ਼ਾ ਬੋਲਣੀ ਆ, ਰੂਸ ਵਰਗੇ ਰੂਸ ਦਾ ਹੀ ਢੰਗ ਤਰੀਕੇ ਦੇ ਕੱਪੜੇ ਪਾਉਣੇ ਆ ਔਰ ਉਹਦੀ ਸੰਸਕ੍ਰਿਤੀ ਬਿਲਕੁਲ ਚੇਂਜ ਕਰ ਦਿੰਦੇ ਸੀ ਜ਼ਬਰਦਸਤੀ। ਜਿਵੇਂ ਕਿ ਹੁਣ ਇਸ ਤਰ੍ਹਾਂ ਨਹੀਂ ਹੁੰਦਾ, ਆਪਾਂ ਕਿਸੇ ਵੀ ਕੰਟਰੀ ਵਿੱਚ ਜਾਈਏ ਅਸੀਂ ਆਪਣੀ ਸੰਸਕ੍ਰਿਤੀ ਦੇ ਮੁਤਾਬਕ ਰਹਿ ਸਕਦੇ ਹਾਂ, ਬਟ ਉਸ ਸਮੇਂ ਜਿਹੜਾ ਰੂਸ ਸੀ ਉਹਨੇ ਇਹ ਸਾਰੀਆਂ ਪਾਬੰਦੀਆਂ ਲਗਾ ਦਿੱਤੀਆਂ। ਉਦਯੋਗਿਕ ਵਿਕਾਸ। ਕਹਿੰਦਾ ਉਦਯੋਗਿਕ ਵਿਕਾਸ ਕਰਕੇ ਵੀ ਜਿਹੜਾ ਸੀ ਜ਼ਿਆਦਾ ਸਰਕਾਰ ਦਾ ਤਖਤਾ ਜਿਹੜਾ ਪਲਟਣ ਵਿੱਚ ਕਾਫੀ ਮਤਲਬ ਪ੍ਰਬੰਧ ਕੀਤੇ ਗਏ ਉਦਯੋਗਿਕ ਵਿਕਾਸ ਨੇ ਵੀ। ਹੜਤਾਲਾਂ। 1905 ਦੀ ਕ੍ਰਾਂਤੀ। ਹੁਣ ਇੱਕ ਨਾ 1905 ਵਿੱਚ ਕ੍ਰਾਂਤੀ ਹੋਈ ਸੀ, ਰੂਸ ਤੇ ਜਾਪਾਨ ਦੀ ਨਾ ਲੜਾਈ ਹੋ ਗਈ ਤੇ ਰੂਸ ਜਿਹੜਾ ਸੀ ਜਾਪਾਨ ਤੋਂ ਹਾਰ ਗਿਆ, ਜਿਹਦੇ ਕਰਕੇ ਲੋਕਾਂ ਨੂੰ ਲੱਗਾ, ਰੂਸ ਦੀ ਜਨਤਾ ਨੂੰ ਲੱਗਾ ਕਿ ਸਾਡਾ ਇੰਨਾ ਵੱਡਾ ਦੇਸ਼, ਛੋਟੇ ਦੇ ਦੇਸ਼ ਜਾਪਾਨ ਤੋਂ ਹਾਰ ਗਿਆ ਹੈ। ਤਾਂ ਉਹਨਾਂ ਨੇ ਗੁੱਸੇ ਦੇ ਵਿੱਚ ਜ਼ਿਆਦਾ ਸਰਕਾਰ ਦੀ ਕਮਜ਼ੋਰੀ ਨੂੰ ਦੱਸਣ ਵਾਸਤੇ ਉਹਨਾਂ ਨੇ ਕੀ ਕੀਤਾ, ਕ੍ਰਾਂਤੀ ਕਰ ਦਿੱਤੀ, ਵਿਦਰੋਹ ਕਰ ਦਿੱਤਾ ਕਿ ਸਾਡੀ ਜਿਹੜੀ ਸਰਕਾਰ ਉਹ ਸਹੀ ਨਹੀਂ ਆ, ਇਹ ਆਪਣੇ ਦੇਸ਼ ਨੂੰ ਹਰਾ ਲਿਆ, ਇਹਨੇ ਹਾਰ ਗਿਆ ਵਾ, ਰੂਸ ਜਿਹੜਾ ਹਾਰ ਗਿਆ ਵਾ ਜਾਪਾਨ ਤੋਂ। ਨੈਕਸਟ ਹੈਗਾ ਵਾ ਹੜਤਾਲਾਂ ਤੇ ਮੁਜ਼ਾਹਰੇ। ਕਹਿੰਦਾ ਉਸ ਸਮੇਂ ਤੇ 1906 ਵਿੱਚ ਜ਼ਾਰ ਨੇ ਆਪਣੀ ਪ੍ਰਤੀਕਿਰਿਆਵਾਦੀ ਅਤੇ ਦਮਨ ਨੀਤੀ ਜਾਰੀ ਰੱਖੀ, ਜਿਸ ਕਾਰਨ ਕ੍ਰਾਂਤੀਕਾਰੀਆਂ, ਉਦਾਰਵਾਦੀਆਂ ਦੇ ਮਜ਼ਦੂਰਾਂ ਨੇ ਸਰਕਾਰ ਦੇ ਵਿਰੁੱਧ ਹੜਤਾਲਾਂ ਕਰ ਦਿੱਤੀਆਂ। ਥਾਂ ਤੇ ਇਸ ਮੁਜ਼ਾਹਰੇ ਹੋਣ ਲੱਗ ਪਏ, ਹਿੰਸਕ ਕਾਰਵਾਈਆਂ ਹੋਣ ਲੱਗ ਗਈਆਂ, ਜਿਹਦੇ ਕਰਕੇ ਫਿਰ ਇਹ ਜਿਹੜਾ ਕਾਰਨ ਬਣਿਆ। ਨੈਕਸਟ ਹੈਗਾ ਜਾਪਾਨ ਨਾਲ 1904-05 ਲੜਾਈ ਵਿੱਚ ਰੂਸ ਦੀ ਹਾਰ। ਮੈਂ ਪਹਿਲੇ ਵੀ ਦੱਸਤਾ ਕਿ 1904-05 ਵਿੱਚ ਜਿਹੜਾ ਸੀ ਰੂਸ ਹੀ ਜਾਪਾਨ ਤੋਂ ਹਾਰ ਗਿਆ, ਜਿਹਦੇ ਕਰਕੇ ਲੋਕ ਜਿਹੜੇ ਸੀ ਉਹਨਾਂ ਦਾ ਆਪਣੀ ਸਰਕਾਰ ਤੋਂ ਜਿਹੜਾ ਹੀ ਵਿਸ਼ਵਾਸ ਉੱਠ ਗਿਆ
ਔਰ ਜਾਪਾਨ ਤੋਂ ਰੂਸ ਦੀ ਹਾਰ ਜਾਰ ਹਕੂਮਤ ਦੀ ਕਾਇਰਤਾ ਅਤੇ ਕਮਜ਼ੋਰੀ ਤੇ ਨਿਕੰਮੇ ਹੋਣ ਦਾ ਪ੍ਰੂਫ ਪੇਸ਼ ਕੀਤਾ ਉਹਨੇ। ਇਸ ਲਈ ਲੋਕ ਹੁਣ ਆਪਣੀ ਸਰਕਾਰ ਵਿੱਚ ਪਰਿਵਰਤਨ ਚਾਹੁੰਦੇ ਸੀ। ਪਹਿਲੇ ਮਹਾਂਯੁੱਧ ਵਿੱਚ ਵੀ ਰੂਸ ਹਾਰ ਗਿਆ, ਜਿਹਦੇ ਕਰਕੇ ਫਿਰ ਲੋਕਾਂ ਦਾ ਮਨ ਜਿਹੜਾ ਸੀ ਆਪਣੀ ਸਰਕਾਰ ਤੋਂ ਚੁੱਕਿਆ ਗਿਆ। ਬੁਰਾ ਪ੍ਰਸ਼ਾਸਨ, ਸਭ ਨੂੰ ਪਤਾ ਕਿ ਉਹ ਪਹਿਲੇ ਵੀ ਦੱਸਿਆ ਕਿ ਸਰਕਾਰ ਦੇ ਤਿੰਨੇ ਅੰਗ ਭ੍ਰਿਸ਼ਟਾਚਾਰ, ਬੇਈਮਾਨ ਤੇ ਚੋਰ ਬਜ਼ਾਰੀ ਵਿੱਚ ਸੀਗੇ। ਕਿਉਂਕਿ ਜਦੋਂ ਲੋਕ ਪੈਸੇ ਦੇ ਉੱਚੀਆਂ ਪਦਵੀਆਂ ਲੈਂਦੇ ਸੀ ਤੇ ਉਹ ਆਪਣੇ ਪੈਸਿਆਂ ਨੂੰ ਪੂਰਾ ਕਰਨ ਵਾਸਤੇ ਰਿਸ਼ਵਤਾਂ ਬੜੀਆਂ ਲੈਂਦੀਆਂ ਸੀ। ਇਸ ਕਰਕੇ ਜੋ ਸ਼ਰੇਆਮ ਕਤਲ ਹੋਣੇ ਸ਼ੁਰੂ ਹੋ ਗਏ। ਯੂਰਪ ਦੇ ਲੋਕਤੰਤਰ ਰਾਜ, ਕਹਿੰਦਾ ਯੂਰਪ ਦੇ ਲੋਕਤੰਤਰੀ ਰਾਜਾਂ ਦਾ ਵੀ ਪ੍ਰਭਾਵ ਪਿਆ। ਜਿਸ ਤਰ੍ਹਾਂ ਉੱਥੋਂ ਦੇ ਲੋਕਤੰਤਰ ਸ਼ੁਰੂ ਸਰਕਾਰ ਹੋਈ ਤੇ ਇਹਨਾਂ ਦੇ ਮਨ ਵਿੱਚ ਵੀ ਆਇਆ ਕਿ ਅਸੀਂ ਵੀ ਆਪਣੀ ਜ਼ਿਆਦਾ ਸਰਕਾਰ ਦਾ ਤਖਤਾ ਪਲਟ ਕਰੀਏ ਤੇ ਇਸ ਤਰ੍ਹਾਂ ਦੀ ਸਰਕਾਰ ਲਈਏ। ਯਾਰ ਨਿਕੋਲਸ ਦੀਆਂ ਨਿੱਜੀ ਕਮਜ਼ੋਰੀਆਂ, ਜਿਹੜਾ ਯਾਰ ਨਿਕੋਲਸ ਉਦੋਂ ਦਾ ਸਮਰਾਟ ਸੀ ਰੂਸ ਦਾ, ਉਹਦੇ ਵਿੱਚ ਬਹੁਤ ਸਾਰੀਆਂ ਮਤਲਬ ਕਮਜ਼ੋਰੀਆਂ ਸੀ। ਕਹਿੰਦਾ ਉਹਦੇ ਮਨ 'ਚ ਇੱਕ ਵਹਿਮ ਸੀਗਾ ਬਚਪਨ ਤੋਂ ਹੀ ਕਿ ਉਹ ਆਪਣੀ ਸ਼ਕਤੀ ਨੂੰ ਘੱਟ ਨਾ ਕਰੇ, ਔਰ ਉਹਨੇ ਆਪਣੀ ਸ਼ਕਤੀ ਨੂੰ ਵਧਾਉਣ ਵਾਸਤੇ ਲੋਕਾਂ ਤੇ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ ਤੇ ਲੋਕਾਂ ਕੋਲੋਂ ਜ਼ਬਰਦਸਤੀ ਆਪਣੇ ਕੰਮ ਮਨਵਾਉਣੇ ਸ਼ੁਰੂ ਕਰ ਦਿੱਤੇ। ਔਰ ਰੂਸ ਦੀ ਬਦਕਿਸਮਤੀ ਇਹ ਕਿ ਨਿਕੋਲਸ ਦੂਜੇ ਨੇ ਲੂਈ 16ਵੇਂ ਵਾਂਗ ਵਿਦੇਸ਼ੀ ਰਾਜਕੁਮਾਰੀ ਨਾਲ ਵਿਆਹ ਕਰਵਾ ਲਿਆ, ਜਿਹਦੇ ਕਰਕੇ ਲੋਕਾਂ ਨੂੰ ਉਹਦਾ ਇਹ ਕੰਮ ਚੰਗਾ ਨਾ ਲੱਗਾ। ਤਤਕਾਲੀਨ ਕਾਰਨ ਕੀ ਸੀਗਾ? ਕਿਉਂਕਿ ਤਤਕਾਲੀਨ ਕਾਰਨ ਅਸੀਂ ਜ਼ਰੂਰ ਲਿਖਣਾ ਹੁੰਦਾ। ਡੂਮਾ ਨੇ ਪਾਰਲੀਮੈਂਟ ਵਿੱਚ ਲੋਕਾਂ ਦੇ ਪ੍ਰਤੀਨਿਧਾਂ ਦੇ ਨਵੇਂ ਜ਼ਿੰਮੇਵਾਰ ਮੰਤਰੀ ਮੰਡਲ ਦੀ ਨਿਯੁਕਤੀ ਦੀ ਮੰਗ ਕੀਤੀ। ਇਹ ਮੰਗ ਤਾਂ ਕਿਉਂਕਿ ਲੋਕ ਚਾਹੁੰਦੇ ਸੀਗੇ ਕਿ ਪਾਰਲੀਮੈਂਟ ਵਿੱਚ ਨਵੇਂ ਲੋਕ ਜਿਹੜੇ ਆ ਉਹ ਨਿਯੁਕਤ ਕੀਤੇ ਜਾਣ, ਮੰਤਰੀ ਮੰਡਲ ਨਿਯੁਕਤ ਕੀਤਾ ਜਾਵੇ। ਜਾਰ ਨੇ ਡੂਮਾ ਹੀ ਤੋੜ ਦਿੱਤਾ। ਇਸ ਦੇ ਕਾਰਨ ਮੈਂਬਰਾਂ ਨੂੰ ਜਾਂ ਤਾਂ ਕੈਦ ਕਰ ਲਿਆ ਗਿਆ ਤੇ ਉਹਨਾਂ ਦੇ ਘਰ ਭੇਜ ਦਿੱਤਾ ਗਿਆ। ਲੋਕ ਸਭਾਵਾਂ ਦੀ ਇਕੱਤਰਤਾ ਨੇ ਡੂਮਾ ਦੇ ਵਿਚਾਰ ਦੀ ਪ੍ਰੋੜਤਾ ਕੀਤੀ। ਜਾਰ ਨੇ ਇਸ ਨੂੰ ਵੀ ਤੋੜ ਦਿੱਤਾ। ਇਸ ਤਰ੍ਹਾਂ ਕਈ ਪਾਰਟੀਆਂ ਦੇ ਨੇਤਾਵਾਂ ਨੇ ਦੇਸ਼ ਭਗਤਾਂ ਦੇ ਸੁਧਾਰਾਂ ਦੀ ਮੰਗ ਕੀਤੀ। ਇਹ ਸੀਗਾ ਤਤਕਾਲੀਨ ਕਾਰਨ। ਉਸ ਤੋਂ ਬਾਅਦ ਇਹਦੇ ਅਸੀਂ ਕਰਾਂਗੇ ਕਿ ਇਹਦਾ ਨਾ ਇੱਕ ਕੁਐਸਚਨ ਇਸ ਤਰ੍ਹਾਂ ਵੀ ਆਉਂਦਾ ਵਾ, ਪੇਜ ਨੰਬਰ 290 ਤੇ, ਬੋਲਸ਼ਵਿਕ ਕ੍ਰਾਂਤੀ ਕੀ ਸੀ? ਮੈਂ ਤੁਹਾਨੂੰ ਦੱਸਿਆ ਨਾ ਸਮਾਜਵਾਦੀ ਦੋ ਗਰੁੱਪ ਸੀਗੇ, ਇੱਕ ਹੈਗਾ ਬੋਲਸ਼ਵਿਕ ਔਰ ਇੱਕ ਮੈਂ ਪਿੱਛੇ ਤੁਹਾਨੂੰ ਦੱਸਿਆ ਸੀ ਮੇਨਸ਼ੇਵਿਕ। ਇਹ ਦੋ ਦਲ ਸੀਗੇ। ਔਰ ਕ੍ਰਾਂਤੀ ਜਿਹੜੀ ਕੀਤੀ ਸੀ ਬੋਲਸ਼ਵਿਕ ਵਾਲਿਆਂ ਨੇ ਕੀਤੀ ਸੀ, ਇਹਨਾਂ ਨੇ ਕੀਤੀ ਸੀ। ਇਸ ਤਰ੍ਹਾਂ ਵੀ ਕੁਐਸਚਨ ਆ ਜਾਂਦਾ ਕਿ ਬੋਲਸ਼ਵਿਕ ਕ੍ਰਾਂਤੀ ਤੋਂ ਕੀ ਭਾਵ ਆ। ਹੁਣ ਅਸੀਂ ਇਹ ਕੁਐਸਚਨ ਤੁਸੀਂ ਖੁਦ ਕਰ ਲੈਣਾ ਕਿ ਪੁਆਇੰਟ ਤੇ ਸੇਮ ਹੀ ਹੈ, ਬਸ ਬੋਲਸ਼ਵਿਕ ਵਾਲਿਆਂ ਦਾ ਨਾਂ ਦੱਸਣਾ ਕਿ ਉਹਨਾਂ ਨੇ ਕਿਸ ਤਰ੍ਹਾਂ ਕ੍ਰਾਂਤੀ ਕੀਤੀ। ਹੁਣ ਇਹਦੇ ਪ੍ਰਭਾਵ ਨਤੀਜੇ ਕਰਾਂਗੇ, ਨਤੀਜੇ ਜਾਂ ਪ੍ਰਭਾਵ ਸੇਮ ਹੀ ਹੁੰਦੇ ਨੇ। ਜਾਂ ਫਿਰ ਇਸ ਤਰ੍ਹਾਂ ਕੁਐਸਚਨ ਹੁੰਦਾ ਕਿ ਕ੍ਰਾਂਤੀ ਦੀ ਸਫਲਤਾ ਦੇ ਕਾਰਨ ਦੱਸੋ ਜਾਂ ਨਤੀਜੇ ਦੱਸੋ। ਇੱਥੇ ਇਹਦੇ ਨਤੀਜੇ ਪੇਜ ਨੰਬਰ 222 ਤੇ, ਔਰ ਜਿਹੜੇ ਕਾਰਨ ਹੋਰ ਵੀ ਕਈ ਕਾਰਨ ਉਹ ਇੱਥੇ ਆ। ਜੇਕਰ ਬੋਲਸ਼ਵਿਕ ਕ੍ਰਾਂਤੀ ਆ ਜੇ ਤੇ ਉਹਦੇ ਕਾਰਨ ਆ 221 ਤੇ ਯੋਗ ਨੇਤਾ, ਮੇਨਸ਼ਵਿਕ ਸਰਕਾਰ ਦੀ ਕਮਜ਼ੋਰੀ ਕਿਉਂਕਿ ਦੋ ਦਲ ਸੀਗੇ, ਮੇਨਸ਼ਵਿਕ ਸਰਕਾਰ ਦੀ ਭੂਮੀ ਸਮੱਸਿਆ ਵੱਲੋਂ ਬੇਧਿਆਨੀ। ਕਿਉਂਕਿ ਜਦੋਂ ਕ੍ਰਾਂਤੀ ਹੋਈ ਸਭ ਤੋਂ ਪਹਿਲਾਂ ਬੋਲਸ਼ਵਿਕ ਤੇ ਮੇਨ ਸੇਵਿਕ ਸਰਕਾਰ ਜਿਹੜੀ ਸੀ ਉਹ ਬਣੀ, ਉਹਨਾਂ ਨੇ ਆਪਣੀ ਸਰਕਾਰ ਬਣਾਈ। ਬਾਅਦ ਵਿੱਚ ਮੇਨ ਸੇਵਿਕ ਸਰਕਾਰ ਦੇ ਵਿੱਚ ਆ ਕਮਜ਼ੋਰੀਆਂ ਆ ਗਈਆਂ, ਉਹਨਾਂ ਦੇ ਨੇਤਾ ਯੋਗ ਨਹੀਂ ਸੀ। ਮੇਨਸ਼ਵਿਕ ਸਰਕਾਰਾਂ ਦੀ ਕਮਜ਼ੋਰੀ, ਮੇਨਸ਼ਵਿਕ ਸਰਕਾਰ ਦੀ ਭੂਮੀ ਸਮੱਸਿਆ ਵੱਲੋਂ ਬੇਧਿਆਨੀ ਔਰ ਬੇਲਸ਼ਿਕ ਦਾ ਪ੍ਰਚਾਰ, ਰੂਸ ਦੇ ਦੇਸ਼ਾਂ ਵਿੱਚ ਦਾ ਵਿਸ਼ਾਲ ਹੋਣਾ, ਕ੍ਰਾਂਤੀਕਾਰੀਆਂ ਵਿੱਚ ਏਕਤਾ, ਕਿਰਤੀ ਅਤੇ ਕਿਸਾਨਾਂ ਦਾ ਸਹਿਯੋਗ, ਵਿਦੇਸ਼ੀ ਸਹਾਇਤਾ ਮਿਲਣੀ ਸ਼ੁਰੂ ਹੋ ਗਈ ਇਹਨਾਂ ਨੂੰ, ਔਰ ਕੁਝ ਹੋਰ ਕਾਰਨ। ਹੁਣ ਇਹਦੇ ਨਤੀਜੇ ਆਪਾਂ ਕਰਾਂਗੇ। ਪਹਿਲਾ ਨਤੀਜਾ ਕਹਿੰਦਾ 1917 ਈਸਵੀ ਚ ਰੂਸ ਕ੍ਰਾਂਤੀ ਨੇ ਰੂਸ ਵਿੱਚ ਜ਼ਾਰਾ ਸ਼ਾਹੀ ਖਤਮ ਕਰਤੀ, ਯਾਨੀ ਕਿ ਜ਼ਾਰ ਸਰਕਾਰ ਨੂੰ ਖਤਮ ਕਰ ਦਿੱਤਾ। ਔਰ ਕੁਝ ਚਿਰ ਮੇਨਸ਼ੇਵਿਕ ਸਰਕਾਰ ਰਹੀ, ਬਟ ਉਹਨੂੰ ਬੋਲਸ਼ਵਿਕ ਸਰਕਾਰ ਨੇ ਖਤਮ ਕਰ ਦਿੱਤਾ। ਕਹਿੰਦਾ ਕਿ ਫਿਰ 1917 ਈਸਵੀ ਵਿੱਚ ਲੈਨਿਨ ਦੀ ਅਗਵਾਈ ਹੇਠ ਬੋਲਸ਼ੇਵਿਕ ਕ੍ਰਾਂਤੀ ਹੋਈ। ਉਹਨਾਂ ਦੇ ਹੱਕ ਵਿੱਚ ਸ਼ਕਤੀ ਆਉਣ ਨੂੰ ਹੀ ਇਤਿਹਾਸ ਵਿੱਚ ਰੂਸ ਦੀ ਕ੍ਰਾਂਤੀ ਆਖਿਆ ਜਾਂਦਾ ਹੈ। ਅਸਲ ਵਿੱਚ ਇਹ ਸੀਗੀ ਰੂਸ ਦੀ ਕ੍ਰਾਂਤੀ ਜਦੋਂ ਬੋਲਸ਼ੇਵਿਕ ਕ੍ਰਾਂਤੀ ਹੋਈ। ਇਹਨਾਂ ਨੇ 1918 ਵਿੱਚ ਨਵਾਂ ਸੰਵਿਧਾਨ ਲਾਗੂ ਕਰਕੇ ਰੂਸ ਦਾ ਨਾਮ ਰਸ਼ੀਅਨ, ਹੁਣ ਰੂਸ ਦਾ ਨਾਮ ਬਦਲ ਦਿੱਤਾ ਤੇ ਉਹਦਾ ਨਾਮ ਰੱਖਤਾ ਰਸ਼ੀਅਨ ਸੋਸ਼ਲਿਸਟ ਫੈਡਰੇਟਿਵ ਸੋਵੀਅਤ ਸੰਘ ਰਿਪਬਲਿਕ ਰੱਖਿਆ।
ਪਰ ਕਮਿਊਨਿਸਟਾਂ ਨੇ 1922 ਵਿੱਚ ਯੂਨੀਅਨ ਆਫ ਸੋਵੀਅਤ ਸੋਸ਼ਲਿਸਟ ਰਿਪਬਲਿਕ ਦੀ ਸਥਾਪਨਾ ਕੀਤੀ। ਪਹਿਲਾ ਨਤੀਜਾ ਇਹ ਕਿ ਰੂਸ ਦਾ ਲੜਾਈ ਵਿੱਚੋਂ ਨਿਕਲਣਾ। ਹੁਣ ਜਦੋਂ ਰੂਸ ਨੇ ਕੀ ਕੀਤਾ ਵੀ ਜਿਹੜੇ ਦੂਸਰੇ ਯੁੱਧ ਨਹੀਂ ਸੀ ਹੋ ਰਹੇ ਦੂਸਰੇ ਦੇਸ਼ਾਂ ਦੇ ਆਪਸ ਵਿੱਚ, ਉਹਨੇ ਆਪਣੇ ਆਪ ਨੂੰ ਵਿੱਚੋਂ ਉਹਨਾਂ ਲੜਾਈਆਂ ਚੋਂ ਕੱਢ ਲਿਆ। ਕਹਿੰਦਾ ਨਵੀਂ ਕਮਿਊਨਿਸਟ ਸਰਕਾਰ ਨੇ ਦੇਸ਼ ਲਈ ਲੜਾਈ ਹਾਨੀਕਾਰਕ ਸਮਝੀ, ਕਿਉਂਕਿ ਦੇਸ਼ ਦੀ ਆਰਥਿਕ ਹਾਲਤ ਜਾਟ ਸਰਕਾਰ ਸਮੇਂ ਤੋਂ ਹੀ ਬਹੁਤ ਗਿਰੀ ਹੋਈ ਸੀ। ਇਸ ਲੜਾਈ ਵਿੱਚ 20 ਲੱਖ ਆਦਮੀ ਮਾਰੇ ਜਾ ਚੁੱਕੇ ਸਨ ਅਤੇ 50 ਲੱਖ ਜ਼ਖਮੀ ਹੋ ਗਏ ਸੀ। ਇਸ ਤਰ੍ਹਾਂ ਸੈਨਿਕ ਨਾਸ਼ ਦੇ ਕਾਰਨ ਰੂਸੀ ਸੈਨਾ ਦਾ ਦਿਲ ਟੁੱਟ ਚੁੱਕਾ। ਇਸ ਤੋਂ ਬਿਨਾਂ ਖਾਦ ਸਮੱਗਰੀ ਬਹੁਤੀ ਯੁੱਧ ਖੇਤਰ ਵਿੱਚ ਭੇਜੀ ਜਾਣ ਕਾਰਨ ਦੇਸ਼ ਵਿੱਚ ਚੀਜ਼ਾਂ ਦੀ ਥੋੜ ਹੋ ਗਈ ਔਰ ਇਹ ਰੂਸੀ ਯੁੱਧ ਦੇ ਬੰਦ ਕਰਨ ਲਈ ਕਾਹਲੇ ਪਏ ਹੋਏ ਸਨ। ਉਹ ਨਹੀਂ ਚਾਹੁੰਦੇ ਕਿ ਹੁਣ ਰੂਸ ਕਿਸੇ ਹੋਰ ਲੜਾਈ ਵਿੱਚ ਪਵੇ। ਇਸ ਕਰਕੇ ਰੂਸ ਨੇ ਸਾਰੀਆਂ ਲੜਾਈਆਂ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢ ਲਿਆ। ਭਾਵੇਂ ਉਹਨੇ ਅਪਮਾਨਜਨਕ ਸੰਧੀ ਕੀਤੀ ਸੀ ਬਟ ਉਹਨੇ ਲੜਾਈ ਕਰਨੀ ਸਹੀ ਨਾ ਸਮਝੀ। ਜਾਰਾ ਦੀ ਨਿਰਕੁੰਸ਼ ਸਰਕਾਰ ਦਾ ਅੰਤ ਆਪਾਂ ਆਪਣੇ ਤਰੀਕੇ ਨਾਲ ਲਿਖ ਦਿੰਦੇ ਹਾਂ ਕਿ ਜਿਹੜੀ ਜਾਟ ਸਰਕਾਰ ਸੀ ਉਹਦੇ ਅਤਿਆਚਾਰੀ ਤੇ ਨਿਰਕੁੰਸ਼ ਸੀਗੀ, ਉਹਨੂੰ ਖਤਮ ਕਰ ਦਿੱਤਾ ਕਿਉਂਕਿ ਉਹਨੇ ਆਪਣੇ ਕਾਮਿਆਂ ਵੱਲ ਗਰੀਬਾਂ ਵੱਲ ਕੋਈ ਧਿਆਨ ਨਹੀਂ ਸੀ ਦਿੱਤਾ। ਆਰਥਿਕ ਸੁਧਾਰ ਲੈਨਿਨ ਜਿਹੜਾ ਪ੍ਰਧਾਨ ਮੰਤਰੀ ਸੀ ਉਸ ਸਮੇਂ ਬਣਿਆ, ਉਹਨੇ ਆਰਥਿਕ ਪ੍ਰਣਾਲੀ ਲਾਗੂ ਕਰ ਦਿੱਤੀ। ਬਹੁਤ ਸਾਰੇ ਉਸਨੇ ਕਾਰਨ ਮਾਰਕਸ ਦੀਆਂ ਸਿਧਾਂਤਾਂ ਨੂੰ ਅਮਲੀ ਰੂਪ ਦਿੱਤਾ ਕਿਉਂਕਿ ਮਾਰਕਸ ਨੇ ਇਹ ਕ੍ਰਾਂਤੀ ਕਰਵਾਈ ਸੀ ਇਨਡਾਇਰੈਕਟਲੀ। ਉਸਨੇ ਪ੍ਰਾਈਵੇਟ ਜਾਇਦਾਦ ਖਤਮ। ਹੁਣ ਨਾ ਰੂਸ ਵਿੱਚ ਇੱਕ ਰੂਲ ਹੈ ਉਦੋਂ ਦਾ ਬਣਿਆ ਹੋਇਆ ਕਿ ਕੋਈ ਵੀ ਇਨਸਾਨ ਆਪਣੀ ਪਰਸਨਲ ਪ੍ਰੋਪਰਟੀ ਨਹੀਂ ਬਣਾਊਗਾ। ਇਹ ਹਾਲੇ ਵੀ ਹੈਗਾ ਔਰ ਖਤਮ ਕਰਤੀ। ਹਲਵਾਕਾਂ ਨੂੰ ਸਾਰੀ ਭੂਮੀ ਦੇ ਦਿੱਤੀ। ਸਾਰੇ ਕਾਰਖਾਨੇ ਤੇ ਵਰਕਸ਼ਾਪਾਂ ਸਰਕਾਰੀ ਪ੍ਰਬੰਧ ਹੇਠ ਆ ਗਈਆਂ। ਉਹਨਾਂ ਦਾ ਯੋਗ ਪ੍ਰਬੰਧ ਆਮ ਜਨਤਾ ਨੂੰ ਦੇ ਦਿੱਤਾ ਗਿਆ। ਹਰ ਸ਼ਹਿਰੀ ਲਈ ਮਜ਼ਦੂਰੀ ਜ਼ਰੂਰੀ ਬਣਾ ਦਿੱਤੀ ਗਈ ਕਿਉਂਕਿ ਕੋਈ ਵੀ ਨਾਗਰਿਕ ਮਜ਼ਦੂਰੀ ਕਰੂਗਾ, ਮਤਲਬ ਉਹਨੂੰ ਉਹ ਆਪਣੀ ਪ੍ਰੋਪਰਟੀ ਬਣਾ ਕੇ ਅਮੀਰ ਨਹੀਂ ਬਣੂਗਾ, ਉਹਨੂੰ ਮਜ਼ਦੂਰੀ ਕਰਨੀ ਪਏਗੀ। ਕਹਿੰਦਾ ਉਹ ਭਾਵੇਂ ਕਿਸੇ ਵੀ ਰੂਪ ਵਿੱਚ ਕਿਉਂ ਨਾ ਹੋਵੇ। ਕਮਿਊਨਿਸਟ ਸਰਕਾਰ ਨੇ ਬੈਂਕਾਂ ਦਾ ਵੀ ਰਾਸ਼ਟਰੀਕਰਨ ਕਰ ਦਿੱਤਾ, ਯਾਨੀ ਕਿ ਸਾਰੇ ਲੋਕਾਂ ਦੀ ਸੰਪੱਤੀ ਉੱਤੇ ਬੈਂਕਾਂ ਦਾ ਹੱਕ ਹੋ ਗਿਆ। ਸਾਰਿਆਂ ਦੇ ਨਿੱਜੀ ਖਾਤੇ ਜਿਹੜੇ ਸੀ ਬੰਦ ਕਰ ਦਿੱਤੇ ਗਏ। ਇਹ ਆ ਜੀ ਰੂਸ ਦਾ ਮਤਲਬ ਸਾਮਵਾਦੀ ਸਰਕਾਰ ਹੈ ਨਾ। ਇਸੇ ਕਰਕੇ ਰੂਸ ਤੇ ਜਿਹੜਾ ਅਮਰੀਕਾ ਇੱਕ ਦੂਜੇ ਦੇ ਵਿਰੋਧ ਵਿੱਚ ਰਹਿੰਦੇ ਕਿਉਂਕਿ ਅਮਰੀਕਾ ਦੇ ਜਿਹੜਾ ਪੂੰਜੀਪਤੀ ਦੇਸ਼ ਹੈ ਤੇ ਇਹ ਸਾਮਵਾਦੀ ਦੇਸ਼ ਹੈ। ਮਜ਼ਦੂਰਾਂ ਤੇ ਕਿਸਾਨਾਂ ਦੀ ਹਾਲਤ ਵਿੱਚ ਸੁਧਾਰ। ਹੁਣ 1917 ਦੀ ਕ੍ਰਾਂਤੀ ਦਾ ਸਭ ਤੋਂ ਪਹਿਲਾਂ ਮੁੱਖ ਉਦੇਸ਼ ਇਹ ਸੀ ਕਿ ਮਜ਼ਦੂਰਾਂ ਤੇ ਕਿਸਾਨਾਂ ਦਾ ਜਿਹੜਾ ਰੁਤਬਾ ਉੱਚਾ ਚੁੱਕਣਾ, ਯਾਨੀ ਕਿ ਇਹਨਾਂ ਨੇ ਅਮੀਰਾਂ ਨੂੰ ਖਤਮ ਹੀ ਕਰ ਦਿੱਤਾ। ਉਹਨਾਂ ਕੋਲ ਸਾਰੀਆਂ ਚੀਜ਼ਾਂ ਖੋਹ ਕੇ ਗਰੀਬਾਂ ਤੇ ਕਿਸਾਨਾਂ ਨੂੰ ਦੇ ਦਿੱਤੀਆਂ। ਇਹਨਾਂ ਨੇ ਕੀ ਕੀਤਾ, ਸਿੱਖਿਆ ਲਈ ਉਹਨਾਂ ਵਾਸਤੇ ਮਜ਼ਦੂਰਾਂ ਤੇ ਕਿਸਾਨਾਂ ਵਾਸਤੇ ਖਾਸ ਪ੍ਰਬੰਧ ਕੀਤੇ। ਕਾਰਖਾਨਿਆਂ 'ਚ ਮਜ਼ਦੂਰਾਂ ਦੇ ਆਰਾਮ ਕਰਨ ਤੇ ਮਨੋਰੰਜਨ ਦਾ ਪ੍ਰਬੰਧ ਵੀ ਕੀਤਾ ਗਿਆ। ਇਲਾਜ ਲਈ ਸਰਕਾਰੀ ਡਾਕਟਰ ਨਿਯੁਕਤ ਕੀਤੇ ਗਏ ਮਜ਼ਦੂਰਾਂ ਵਾਸਤੇ। ਇਸਤਰੀ ਮਜ਼ਦੂਰਾਂ ਨੂੰ ਕਈ ਸਹੂਲਤਾਂ ਦਿੱਤੀਆਂ ਗਈਆਂ। ਕਾਰਖਾਨਿਆਂ ਦਾ ਪ੍ਰਬੰਧ ਮਜ਼ਦੂਰਾਂ ਦੇ ਸੰਘਾਂ ਨੂੰ ਸੌਂਪ ਦਿੱਤਾ ਗਿਆ। ਯਾਨੀ ਕਿ ਹੁਣ ਜਿਹੜਾ ਕਾਰਖਾਨੇ ਆ ਜਿਹੜੇ ਸੀ ਨਾ ਉਹ ਪੂੰਜੀਪਤੀਆਂ ਦੇ ਨਹੀਂ ਰਹੇ, ਮਜ਼ਦੂਰਾਂ ਦੇ ਬਣ ਗਏ। ਉਹਨਾਂ ਦੀ ਭਲਾਈ ਲਈ ਬਹੁਤ ਸਾਰੇ ਕਾਨੂੰਨ ਬਣਾਏ ਗਏ। ਪਿੰਡਾਂ ਵਿੱਚ ਜ਼ਿਮੀਂਦਾਰਾਂ ਪਾਸੋਂ ਜ਼ਮੀਨ ਖੋਹ ਕੇ ਕਿਸਾਨਾਂ ਵਿੱਚ ਵੰਡ ਦਿੱਤੀ ਗਈ। ਕਿਸਾਨਾਂ ਨੂੰ ਕਰਾਂ ਤੋਂ ਯਾਨੀ ਕਿ ਟੈਕਸ ਤੋਂ ਮੁਕਤ ਕਰ ਦਿੱਤਾ ਗਿਆ। ਸਥਾਨਿਕ ਸ਼ਾਸਨ ਵਿੱਚ ਕਿਸਾਨ ਤੇ ਕਿਰਤੀਆਂ ਨੂੰ ਕਾਫੀ ਸਥਾਨ ਦਿੱਤਾ ਗਿਆ। ਹੁਣ ਕਿਉਂਕਿ ਮਜ਼ਦੂਰਾਂ ਤੇ ਕਿਸਾਨਾਂ ਦੇ ਪੂੰਜੀਪਤੀਆਂ ਨੇ ਪਹਿਲਾਂ ਬਹੁਤ ਜ਼ਿਆਦਾ ਜ਼ੁਲਮ ਕੀਤੇ ਸੀ, ਇਸ ਕਰਕੇ ਉਹਨਾਂ ਸਾਰੀ ਜ਼ਮੀਨ ਜਾਇਦਾਦ ਜਿਹੜੀ ਸੀ ਪੂੰਜੀਪਤੀਆਂ ਕੋਲ ਖੋਲੀ। ਸਮਤਾ ਤੇ ਪੁਰੋਤਾ ਦੀ ਵਿਰੋਧਤਾ। ਜਿੰਨੇ ਵੀ ਸਮਤ ਸੀ ਭੂਮੀਆਂ ਦੇ ਮਾਲਕ ਉਹਨਾਂ ਨੂੰ ਦਬਾ ਦਿੱਤਾ। ਉਹਨਾਂ ਕੋਲੋਂ ਵੀ ਸਾਰਾ ਕੁਝ ਖੋਹ ਕੇ ਗਰੀਬਾਂ ਨੂੰ ਦੇ ਦਿੱਤਾ। 5 ਸਾਲਾ ਯੋਜਨਾ। ਕਹਿੰਦਾ 1931 ਤੋਂ ਬਾਅਦ ਜਿਹੜਾ ਲੈਨਿਨ ਤੇ ਸਟਾਲਿਨ ਸੀ, ਇਹਨਾਂ ਦੇ ਹੱਥਾਂ ਵਿੱਚ ਸਾਰੀ ਸ਼ਕਤੀ ਆ ਗਈ। ਇਹਨਾਂ ਨੇ ਇੱਕ 5 ਸਾਲਾ ਯੋਜਨਾ ਦਾ ਪ੍ਰਬੰਧ ਕੀਤਾ ਜਿਹਦੇ ਵਿੱਚ ਖੇਤੀਬਾੜੀ ਨੂੰ ਸਭ ਤੋਂ ਜ਼ਿਆਦਾ ਉਤਸ਼ਾਹਿਤ ਕੀਤਾ। ਰੂਸ ਵਿੱਚ ਸਾਮਵਾਦੀ ਸ਼ਾਸਨ ਲਾਗੂ। ਰੂਸ ਵਿੱਚ ਸਾਮਵਾਦੀ ਸਰਕਾਰ ਬਣੀ ਔਰ ਸਾਰਾ ਕੁਛ ਬੈਂਕ, ਕਾਰਖਾਨੇ, ਮਿੱਲਾਂ, ਖਾਨਾ, ਰੇਲ, ਟੈਲੀਫੋਨ ਸਭ ਸਰਕਾਰ ਦੇ ਅਧੀਨ ਆ ਗਏ ਔਰ ਸਾਰੇ ਨਾਗਰਿਕਾਂ ਨੂੰ ਸਮਾਨ ਅਧਿਕਾਰ ਦਿੱਤੇ ਤੇ ਸਮਾਨ ਯੋਗਤਾ ਤੇ ਆਧਾਰ ਤੇ ਕੰਮ ਦਿੱਤਾ। ਸਮਾਜ ਵਿੱਚ ਵਰਗ ਸੰਘਰਸ਼ ਦਾ ਖਾਤਮਾ। ਹੁਣ ਜਿੰਨੇ ਵੀ ਦੇਸ਼ ਆ ਨਾ, ਜਿਵੇਂ ਭਾਰਤ ਆ, ਅਮਰੀਕਾ ਵਾ, ਕੈਨੇਡਾ ਵਾ, ਆਸਟ੍ਰੇਲੀਆ, ਸਾਰਿਆਂ ਦੇ ਵਿੱਚ ਵਰਗ ਸੰਘਰਸ਼ ਹੈਗਾ। ਯਾਨੀ ਕਿ ਅਮੀਰ ਤੇ ਗਰੀਬ ਲੋਕ ਦੋਵੇਂ ਤਰ੍ਹਾਂ ਦੇ ਲੋਕ ਹੈਗੇ ਆ, ਮਿਡਲ ਕਲਾਸ ਦੇ ਵੀ ਹੈਗੇ ਆ। ਬਟ ਇੱਕ ਰੂਸ ਹੀ ਇਹੋ ਜਿਹਾ ਦੇਸ਼ ਹੈ ਜਿਹਦੇ ਵਿੱਚ ਵਰਗ ਹੀ ਨਹੀਂ ਹੈਗਾ। ਸਾਰੇ ਲੋਕ ਹੀ ਸਮਾਨ ਨੇ, ਨਾ ਅਮੀਰ ਹੱਥ ਹੈਗੇ ਉੱਥੇ ਨਾ ਗਰੀਬ ਹੈਗੇ, ਬਰਾਬਰ ਨੇ ਸਾਰੇ ਲੋਕ। ਸਮਾਜ ਵਿੱਚ ਸਮਾਨਤਾ। ਕਹਿੰਦਾ ਇਸ ਤਰ੍ਹਾਂ ਕਰਨਾ ਸਾਰੇ ਸਮਾਜ ਵਿੱਚ ਗਰੀਬ, ਪੂੰਜੀਪਤੀ, ਸਰਮਾਏਦਾਰ, ਕੁਲੀਨ ਤੇ ਪੂੰਜੀਪਤੀਆਂ ਦਾ ਖਾਤਮਾ ਕਰ ਦਿੱਤਾ ਗਿਆ। ਸਮਾਜ ਵਿੱਚ ਕੋਈ ਛੋਟਾ ਵੱਡਾ ਤੇ ਅਮੀਰ ਗਰੀਬ ਨਹੀਂ ਰਿਹਾ।
ਸਭ ਨੂੰ ਕਮਾਉਣ ਦੇ ਸਮਾਨ ਅਧਿਕਾਰ ਸਨ, ਸਾਰੇ ਨਾਗਰਿਕਾਂ ਨੂੰ ਵੋਟ ਦੇਣ ਦਾ ਸਮਾਨ ਅਧਿਕਾਰ, ਨਿਆਂ ਦੇ ਸਾਹਮਣੇ ਸਾਰੇ ਨਾਗਰਿਕ ਸਮਾਨ। ਸਦੀਆਂ ਤੋਂ ਚੱਲੀ ਆ ਰਹੀ ਊਚ ਨੀਚ ਦੀ ਭਾਵਨਾ ਖਤਮ ਹੋ ਗਈ, ਸਮਾਜ ਵਿੱਚ ਸਮਾਨਤਾ ਦੀ ਭਾਵਨਾ ਪੈਦਾ ਹੋ ਗਈ। ਮਜ਼ਦੂਰਾਂ ਤੇ ਕਿਸਾਨਾਂ ਦੀ ਸਰਕਾਰ ਨੇ ਸਮਾਜ ਦੀ ਭਲਾਈ ਲਈ ਕੰਮ ਕੀਤੇ। ਸ਼ਕਤੀਸ਼ਾਲੀ ਰੂਸ ਦਾ ਉਭਾਰ। ਹੁਣ ਇਸ ਤਰ੍ਹਾਂ ਕਰਨ ਨਾਲ ਰੂਸ ਜਿਹੜਾ ਸੀ ਉਹ ਬਹੁਤ ਹੀ ਜ਼ਿਆਦਾ ਅਮੀਰ ਹੋ ਗਿਆ, ਯਾਨੀ ਕਿ ਉਹਦੀ ਸ਼ਕਤੀ ਵਿੱਚ ਵਾਧਾ ਹੋ ਗਿਆ। ਬਾਅਦ ਵਿੱਚ ਸੰਸਾਰ ਵਿੱਚ ਸਾਮਵਾਦੀ ਸਿਧਾਂਤਾਂ ਦਾ ਪ੍ਰਸਾਰ। ਬਾਅਦ ਵਿੱਚ ਰੂਸ ਨੇ ਸੋਚਿਆ ਕਿ ਕਿਉਂ ਨਾ ਦੂਸਰੇ ਦੇਸ਼ਾਂ ਵਿੱਚ ਵੀ ਇਸ ਤਰ੍ਹਾਂ ਦਾ ਕੰਮ ਕਰਵਾਇਆ ਜਾ ਕੇ ਦੂਸਰੇ ਦੇਸ਼ਾਂ ਵਿੱਚ ਵੀ ਮੇਰੇ ਵਰਗੀ ਸਰਕਾਰ ਆ ਜਾਏ, ਸਾਡੇ ਦੇਸ਼ ਵਰਗੀ। ਬਹੁਤ ਸਾਰੇ ਦੇਸ਼ਾਂ ਨੂੰ ਉਹਨੇ ਆਪਣੇ ਪ੍ਰਭਾਵ ਅਧੀਨ ਲਿਆਂਦਾ। ਬਹੁਤ ਸਾਰੇ ਦੇਸ਼ ਸੀ ਜਿਨ੍ਹਾਂ ਨੇ ਇਹਦੇ ਸਿਧਾਂਤਾਂ ਨੂੰ ਮੰਨਿਆ, ਜਿਵੇਂ ਜਰਮਨੀ, ਬਲਗਾਰੀਆ, ਚੈਕੋਸਲੋਵਾਕੀਆ, ਪੋਲੈਂਡ ਆਦਿ। ਇਹਨਾਂ ਦੇ ਵਿੱਚ ਵੀ ਸਾਮਵਾਦੀ ਪ੍ਰਣਾਲੀ ਨੂੰ ਅਪਣਾਇਆ। ਚੀਨ ਨੇ ਵੀ, ਬਸ ਸਾਡੇ ਦੇਸ਼ ਨੇ ਨਹੀਂ ਅਪਣਾਇਆ। ਦੋ ਗੁੱਟਾਂ ਵਿੱਚ ਸੰਸਾਰ ਦਾ ਵਿਭਾਜਨ ਹੋ ਗਿਆ। ਹੁਣ ਇੱਕ ਗੁੱਟ ਕਿਹਨੂੰ ਕਹਿੰਦੇ ਆ? ਅਮਰੀਕਾ ਨੂੰ। ਇੱਕ ਗੁੱਟ ਦੀ ਅਗਵਾਈ ਕਰਦਾ ਸੀ ਰੂਸ। ਹੁਣ ਕੁਝ ਦੇਸ਼ ਜਿਹੜੇ ਨੇ ਅਮਰੀਕਾ ਦੇ ਪ੍ਰਭਾਵ ਅਧੀਨ ਨੇ, ਇਸ ਕਰਕੇ ਉਹ ਉੱਥੇ ਪੂੰਜੀਪਤੀ ਸਰਕਾਰ ਦੀ ਸਥਾਪਨਾ ਵਾ, ਯਾਨੀ ਕਿ ਜਿਹੜਾ ਅਮਰੀਕਾ, ਇੰਗਲੈਂਡ, ਇਹਨਾਂ ਦੇ ਸਮਰਥਕਾਂ ਦਾ ਗੁੱਟ ਹੋ ਗਿਆ। ਔਰ ਦੂਸਰਾ ਗੁੱਟ ਹੈਗਾ ਰੂਸ। ਰੂਸ ਦੇ ਗੁੱਟ ਵਿੱਚ ਵੀ ਕਾਫੀ ਸਾਰੇ ਦੇਸ਼ ਨੇ। ਬਸ ਇਹ ਸੀਗਾ ਇਹਦੇ ਨਤੀਜੇ। ਕੁਐਸਚਨ ਇਵੇਂ ਵੀ ਹੁੰਦਾ ਕਿ ਰੂਸ ਦੀ ਨਵੀਂ ਆਰਥਿਕ ਨੀਤੀ ਦੱਸੋ, ਤੇ ਇਹ ਪੁਆਇੰਟ ਆਪਾਂ ਲੈਨਿਨ ਨਾਂ ਦੇ ਜਿਹੜਾ ਪ੍ਰਧਾਨ ਮੰਤਰੀ, ਉਹਨੇ ਨਵੀਂ ਸ਼ੁਰੂ ਕੀਤੀ, ਨਵੀਂ ਆਰਥਿਕ ਨੀਤੀ, ਪੇਜ ਨੰਬਰ 226। ਇਹ ਪੁਆਇੰਟ ਆਪਾਂ ਦੱਸਣੇ ਨੇ। 18 ਪੁਆਇੰਟ ਹੈ, ਇਹਨਾਂ ਵਿੱਚੋਂ ਕੋਈ ਵੀ 10 ਤੁਸੀਂ ਪੁਆਇੰਟ ਦੇ ਸਕਦੇ ਹੋ। ਜਿਵੇਂ ਲਿਖਿਆ ਵਾ ਕਿ ਨਵੀਂ ਆਰਥਿਕ ਨੀਤੀ ਅਨੁਸਾਰ ਕਿਸਾਨਾਂ ਨੂੰ ਆਪਣੀ ਸਾਰੀ ਉਪਜ ਸਰਕਾਰ ਨੂੰ ਨਹੀਂ ਦੇਣੀ ਪਏਗੀ। ਉਸਨੂੰ ਸਰਕਾਰ ਨੂੰ ਉਤਪਾਦਨ ਉੱਤੇ ਨਿਸ਼ਚਿਤ ਕਰ ਦੇ ਉਪਜਿਆ ਧਨ ਦੇ ਰੂਪ ਵਿੱਚ ਦੇਣਾ ਹੁੰਦਾ ਸੀ। ਕਿਸਾਨਾਂ ਨੂੰ ਇਹ ਵੀ ਅਧਿਕਾਰ ਦਿੱਤਾ ਗਿਆ ਕਿ ਆਪਣਾ ਵਾਧੂ ਅਨਾਜ ਸਰਕਾਰ ਕੋਲ ਜਮ੍ਹਾਂ ਕਰਵਾਉਣ ਦੀ ਥਾਂ ਖੁੱਲੀ ਮੰਡੀ ਦੇ ਵਿੱਚ ਵੇਚ ਸਕਦੇ ਆ। ਇਹ ਪੁਆਇੰਟ ਨੇ ਕੁਝ ਜਿਹੜੇ ਤੁਸੀਂ ਕਰਨੇ ਆ। ਨੈਕਸਟ ਆ ਗਿਆ ਅੱਗੇ ਚੈਪਟਰ 10, ਅਫੀਮ ਯੁੱਧ ਦੇ ਕਾਰਨ ਤੇ ਨਤੀਜੇ। ਹੁਣ ਇੱਕ ਯੁੱਧ ਹੋਇਆ ਸੀ ਚੀਨ ਤੇ ਇੰਗਲੈਂਡ ਦੇ ਵਿਚਕਾਰ। ਅਫੀਮ ਯੁੱਧ ਕਿਹਾ ਜਾਂਦਾ ਵਾ। ਅਫੀਮ ਯੁੱਧ ਇਸ ਕਰਕੇ ਹੋਇਆ ਕਿਉਂਕਿ ਜਿਹੜਾ ਇੰਗਲੈਂਡ ਸੀ ਉਹਨੇ ਚੀਨ ਦੇ ਲੋਕਾਂ ਨੂੰ ਨਾ ਅਫੀਮ ਤੇ ਲਾ ਦਿੱਤਾ ਸੀ। ਅਫੀਮ ਆਉਣੀ ਸ਼ੁਰੂ ਹੋ ਗਈ ਚੀਨ ਦੇ ਵਿੱਚ। ਚੀਨ ਦੇ ਜਿਹੜੇ ਲੋਕ ਸੀ ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਅਫੀਮ ਖਾਣੀ ਸ਼ੁਰੂ ਕਰ ਦਿੱਤੀ। ਇਸ ਤਰ੍ਹਾਂ ਉਹਨਾਂ ਦੇ ਦੇਸ਼ ਵਿੱਚ ਬਹੁਤ ਸਾਰੇ ਲੋਕ ਜਿਹੜੇ ਅਮਲੀ ਹੋ ਗਏ। ਉਹਦੇ ਕਾਰਨ ਉਹਨਾਂ ਦੀ ਆਰਥਿਕ ਵਿਵਸਥਾ ਜਿਹੜੀ ਸੀ ਕਮਜ਼ੋਰ ਹੋ ਗਈ, ਕਿਉਂਕਿ ਹੁਣ ਚੀਨ ਦੇ ਵਿੱਚ ਜਿੱਥੇ 2-3 ਪੇਟੀਆਂ ਆਉਂਦੀਆਂ ਸੀ ਅਫੀਮ ਦੀਆਂ, ਉੱਥੇ 300, 400 ਪੇਟੀਆਂ ਆਉਣ ਲੱਗ ਗਈਆਂ। ਔਰ ਇਹਦੇ ਨਾਲ ਇੰਗਲੈਂਡ ਨੂੰ ਬਹੁਤ ਫਾਇਦਾ ਹੁੰਦਾ ਸੀ, ਜਿਸ ਕਾਰਨ ਚੀਨ ਦੀ ਸਰਕਾਰ ਕੋਲ ਇਹ ਬਰਦਾਸ਼ਤ ਨਾ ਹੋਇਆ ਤੇ ਉਹਨੇ ਇੰਗਲੈਂਡ ਨਾਲ ਇੱਕ ਯੁੱਧ ਕੀਤਾ। ਪਹਿਲਾ ਅਫੀਮ ਯੁੱਧ। ਜ਼ਿਆਦਾਤਰ ਮੋਸਟਲੀ ਕੁਐਸਚਨ ਪਹਿਲਾ ਅਫੀਮ ਯੁੱਧ ਦੇ ਕਾਰਨ ਤੇ ਨਤੀਜੇ ਆਉਂਦੇ ਆ। ਤੇ ਇੱਕ ਹੋਰ ਯੁੱਧ ਹੋਇਆ ਸੀ, 2 ਯੁੱਧ ਹੋਏ ਸੀ, ਕਈ ਵਾਰੀ ਦੂਜਾ ਯੁੱਧ ਵੀ ਆ ਜਾਂਦਾ। ਦੋਨੋਂ ਯੁੱਧ ਕੀਤੇ ਸੀ, ਦੋਨਾਂ ਵਿੱਚ ਹੀ ਚੀਨ ਹਾਰ ਗਿਆ ਸੀ। ਪੇਜ ਨੰਬਰ 230 ਤੋਂ ਸ਼ੁਰੂ ਕਰਾਂਗੇ ਕਿ ਇਹ ਯੁੱਧ ਜਿਹੜਾ ਸੀ 1839 ਤੋਂ ਸ਼ੁਰੂ ਹੋ ਕੇ 42 ਤੱਕ ਚੱਲਿਆ, 3 ਸਾਲ ਚੱਲਿਆ। ਔਰ ਅੰਗਰੇਜ਼ਾਂ ਨੇ ਚੀਨੀਆਂ ਵਿੱਚ 1839 ਤੋਂ 42 ਵਿੱਚ ਹੋਏ ਯੁੱਧ ਨੂੰ ਸਧਾਰਨ ਰੂਪ 'ਚ ਪਹਿਲਾ ਅਫੀਮ ਯੁੱਧ ਆਖਿਆ ਹੈ। ਚੀਨੀ ਇਸ ਨੂੰ ਅਫੀਮ ਯੁੱਧ ਇਸ ਲਈ ਆਖਦੇ ਹਨ ਕਿ ਉਹਨਾਂ ਅਨੁਸਾਰ ਇਸ ਯੁੱਧ ਦਾ ਮੁੱਖ ਕਾਰਨ ਅਫੀਮ ਸੀ। ਅੰਗਰੇਜ਼ਾਂ ਨੇ 1800 ਈਸਵੀ ਵਿੱਚ 4000 ਪੇਟੀਆਂ ਅਫੀਮ ਚੀਨ ਵਿੱਚ ਲਿਆਂਦੀਆਂ। ਮੁਨਾਫਾ ਵਧਣ ਦੇ ਕਾਰਨ 1839 ਈਸਵੀ 'ਚ 30 ਯਾਨੀ ਕਿ 4000 ਪੇਟੀਆਂ ਲਿਆਂਦੀਆਂ ਸੀ ਪਹਿਲੇ ਉਹਨਾਂ ਨੇ। ਜਦੋਂ ਉਹਨਾਂ ਨੂੰ ਇਸ ਕੰਮ ਤੋਂ ਜ਼ਿਆਦਾ ਪ੍ਰੋਫਿਟ ਹੋਣ ਲੱਗ ਗਿਆ ਤੇ ਉਹਨਾਂ ਨੇ 30,000 ਪੇਟੀਆਂ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ। ਅਫੀਮ ਚੀਨੀਆਂ ਦੇ ਆਰਥਿਕ ਅਤੇ ਨੈਤਿਕ ਪਤਨ ਦਾ ਕਾਰਨ ਬਣ ਗਿਆ। ਚੀਨੀ ਸਰਕਾਰ ਨੇ ਅਫੀਮ ਦਾ ਵਪਾਰ ਰੋਕਣ ਦੇ ਯਤਨ ਕੀਤੇ ਪਰ ਸਫਲਤਾ ਨਹੀਂ ਮਿਲੀ। ਪਹਿਲਾ ਅਫੀਮ ਯੁੱਧ ਹੋਇਆ, ਇਸ ਕਰਕੇ ਪਹਿਲਾ ਅਫੀਮ ਯੁੱਧ ਹੋਇਆ। ਅੰਗਰੇਜ਼ ਇਸ ਲੜਾਈ ਨੂੰ ਅਫੀਮ ਯੁੱਧ ਆਖਣਾ ਪਸੰਦ ਨਹੀਂ ਕਰਦੇ ਕਿਉਂਕਿ ਉਹਨਾਂ ਅਨੁਸਾਰ ਇਸ ਦਾ ਨਾਮ ਅਫੀਮ ਯੁੱਧ ਨਹੀਂ ਸੀ, ਕਿਉਂਕਿ ਵਾਰ-ਵਾਰ ਅੰਗਰੇਜ਼ਾਂ ਦਾ ਚੀਨੀ ਸਰਕਾਰ ਦੇ ਤੋਂ ਹੁੰਦਾ ਅਪਮਾਨ ਹੀ ਇਸ ਦਾ ਯੁੱਧ ਕਾਰਨ ਸੀ। ਹੁਣ ਅੰਗਰੇਜ਼ ਨਹੀਂ ਇਹਨੂੰ ਅਫੀਮ ਦਾ ਯੁੱਧ ਕਹਿੰਦੇ, ਉਹ ਕਹਿੰਦੇ ਕਿ ਸਾਡਾ ਅਪਮਾਨ ਕਰਦੀ ਸੀ ਚੀਨੀ ਸਰਕਾਰ, ਇਸ ਕਰਕੇ ਯੁੱਧ ਕਰਨਾ ਪਿਆ। ਕਹਿੰਦਾ ਕਿ ਇਸ ਯੁੱਧ ਦੇ ਵਿੱਚ ਅੰਗਰੇਜ਼ਾਂ ਨੂੰ ਵੀ ਕਾਫੀ ਲਾਭ ਤੇ ਚੀਨੀਆਂ ਨੂੰ ਕਾਫੀ ਨੁਕਸਾਨ ਹੋਇਆ। ਪਹਿਲਾ ਹੈਗਾ ਵਾ ਇਹਦਾ ਕਾਰਨ। ਪਿਛੋਕੜ ਕੀ ਬਣਿਆ? ਪਿਛੋਕੜ ਤੇ ਕਾਰਨ ਸੇਮ ਹੁੰਦੇ ਨੇ।
ਕਾਰਨ ਪੜਾਂਗੇ ਆਪਾਂ ਪੇਜ ਨੰਬਰ 233 ਤੇ। ਪਹਿਲਾ ਕਾਰਨ ਸੀ ਕਿ ਅੰਗਰੇਜ਼ ਦੀ ਸਰਵਉੱਚਤਾ ਪ੍ਰਾਪਤ ਕਰਨ ਦੀ ਇੱਛਾ। ਹੁਣ ਅੰਗਰੇਜ਼ ਚਾਹੁੰਦੇ ਸੀ ਕਿ ਉਹ ਚੀਨ ਦੇ ਵਿੱਚ ਸਰਵਉੱਚ ਤਰੀਕੇ ਨਾਲ ਰਹਿਣ, ਉਹਨਾਂ ਦੀ ਸਰਵਉੱਚਤਾ ਹੋਵੇ, ਜਾਣੀ ਕਿ ਉਹਨਾਂ ਦਾ ਕੰਟਰੋਲ ਹੋਵੇ ਸਾਰੇ ਚੀਨ ਤੇ, ਜਿਹੜਾ ਕਿ ਚੀਨ ਦੀ ਸਰਕਾਰ ਨੂੰ ਮਨਜ਼ੂਰ ਨਹੀਂ ਸੀ। ਕਹਿੰਦਾ ਕਿ ਚੀਨ ਦੇ ਵਿੱਚ ਪਹੁੰਚੇ ਅੰਗਰੇਜ਼ੀ ਵਪਾਰੀ ਬਹੁਤ ਹੀ ਉੱਚੀਆਂ ਉੱਚੀਆਂ ਇੱਛਾਵਾਂ ਦੇ ਸਵਾਮੀ ਸਨ। ਉਹ ਚੀਨ ਵਿੱਚ ਇੱਕ ਪਾਸੇ ਆਪਣੇ ਵਪਾਰ ਦਾ ਵਿਕਾਸ ਪ੍ਰਫੁੱਲਤਾ ਚਾਹੁੰਦੇ ਸਨ ਅਤੇ ਦੂਜੇ ਪਾਸੇ ਚੀਨ ਵਿੱਚ ਆਏ ਹੋਰਨਾਂ ਵਪਾਰੀਆਂ ਉੱਤੇ ਵੀ ਸਰਵਉੱਚਤਾ ਪ੍ਰਾਪਤ ਕਰਨਾ ਚਾਹੁੰਦੇ ਸੀ। ਜਾਣੀ ਕਿ ਉਹ ਚਾਹੁੰਦੇ ਸੀ ਕਿ ਆਪਾਂ ਹੀ ਸਿਰਫ ਚੀਨ ਵਿੱਚ ਵਪਾਰ ਕਰੀਏ, ਕਿਸੇ ਹੋਰ ਦੇਸ਼ ਤੋਂ ਆ ਕੇ ਵਪਾਰੀ ਵਪਾਰ ਨਾ ਕਰਨ। ਕਹਿੰਦਾ ਕਿ ਚੀਨ ਦਾ ਸਮਰਾਟ ਅੰਗਰੇਜ਼ੀ ਵਪਾਰੀਆਂ ਦੇ ਪ੍ਰਤੀਨਿਧੀਆਂ ਨਾਲ ਸਮਾਨਤਾ ਤੇ ਸਤਿਕਾਰ ਭਰਿਆ ਵਿਵਹਾਰ ਕਰੇ। ਚੀਨ ਅੰਗਰੇਜ਼ਾਂ ਦੀਆਂ ਇਹ ਇੱਛਾਵਾਂ ਪੂਰੀਆਂ ਕਰਨ ਵਿੱਚ ਤਿਆਰ ਨਹੀਂ ਸੀ। ਹੁਣ ਚੀਨ ਦਾ ਸਮਰਾਟ ਨਹੀਂ ਸੀ ਚਾਹੁੰਦਾ ਉਹਨਾਂ ਦਾ ਇੱਜ਼ਤ ਮਾਣ ਇੰਨਾ ਕਰਨਾ। ਕਹਿੰਦਾ ਇਸ ਕਰਕੇ ਚੀਨੀ ਸਮਝਦੇ ਸਨ ਕਿ ਵਪਾਰ ਕੇਵਲ ਵਪਾਰੀਆਂ ਤੱਕ ਹੀ ਸੀਮਿਤ ਰਹੇ ਤੇ ਸਮਰਾਟ ਇਹਨਾਂ ਸਭਨਾਂ ਗੱਲਾਂ ਤੋਂ ਉੱਤੇ ਹੈ। ਉਸ ਤਰ੍ਹਾਂ ਵੀ ਚੀਨੀ ਵਿਦੇਸ਼ੀਆਂ ਨੂੰ ਸੱਭਿਆ ਨਹੀਂ ਸਮਝਦੇ। ਹੁਣ ਚੀਨ ਦੇ ਲੋਕ ਨਾ ਵਿਦੇਸ਼ੀਆਂ ਨੂੰ ਕਲਚਰ ਦੇ ਤਰੀਕੇ ਨਾਲ, ਉਹ ਕਹਿੰਦੇ ਇਹਨਾਂ ਦੀ ਕੋਈ ਸੱਭਿਅਤਾ ਨਹੀਂ ਹੈਗੀ, ਉਹ ਉਹਨਾਂ ਨੂੰ ਅਪਮਾਨਜਨਕ ਵਿਵਹਾਰ ਕਰਦੇ ਸੀ। ਚੀਨੀ ਆਪਣੇ ਸਮਰਾਟ ਨੂੰ ਰੱਬ ਦਾ ਪ੍ਰਤੀਨਿਧੀ ਸਮਝਦੇ ਸਨ। ਉਹਨਾਂ ਦਾ ਵਿਸ਼ਵਾਸ ਸੀ ਕਿ ਵਪਾਰੀ ਕਦੀ ਵੀ ਰੱਬ ਦੇ ਪ੍ਰਤੀਨਿਧੀ ਦੇ ਸਮਾਨ ਨਹੀਂ ਹੋ ਸਕਦੇ। ਵਪਾਰੀ ਚਾਹੁੰਦੇ ਸੀ ਕਿ ਸਮਰਾਟ ਉਹਨਾਂ ਦਾ ਜਿਹੜਾ ਸੀ ਆਦਰ ਮਾਣ ਕਰੇ, ਬਟ ਲੋਕ ਨਹੀਂ ਸੀ ਚਾਹੁੰਦੇ ਕਿ ਸਮਰਾਟ ਉਹਦਾ ਆਦਰ ਮਾਣ ਕਰੇ, ਕਿਉਂਕਿ ਲੋਕ ਜਿਹੜੇ ਸੀ ਉਹ ਸਮਰਾਟ ਨੂੰ ਰੱਬ ਮੰਨਦੇ ਸੀ। ਕਹਿੰਦਾ ਇਸ ਤਰ੍ਹਾਂ ਅੰਗਰੇਜ਼ ਅਤੇ ਚੀਨ ਦੀ ਸਰਕਾਰ ਵਿੱਚ ਇੱਕ ਪੂਰਾ ਖਾਈ ਜਿਹੀ ਪੈ ਗਈ, ਜਾਣੀ ਕਿ ਦੋਨਾਂ ਵਿੱਚ ਨਫ਼ਰਤ ਫੈਲ ਗਈ। ਦੂਸਰਾ ਕਾਰਨ ਸੀਗਾ ਵਿਦੇਸ਼ੀ ਵਪਾਰ ਚੀਨ ਦੇ ਕਾਨੂੰਨ ਨੂੰ ਨਹੀਂ ਮੰਨਦੇ ਸਨ ਵਿਦੇਸ਼ੀ ਵਪਾਰੀ। ਹੁਣ ਚੀਨ ਸਰਕਾਰ ਦੇ ਜਿੰਨੇ ਕਾਨੂੰਨ ਸੀ ਨਾ, ਉਹਨਾਂ ਨੂੰ ਇੰਗਲੈਂਡ ਦੇ ਵਪਾਰੀ ਨਹੀਂ ਸੀ ਮੰਨਦੇ, ਕਿਉਂਕਿ ਉਹ ਉਹਨਾਂ ਦੇ ਕੈਂਟਨਾਂ 'ਚ ਰਹਿੰਦੇ ਸੀ ਤੇ ਉਹ ਕਹਿੰਦੇ ਕਿ ਸਾਡੇ ਉੱਤੇ ਚੀਨ ਦੇ ਰੂਲ ਨਹੀਂ ਲਾਗੂ ਹੁੰਦੇ। ਇੱਕ ਵਾਰੀ ਕੀ ਹੋਇਆ ਕਿ ਕਿਸੇ ਵਪਾਰੀ ਕੋਲੋਂ ਨਾ ਕੋਈ ਚੀਨੀ ਮਰ ਗਿਆ ਵਪਾਰੀ, ਤੇ ਉਹਨਾਂ ਨੇ ਕਿਹਾ ਕਿ ਅਸੀਂ ਇੱਥੇ ਆਪਣਾ ਮੁਕੱਦਮਾ ਨਹੀਂ ਚਲਾਉਣਾ, ਸਾਡੀ ਸਰਕਾਰ ਇੰਗਲੈਂਡ ਦੀ ਫੈਸਲਾ ਕਰੂਗੀ। ਇਹ ਵੀ ਇੱਕ ਕਾਰਨ ਸੀਗਾ ਕਿ ਉਹ ਚੀਨ ਦੇ ਕਾਨੂੰਨਾਂ ਨੂੰ ਨਹੀਂ ਸੀ ਮੰਨਦੇ। ਦੋ ਸੱਭਿਅਤਾਵਾਂ ਦਾ ਸੰਘਰਸ਼। ਹੁਣ ਜਿਹੜੇ ਚੀਨ ਸੀਗਾ ਉਹ ਇਹਨਾਂ ਨੂੰ ਸਹੀ ਨਹੀਂ ਸੀ ਮੰਨਦਾ, ਕਿਉਂਕਿ ਉਹ ਇਹਨਾਂ ਦੀ ਜਿਹੜੀ ਕਲਚਰ ਸੀ ਉਹਨੂੰ ਸਹੀ ਨਹੀਂ ਮੰਨਦਾ। ਇਸ ਕਰਕੇ ਚੀਨ ਦੇ ਲੋਕ ਜਿਹੜੇ ਸੀ ਉਹ ਆਪਣੀ ਸੱਭਿਆਚਾਰ ਵਿੱਚ ਇਹਨਾਂ ਦੀ ਸੱਭਿਅਤਾ ਨੂੰ ਨਹੀਂ ਆਉਣ ਦੇਣਾ ਚਾਹੁੰਦੇ। ਇਹ ਵੀ ਇੱਕ ਕਾਰਨ ਸੀਗਾ। ਯੂਰਪੀ ਵਪਾਰੀਆਂ ਦਾ ਚੀਨ ਵਿੱਚ ਸ਼ੋਸ਼ਣ। ਕਹਿੰਦਾ ਜਿਹੜੇ ਯੂਰਪ ਦੇ ਵਪਾਰੀ ਸੀ ਉਹ ਕਹਿੰਦੇ ਸੀ ਕਿ ਚੀਨ ਵਿੱਚ ਸਾਡਾ ਸ਼ੋਸ਼ਣ ਹੁੰਦਾ ਵਾ, ਚੀਨ ਦੀ ਸਰਕਾਰ ਉਹਨਾਂ ਦਾ ਸ਼ੋਸ਼ਣ ਕਰਦੀ ਆ। ਔਰ ਕਹਿੰਦਾ ਕਿ ਯੂਰਪ ਦੀਆਂ ਦੇਸ਼ਾਂ ਤੋਂ ਕੋਈ ਵੀ ਚੀਜ਼ ਖਰੀਦਣ ਦੇ ਚਾਹਵਾਨ ਨਹੀਂ ਸੀ ਚੀਨ ਵਾਲੇ, ਔਰ ਯੂਰਪੀ ਦੇਸ਼ ਤਾਂ ਚੀਨ ਤੋਂ ਚਾਹ, ਕਪਾਹ ਦੇ ਬਰਤਨ ਖਰੀਦਣ ਦੇ ਇੱਛੁਕ ਸਨ। ਚੀਨੀ ਸਰਕਾਰ ਨੂੰ ਅਟੱਲ ਵਿਸ਼ਵਾਸ ਸੀ ਕਿ ਯੂਰਪੀ ਦੇਸ਼ ਉਹਨਾਂ ਦੀਆਂ ਚੀਜ਼ਾਂ ਉੱਤੇ ਨਿਰਭਰ ਕਰਦੇ ਸਨ। ਇਸ ਲਈ ਚੀਨੀਆਂ ਨੇ ਯੂਰਪੀਆਂ ਦੇ ਵਪਾਰ ਨੂੰ ਇੱਕ ਹਥਿਆਰ ਦੇ ਰੂਪ ਵਿੱਚ ਵਰਤ ਕੇ ਯੂਰਪ ਦੇ ਵਪਾਰੀਆਂ ਦਾ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ। ਚੀਨੀ ਸਰਕਾਰ ਨੇ ਖਰੀਦੇ ਜਾਣ ਵਾਲੇ ਮਾਲ ਤੇ ਕੋਈ ਕਰ ਨਿਸ਼ਚਿਤ ਨਹੀਂ ਕੀਤਾ, ਇਸ ਲਈ ਸੀਮਾ ਕਰ ਵਿਭਾਗ ਦੇ ਅਧਿਕਾਰੀ ਮਨ ਮਰਜ਼ੀ ਦਾ ਕਰ ਇਕੱਠਾ ਕਰਦੇ ਸਨ, ਜਿਸ ਨਾਲ ਵਿਦੇਸ਼ੀ ਵਪਾਰੀ ਬਹੁਤ ਦੁਖੀ ਸਨ। ਔਰ ਚੀਨ ਦੀਆਂ ਬੰਦਰਗਾਹਾਂ ਦੁਆਰਾ ਵਪਾਰ ਕਰਨ ਦੇ ਵੀ ਕੋਈ ਸਥਾਈ ਨਿਯਮ ਕਾਨੂੰਨ ਨਹੀਂ ਸੀ। ਪਹਿਲਾਂ ਯੂਰਪੀ ਵਪਾਰੀ ਕੇਵਲ ਕੈਂਟਰ ਬੰਦਰਗਾਹਾਂ ਦੁਆਰਾ ਹੀ ਆਪਣਾ ਮਾਲ ਲਿਆਉਂਦੇ ਸੀ। ਬਾਅਦ ਵਿੱਚ ਚੀਨੀ ਅਧਿਕਾਰੀਆਂ ਦਾ ਭ੍ਰਿਸ਼ਟਾਚਾਰ ਬਹੁਤ ਵੱਧ ਗਿਆ ਔਰ ਯੂਰਪੀ ਵਪਾਰੀਆਂ ਨੇ ਫਿਊਕਿਨ ਅਮੋਏ ਯਾਨੀ ਕਿ ਬੰਦਰਗਾਹਾਂ ਜਿਹੜੀਆਂ ਸੀ ਉਹ ਇਹਨਾਂ ਨੇ ਬੰਦ ਕਰ ਦਿੱਤੀਆਂ। ਬਹੁਤ ਜ਼ਿਆਦਾ ਟੈਕਸ ਲੈਂਦੇ ਸੀ ਚੀਨ ਦੇ ਅਧਿਕਾਰੀ ਇੰਗਲੈਂਡ ਦੇ ਵਪਾਰੀਆਂ ਕੋਲੋਂ। ਇਸ ਕਰਕੇ ਅੰਗਰੇਜ਼ਾਂ ਨੇ ਲੜਾਈ ਕਰਨੀ ਜ਼ਰੂਰੀ ਸਮਝੀ। ਚੀਨ ਵੱਲੋਂ ਅੰਗਰੇਜ਼ੀ ਰਾਜਦੂਤ ਨੂੰ ਰੱਖਣ ਤੋਂ ਨਾ ਹੋਣ। ਜਿਵੇਂ ਕਿ ਦੇਸ਼ਾਂ ਦੇ ਵਿੱਚ ਹਰ ਇੱਕ ਦੇਸ਼ ਵਿੱਚ ਇੱਕ ਦੇਸ਼ ਦਾ ਜਿਹੜਾ ਰਾਜਦੂਤ ਹੁੰਦਾ ਵਾ, ਜਿਸ ਤਰ੍ਹਾਂ ਸਾਡੇ ਵੀ ਭਾਰਤ ਦੇ ਕਈ ਰਾਜਦੂਤ ਬਹੁਤ ਸਾਰੇ ਦੇਸ਼ਾਂ ਵਿੱਚ ਨੇ, ਔਰ ਉੱਥੋਂ ਦੇ ਰਾਜਦੂਤ ਸਾਡੇ ਦੇਸ਼ਾਂ 'ਚ, ਜਿਵੇਂ ਪਿੱਛੇ ਜੇ ਭਾਰਤ ਦਾ ਰਾਜਦੂਤ ਭਾਰਤ ਨੇ ਕੈਨੇਡਾ ਦਾ ਰਾਜਦੂਤ ਵਾਪਸ ਭੇਜਤਾ ਸੀ। ਇਸ ਤਰ੍ਹਾਂ ਜਿਹੜੇ ਸੀ ਚੀਨ ਨੇ ਵੀ ਅੰਗਰੇਜ਼ਾਂ ਨੂੰ ਕਿਹਾ ਕਿ ਅਸੀਂ ਤੁਹਾਡਾ ਕੋਈ ਰਾਜਦੂਤ ਆਪਣੇ ਦੇਸ਼ ਵਿੱਚ ਨਹੀਂ ਰੱਖਣਾ। ਚੀਨ ਉੱਤੇ ਆਰਥਿਕ ਦਬਾਅ। ਕਹਿੰਦਾ ਕਿ ਚੀਨ ਉੱਤੇ ਬਹੁਤ ਜ਼ਿਆਦਾ ਆਰਥਿਕ ਦਬਾਅ ਸੀ, ਕਿਉਂਕਿ ਇਹ ਜਿਹੜੀ ਅਫੀਮ ਸੀ ਲੋਕਾਂ ਨੂੰ ਲੱਤ ਲੱਗ ਗਈ ਔਰ ਲੋਕ ਜਿਹੜੇ ਸੀ ਉਹਨਾਂ ਦਾ ਚਰਿੱਤਰ ਗਿਰਾਵਟ ਵਿੱਚ ਆ ਗਿਆ, ਉਹਨਾਂ 'ਤੇ ਬੁਰਾ ਪ੍ਰਭਾਵ ਪਿਆ। ਇਸ ਕਰਕੇ ਉਹ ਆਪਣੇ ਦੇਸ਼ ਵਿੱਚ ਇਸ ਬੁਰੇ ਪ੍ਰਭਾਵ ਨੂੰ ਖਤਮ ਕਰਨਾ ਚਾਹੁੰਦੇ ਸੀ। ਔਰ ਚੀਨ ਨੇ ਅਫੀਮ ਖਰੀਦਣ ਵਾਸਤੇ ਚੀਨ ਦੀ ਜਿਹੜੀ ਕਰੰਸੀ ਸੀ ਉਹ ਸੋਨਾ, ਚਾਂਦੀ ਸਾਰਾ ਕੁਝ ਬਾਹਰ ਜਾਣ ਲੱਗ ਗਿਆ, ਜਿਹਦੇ ਕਰਕੇ ਉਹਦਾ ਜਿਹੜਾ ਆਰਥਿਕ ਤੰਗੀ ਆ ਗਈ ਚੀਨ ਦੇ ਵਿੱਚ।
ਕਹਿੰਦਾ ਅੰਗਰੇਜ਼ੀ ਸਰਕਾਰ ਦੀ ਆਕਰਮਣਕਾਰੀ ਨੀਤੀ, ਅੰਗਰੇਜ਼ ਤੇ ਪਹਿਲਾਂ ਹੀ ਚਾਹੁੰਦੇ ਸੀਗੇ ਕਿ ਅਸੀਂ ਚੀਨ ਨਾਲ ਇੱਕ ਲੜਾਈ ਕਰੀਏ ਔਰ ਆਪਣੀਆਂ ਸ਼ਰਤਾਂ ਮਨਵਾਈਏ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਚੀਨ ਕਮਜ਼ੋਰ ਆ ਹੁਣ, ਚੀਨ ਉੱਤੇ ਦਬਾਅ ਕਹਿੰਦਾ ਅੰਗਰੇਜ਼ ਵਪਾਰੀ ਕਾਫੀ ਦੂਰਦਰਸ਼ੀ ਸਨ। ਉਹਨਾਂ ਨੇ ਆਪਣੇ ਵਪਾਰ ਨੂੰ ਵਧਾਉਣ ਵਾਸਤੇ ਚੀਨ ਦੀ ਸਰਕਾਰ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਪਾਇਆ, ਤੇ ਇਸ ਕਰਕੇ ਜਦੋਂ ਉਹਨੇ ਉਹਨਾਂ ਦੇ ਪ੍ਰੈਸ਼ਰ ਅਧੀਨ ਨਹੀਂ ਆਈ ਤੇ ਉਹਨਾਂ ਨੇ ਉਹਦੇ ਨਾਲ ਯੁੱਧ ਕਰਤਾ। ਹੁਣ ਯੁੱਧ ਦਾ ਤਤਕਾਲੀਨ ਕਾਰਨ ਕੀ ਬਣਿਆ? ਕਹਿੰਦਾ ਕਿ ਚੀਨ ਦੇ ਵਪਾਰ ਨੂੰ ਰੋਕਣ ਵਾਸਤੇ ਚੀਨ ਦਾ ਜਿਹੜੇ ਹੈਗੇ ਸੀਗੇ ਕਮਿਸ਼ਨਰ ਸੀ, ਉਹਨੇ ਬਹੁਤ ਸਾਰੀਆਂ ਰੋਕਾਂ ਲਗਾਤੀਆਂ, ਜਿਹਨੂੰ ਅੰਗਰੇਜ਼ਾਂ ਨੇ ਨਹੀਂ ਮੰਨਿਆ। ਹੁਣ ਇਹ ਸੀਗੇ ਕਾਰਨ। ਉਸ ਤੋਂ ਬਾਅਦ ਅਸੀਂ ਇਹਦੇ ਨਤੀਜੇ ਪੜਾਂਗੇ ਪੇਜ ਨੰਬਰ 236 ਤੇ। ਜਦੋਂ ਵੀ ਯੁੱਧ ਹੁੰਦਾ ਉਹਦੇ ਹਮੇਸ਼ਾ ਹੀ ਚੰਗੇ ਜਾਂ ਮਾੜੇ ਨਤੀਜੇ ਨਿਕਲਦੇ ਆ। ਇਹਦੇ ਜਿਹੜਾ ਦੇਸ਼ ਹਾਰ ਜਾਂਦਾ ਉਹਦੇ ਵਾਸਤੇ ਉਹ ਮਾੜੇ ਨਤੀਜੇ ਹੁੰਦੇ, ਜਿਹੜਾ ਜਿੱਤ ਜਾਂਦਾ ਉਹਦੇ ਵਾਸਤੇ ਚੰਗੇ ਹੁੰਦੇ। ਪਹਿਲਾ ਹੈਗਾ ਵਾ ਨਤੀਜਾ ਚੀਨ ਦੀ ਆਰਥਿਕ ਸਮੱਸਿਆ। ਚੀਨ ਨੇ ਯੁੱਧ ਕਰਨ ਨਾਲ ਸਗੋਂ ਹੀ ਉਹ ਆਰਥਿਕ ਸੰਕਟ ਉਹਦੇ ਤੇ ਆ ਗਿਆ, ਯਾਨੀ ਕਿ ਉਹਦੀ ਬਰਬਾਦੀ ਹੋ ਗਈ। ਕਹਿੰਦਾ ਇਸ ਯੁੱਧ ਦੇ ਨਤੀਜੇ ਦੇ ਰੂਪ ਵਿੱਚ ਚੀਨ ਦੀ ਆਰਥਿਕ ਸ਼ੋਸ਼ਣ ਸ਼ੁਰੂ ਹੋ ਗਿਆ। ਹੁਣ ਅੰਗਰੇਜ਼ਾਂ ਨੂੰ ਅਫੀਮ ਦੇ ਵਪਾਰ ਦੀ ਖੁੱਲ੍ਹ ਪ੍ਰਾਪਤ ਹੋ ਗਈ। ਜਿੱਥੇ ਉਹ ਕਿੰਨਾ ਟੈਕਸ ਦਿੰਦੇ ਸੀ, ਉਹ ਸਾਰਾ ਟੈਕਸ ਖਤਮ ਹੋ ਗਿਆ, ਯਾਨੀ ਕਿ ਚੀਨ ਹਾਰ ਗਿਆ ਤੇ ਉਹਦੇ ਅਧੀਨ ਹੋ ਗਿਆ, ਜਿਸ ਨਾਲ ਚੀਨ ਲਈ ਭਾਰੀ ਆਰਥਿਕ ਸਮੱਸਿਆਵਾਂ ਪੈਦਾ ਹੋ ਗਈਆਂ। ਚੀਨ ਦਾ ਧਨ ਵਿਦੇਸ਼ਾਂ ਵਿੱਚ ਜਾਣ ਲੱਗ ਪਿਆ, ਜਿਸ ਨਾਲ ਚੀਨ ਸਰਕਾਰ ਤੇ ਚੀਨੀ ਜਨਤਾ ਲਈ ਆਰਥਿਕ ਔਕੜਾਂ ਪੈਦਾ ਹੋਈਆਂ। ਚੀਨ ਦਾ ਅਪਮਾਨ, ਜਦੋਂ ਚੀਨ ਅੰਗਰੇਜ਼ਾਂ ਕੋਲੋਂ ਹਾਰ ਗਿਆ ਤੇ ਚੀਨ ਨੂੰ ਇੱਕ ਨਾਨਕਿੰਗ ਦੀ ਸੰਧੀ ਕਰਨੀ ਪਈ, ਜਿਹਦੇ ਵਿੱਚ ਅੰਗਰੇਜ਼ਾਂ ਨੇ ਆਪਣੀਆਂ ਜਿਹੜੀਆਂ ਸੀ ਸ਼ਰਤਾਂ ਮਨਵਾਈਆਂ। ਇਹਦੇ ਨਾਲ ਚੀਨ ਦਾ ਅਪਮਾਨ ਸਾਰੇ ਦੇਸ਼ਾਂ ਵਿੱਚ ਹੋ ਗਿਆ। ਚੀਨ ਦੀ ਸਰਵਉੱਚਤਾ ਦਾ ਅੰਤ। ਕਹਿੰਦਾ ਪਹਿਲੇ ਅਫੀਮ ਯੁੱਧ ਪਿੱਛੋਂ ਚੀਨ ਨੇ ਵਿਸ਼ੇਸ਼ ਅਧਿਕਾਰ ਸਿਧਾਂਤ ਨੂੰ ਮਜਬੂਰੀ ਦੀ ਹਾਲਤ ਵਿੱਚ ਸਵੀਕਾਰ ਕਰ ਲਿਆ। ਇਸ ਦੇ ਅਨੁਸਾਰ ਚੀਨ ਨੇ ਇਹ ਪ੍ਰਵਾਨ ਕਰ ਲਿਆ ਕਿ ਉਹ ਚੀਨ ਵਿਰੁੱਧ ਅਪਰਾਧ ਕਰਨ ਵਾਲੇ ਵਿਦੇਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕਰੇਗੀ। ਜਾਣੀ ਕਿ ਅੰਗਰੇਜ਼ਾਂ ਨੇ ਇਹ ਵੀ ਸ਼ਰਤ ਮਨਵਾਈ ਕਿ ਸਾਡੇ ਕੋਲੋਂ ਕੋਈ ਵੀ ਕ੍ਰਾਈਮ ਹੋ ਜਾਂਦਾ ਸਾਡੇ ਵਪਾਰੀਆਂ ਕੋਲੋਂ ਚੀਨ ਦੇ ਵਿੱਚ, ਤੇ ਚੀਨ ਦੀ ਸਰਕਾਰ ਉਹਨਾਂ ਉੱਤੇ ਕੋਈ ਕਾਰਵਾਈ ਨਹੀਂ ਕਰੇਗੀ। ਇਹ ਵੀ ਉਹਨੂੰ ਸੰਧੀ ਦੇ ਵਿੱਚ ਲਿਖ ਕੇ ਦੇਣਾ ਪਿਆ। ਇਸ ਨਾਲ ਜਿਹੜੀ ਚੀਨ ਦੀ ਸਰਵਉੱਚਤਾ ਦਾ ਜਿਹੜਾ ਅੰਤ ਹੋ ਗਿਆ। ਖੁੱਲੇ ਦਰਵਾਜ਼ੇ ਦੀ ਨੀਤੀ। ਕਹਿੰਦਾ ਚੀਨ ਨੇ ਕਾਫੀ ਦੇਰ ਤੋਂ ਬੰਦ ਦਰਵਾਜ਼ੇ ਦੀ ਵਪਾਰਕ ਨੀਤੀ ਅਪਣਾਈ ਸੀ, ਯਾਨੀ ਕਿ ਬਹੁਤ ਜ਼ਿਆਦਾ ਟੈਕਸ ਲਗਾਇਆ ਜਾਂਦਾ ਸੀ। ਵਿਦੇਸ਼ੀ ਵਪਾਰੀਆਂ ਤੇ ਪੂਰੀ ਤਰ੍ਹਾਂ ਕਾਬੂ ਰੱਖਿਆ ਸੀ। ਵਿਦੇਸ਼ੀ ਵਪਾਰੀ ਬਿਨਾਂ ਕੈਂਟਨ ਦੇ ਹੋਰ ਕਿਤੇ ਕੇਂਦਰ ਸਥਾਪਿਤ ਨਹੀਂ ਸੀ ਕਰ ਸਕਦੇ। ਵਿਦੇਸ਼ੀ ਵਪਾਰੀਆਂ ਨੂੰ ਸਧਾਰਨ ਰੂਪ ਵਿੱਚ ਚੀਨੀ ਵਪਾਰੀਆਂ ਨਾਲ ਵਪਾਰ ਕਰਨ ਦੀ ਆਗਿਆ ਨਹੀਂ ਸੀ। ਪਰ ਪਹਿਲੇ ਅਫੀਮ ਯੁੱਧ ਪਿੱਛੋਂ ਚੀਨੀ ਸਰਕਾਰ ਨੂੰ ਮਜਬੂਰੀ ਦੀ ਹਾਲਤ ਵਿੱਚ ਖੁੱਲੇ ਦਰਵਾਜ਼ੇ ਦੀ ਨੀਤੀ ਅਪਣਾਉਣੀ ਪਈ, ਅਤੇ ਇਸੇ ਨੀਤੀ ਨੇ ਚੀਨ ਦੀ ਆਰਥਿਕਤਾ ਦਾ ਲੱਕ ਤੋੜ ਦਿੱਤਾ। ਸਾਮਰਾਜ ਦਾ ਯੁੱਗ। ਕਹਿੰਦਾ ਹੁਣ ਚੀਨ ਦੇ ਲੋਕਾਂ ਨੇ ਕਾਫੀ ਉੱਨਤੀ ਕਰ ਲਈ, ਔਰ ਚੀਨ ਸੈਨਿਕ ਪੱਖ ਤੋਂ ਯੂਰਪ ਦੇ ਦੇਸ਼ਾਂ ਤੋਂ ਕਾਫੀ ਪਿੱਛੇ ਸੀਗਾ। ਮਤਲਬ ਯੂਰਪ ਦੇ ਜਿਹੜੇ ਲੋਕ ਸੀ ਉਹਨਾਂ ਦੀ ਬਹੁਤ ਜ਼ਿਆਦਾ ਵਿਕਾਸ ਹੋ ਗਿਆ, ਔਰ ਚੀਨ ਜਿਹੜਾ ਕਮਜ਼ੋਰ ਹੋ ਗਿਆ। ਇਸ ਕਰਕੇ ਪੂਰੀ ਤਰ੍ਹਾਂ ਅੰਗਰੇਜ਼ਾਂ ਦਾ ਜਿਹੜਾ ਚਾਈਨਾ ਉੱਤੇ ਕਬਜ਼ਾ ਹੋ ਗਿਆ, ਉਹਦੀ ਰਾਜਨੀਤਿਕ ਸੱਤਾ ਤੇ ਲੜਾਈਆਂ ਸ਼ੁਰੂ ਹੋ ਗਈਆਂ। ਚੀਨ ਨਾਲ ਹੋਰ ਵੀ ਵਿਦੇਸ਼ੀ ਦੇਸ਼ਾਂ ਨੇ ਆਪਣੇ ਵਪਾਰ ਕਰਨ ਵਾਸਤੇ ਚੀਨ ਨੂੰ ਕਮਜ਼ੋਰ ਸਮਝ ਕੇ ਲੜਾਈਆਂ ਕੀਤੀਆਂ। ਤਾਈਪਿੰਗ ਦਾ ਵਿਦਰੋਹ। ਬਾਅਦ ਵਿੱਚ ਚੀਨ ਦੇ ਅੰਦਰ ਇੱਕ ਵਿਦਰੋਹ ਸ਼ੁਰੂ ਹੋ ਗਿਆ ਆਪਣੀ ਸਰਕਾਰ ਦੇ ਖਿਲਾਫ। ਮੰਚੂ ਸਰਕਾਰ ਦੇ ਪ੍ਰਸ਼ਾਸਨ ਨਾਲ ਲੋਕ ਅਸੰਤੁਸ਼ਟ ਹੋ ਗਏ। ਉਹਨਾਂ ਨੂੰ ਇਹ ਲੱਗ ਗਿਆ ਕਿ ਇਹ ਹੁਣ ਸਾਡੇ ਦੇਸ਼ ਨੂੰ ਸੰਭਾਲ ਨਹੀਂ ਸਕਦੀ। ਇਸ ਕਰਕੇ ਲੋਕ ਸਰਕਾਰ ਨੂੰ ਘ੍ਰਿਣਾ ਨਫ਼ਰਤ ਕਰਨ ਲੱਗ ਗਏ, ਔਰ ਬਹੁਤ ਸਾਰੇ ਜਿਹੜੇ ਸੀ ਵਿਦਰੋਹ ਹੋਏ। ਉਹਦੇ ਵਿੱਚ ਤਾਈਪਿੰਗ ਦਾ ਵਿਦਰੋਹ ਸਭ ਤੋਂ ਉੱਪਰ ਸੀਗਾ, ਜਿਹੜਾ ਕਿ 1853 ਵਿੱਚ ਹੋਇਆ। ਔਰ ਉਹਨਾਂ ਦਾ ਮੁੱਖ ਉਦੇਸ਼ ਸੀਗਾ ਮੰਚੂ ਸਰਕਾਰ ਨੂੰ ਖਤਮ ਕਰਕੇ ਇੱਕ ਨਵੇਂ ਰਾਜ ਦੀ ਸਥਾਪਨਾ ਕੀਤੀ ਜਾਵੇ। ਔਰ ਇਹ ਜਿਹੜਾ ਵਿਦਰੋਹ ਸੀ ਚੀਨ ਦੇ ਲਗਭਗ ਸਾਰੇ ਭਾਗਾਂ ਵਿੱਚ ਫੈਲ ਗਿਆ। ਹੁਣ ਇਹ ਸੀਗਾ ਪਹਿਲਾ ਯੁੱਧ। ਇੱਥੇ ਨਾ 2 ਮਾਰਕਸ ਦਾ ਇੱਕ ਕੁਐਸਚਨ ਹੁੰਦਾ, ਨਾਨਕਿੰਗ ਦੀ ਸੰਧੀ, ਪੇਜ ਨੰਬਰ 238 ਤੇ। ਆ ਪਹਿਲਾ ਪੈਰਾ ਜਿਹੜਾ ਨਾਨਕਿੰਗ ਦੀ ਸੰਧੀ ਆ, ਕਿ ਪਹਿਲੇ ਅਫੀਮ ਯੁੱਧ ਦਾ ਅੰਤ ਨਾਨਕਿੰਗ ਦੀ ਸੰਧੀ ਨਾਲ ਹੋਇਆ। ਇਸ ਸੰਧੀ ਨਾਲ ਇੰਗਲੈਂਡ ਨੇ ਚੀਨ ਪਾਸੋਂ ਕਈ ਸੁਵਿਧਾਵਾਂ ਜਾਂ ਰਿਆਇਤਾਂ ਪ੍ਰਾਪਤ ਕਰ ਲਈਆਂ। ਇਹ ਸੰਧੀ 19 ਅਗਸਤ 1842 ਈਸਵੀ ਨੂੰ ਚੀਨ ਤੇ ਇੰਗਲੈਂਡ ਵਿਚਕਾਰ ਹੋਈ। ਇਸ ਨੂੰ ਨਾਨਕਿੰਗ ਦੀ ਸੰਧੀ ਦੇ ਨਾਂ ਨਾਲ ਇਤਿਹਾਸ ਵਿੱਚ ਜਾਣਿਆ ਜਾਂਦਾ। ਉਸ ਤੋਂ ਬਾਅਦ 8 ਅਕਤੂਬਰ 1843 ਈਸਵੀ ਨੂੰ ਇੱਕ ਪੂਰਕ ਸੰਧੀ ਹੋਈ, ਜਿਸ ਨੂੰ ਇਤਿਹਾਸ ਵਿੱਚ ਬੋਗ ਦੀ ਸੰਧੀ ਕਿਹਾ ਜਾਂਦਾ। ਔਰ ਇਹਨਾਂ ਸੰਧੀਆਂ ਨਾਲ ਕੁਝ ਇਸ ਤਰ੍ਹਾਂ ਦੇ ਮੌਲਿਕ ਸਿਧਾਂਤ ਸਥਾਪਿਤ ਕਰ ਦਿੱਤੇ ਗਏ ਕਿ ਜਿਸ ਨੂੰ ਅਗਲੀ 1 ਸਦੀ ਤੱਕ ਅੰਤਰਰਾਸ਼ਟਰੀ ਸੰਬੰਧਾਂ ਦਾ ਆਧਾਰ ਬਣਾ ਲਿਆ ਗਿਆ।
ਨਾਨਕਿਨ ਦੀ ਸੰਧੀ ਦੀਆਂ ਸ਼ਰਤਾਂ ਹੇਠ ਲਿਖੀਆਂ ਨੰਬਰ 1, ਨੰਬਰ 2, ਨੰਬਰ 3, 4, 5, 6, 7 ਸ਼ਰਤਾਂ ਨੇ ਜਿਹੜੀਆਂ ਕਿ ਚੀਨ ਨੂੰ ਮੰਨਣੀਆਂ ਪਈਆਂ। ਇਹ ਤੁਸੀਂ ਖੁਦ ਬਸ 2 ਮਾਰਕਸ ਦਾ ਆਉਣਾ, 2-4 ਲਾਈਨਾਂ ਹੀ ਲਿਖਣੀਆਂ ਆਪਾਂ। ਅੱਗੇ ਆ ਗਿਆ ਬੋਗ ਦੀ ਸੰਧੀ, 2 ਮਾਰਕਸ ਦਾ ਕੁਐਸਚਨ, ਪੇਜ ਨੰਬਰ 241 ਤੇ। ਕਹਿੰਦਾ ਨਾਨਕਿਨ ਦੀ ਸੰਧੀ ਵਿੱਚੋਂ ਇੱਕ ਹੋਰ ਪੂਰਕ ਸੰਧੀ ਬੋਗ ਇੱਕ ਸ਼ਹਿਰ ਸੀਗਾ ਦੇ ਸਥਾਨ ਤੇ ਹੋਈ। 8 ਅਕਤੂਬਰ 1843 ਈਸਵੀ ਨੂੰ ਹੋਈ। ਇਸ ਨੂੰ ਇਤਿਹਾਸ ਵਿੱਚ ਬੋਗ ਦੀ ਸੰਧੀ ਕਿਹਾ ਜਾਂਦਾ। ਇਸ ਸੰਧੀ ਦੇ ਅਨੁਛੇਦ 7 ਦੇ ਅਨੁਸਾਰ ਬ੍ਰਿਟੇਨ ਨੇ ਆਪਣੇ ਆਪ ਨੂੰ ਸਭ ਤੋਂ ਵੱਧ ਪਿਆਰਾ ਦੇਸ਼ ਦਾ ਸਿਧਾਂਤ ਚੀਨ ਪਾਸੋਂ ਪ੍ਰਵਾਨ ਕਰ ਲਿਆ। ਯਾਨੀ ਕਿ ਉਹਨੇ ਇਸ ਤਰ੍ਹਾਂ ਦੇ ਕਿਸੇ ਕਾਗਜ਼ ਉੱਤੇ ਸਾਈਨ ਕਰਵਾਏ ਜਿਹਦੇ ਉੱਤੇ ਲਿਖਿਆ ਸੀਗਾ ਕਿ ਬ੍ਰਿਟੇਨ ਸਾਰਿਆਂ ਨਾਲੋਂ ਵੱਧ ਪਿਆਰਾ ਦੇਸ਼ ਹੈ ਲੋਕਾਂ ਨੂੰ। ਔਰ ਇਹ ਧਾਰਾ ਬ੍ਰਿਟੇਨ ਲਈ ਬਹੁਤ ਲਾਭਦਾਇਕ ਸੀ। ਇਸ ਨਾਲ ਬ੍ਰਿਟੇਨ ਦੀ ਚੀਨ ਵਿੱਚ ਸਥਿਤੀ ਹੋਰ ਵੀ ਮਜ਼ਬੂਤ ਹੋ ਗਈ। ਇਸ ਧਾਰਾ ਦੀ ਵਿਆਖਿਆ SF ਰਾਈਟ ਨੇ ਕਰਦਿਆ ਗਿਆ ਕਿ ਇਸ ਪਿੱਛੋਂ ਸਮਰਾਟ ਜੇ ਕਿਸੇ ਕਾਰਨ ਜਾਂ ਆਪਣੀ ਖੁਸ਼ੀ ਨਾਲ ਕਿਸੇ ਵੀ ਵਿਦੇਸ਼ੀ ਰਾਸ਼ਟਰ ਦੀ ਪ੍ਰਜਾ ਨੂੰ ਜਾਣ ਨੂੰ ਹੋਰ ਅਧਿਕਤਰ ਛੂਟ ਦੇਵੇਗਾ ਤਾਂ ਸਭ ਅਧਿਕਾਰ ਅਤੇ ਛੂਟ ਬ੍ਰਿਟਿਸ਼ ਪ੍ਰਜਾ ਜਨਾਂ ਨੂੰ ਵੀ ਮਿਲਣਗੇ। ਨੈਕਸਟ ਆ ਗਿਆ ਪੇਜ ਨੰਬਰ 242 ਤੇ ਦੂਜਾ ਅਫੀਮ ਯੁੱਧ। ਇਹਦੇ ਵਿੱਚ ਵੀ ਜਿਹੜਾ ਚੀਨ ਹਾਰ ਗਿਆ ਸੀ। ਕਹਿੰਦਾ 1842 ਈਸਵੀ ਦੇ ਪਹਿਲੇ ਅਫੀਮ ਯੁੱਧ ਦੀ ਸਫਲਤਾ ਪਿੱਛੋਂ ਯੂਰਪੀ ਸ਼ਕਤੀਆਂ ਨੂੰ ਚੀਨ ਵਿੱਚ ਬਹੁਤ ਸਾਰੀਆਂ ਵਪਾਰਕ ਸਹੂਲਤਾਂ ਮਿਲ ਗਈਆਂ। ਇਸ ਯੁੱਧ ਨੇ ਚੀਨ ਨੂੰ ਬਹੁਤ ਨੁਕਸਾਨ ਪਹੁੰਚਾਇਆ। ਚੀਨੀਆਂ ਉੱਤੇ ਪੱਛਮੀ ਪ੍ਰਭਾਵ ਪੈਣ ਨਾਲ ਉਹਨਾਂ ਅੰਦਰ ਜਾਗ੍ਰਿਤੀ ਪੈਦਾ ਹੋ ਗਈ। ਉਹਨਾਂ ਨੂੰ ਚੀਨ ਵਿੱਚ ਵਿਦੇਸ਼ੀ ਸ਼ਕਤੀਆਂ ਨੂੰ ਪ੍ਰਫੁੱਲਤਾ ਨਹੀਂ ਦੇਖੀ ਜਾਂਦੀ ਸੀ ਔਰ ਦੂਜੇ ਪਾਸੇ ਵਿਦੇਸ਼ੀ ਸ਼ਕਤੀਆਂ ਚੀਨ ਵਿੱਚ ਹੋਰ ਸਹੂਲਤਾਂ ਲੈਣ ਉੱਤੇ ਤੁਲੀਆਂ ਹੋਈਆਂ ਸਨ। ਇਸ ਲਈ ਦੂਜੇ ਅਫੀਮ ਯੁੱਧ ਦੇ ਲਈ ਵਾਤਾਵਰਨ ਕਾਇਮ ਹੋ ਗਿਆ। ਔਰ ਪਤਾ ਕੀ ਹੈ, ਜਦੋਂ ਮਤਲਬ ਇੰਗਲੈਂਡ ਨੇ ਆਪਣਾ ਵਪਾਰੀ ਜਿਹੜੇ ਸੀ ਜ਼ਿਆਦਾ ਉੱਥੇ ਵਪਾਰ ਕਰਨਾ ਸ਼ੁਰੂ ਕਰਤਾ, ਦੂਸਰੇ ਦੇਸ਼ਾਂ ਨੂੰ ਬੜਾ ਸਾੜਾ ਆਇਆ। ਉਹਨਾਂ ਨੇ ਵੀ ਸੋਚਿਆ ਕਿ ਚੀਨ ਦੇ ਵਿੱਚ ਕਿਉਂ ਨਾ ਆਪਾਂ ਵੀ ਇਸ ਤਰ੍ਹਾਂ ਦਾ ਵਪਾਰ ਜਿਹੜਾ ਵੱਧ ਤੋਂ ਵੱਧ ਵਧਾਈਏ। ਇਹਦੇ ਨਾਲ ਕਹਿੰਦਾ ਇਸ ਯੁੱਧ ਨੇ ਚੀਨ ਦੀ ਸਮਾਜਿਕ, ਰਾਜਨੀਤਿਕ, ਆਰਥਿਕ ਜੀਵਨ ਨੂੰ ਬਹੁਤ ਪ੍ਰਭਾਵਿਤ ਕੀਤਾ। ਪਹਿਲਾ ਕਾਰਨ ਹੋਣਾ ਪਹਿਲਾ ਹੈ ਅਫੀਮ ਤੇ ਪੁਲੀਆਂ ਦਾ ਵਪਾਰ। ਕਹਿੰਦਾ ਕਿ ਅਫੀਮ ਯੁੱਧ ਦੂਜੇ ਅਫੀਮ ਯੁੱਧ ਦੇ ਵਿੱਚ ਕਾਰਨ ਸੀਗਾ ਅਫੀਮ ਤੇ ਪੁਲੀਆਂ ਦਾ ਵਪਾਰ। ਹੁਣ ਅਫੀਮ ਦੇ ਵਪਾਰ ਨੂੰ ਭਾਵੇਂ ਗੈਰ ਕਾਨੂੰਨੀ ਘੋਸ਼ਿਤ ਕੀਤਾ ਸੀ ਪਰ ਫਿਰ ਵੀ ਅੰਗਰੇਜ਼ੀ ਜਹਾਜ਼ਾਂ ਨੂੰ ਦਿੱਤੀ ਸੁਰੱਖਿਆ ਦੁਆਰਾ ਚੀਨ ਵਿੱਚ ਕਹਿੰਦਾ ਬਹੁਤ ਵੱਡੇ ਪੱਧਰ ਤੇ ਅਫੀਮ ਆਉਣੀ ਸ਼ੁਰੂ ਹੋ ਗਈ, ਜਿਹਦੇ ਕਰਕੇ ਚੀਨੀਆਂ ਨੂੰ ਚੀਨੀਆਂ ਨੂੰ ਇਹ ਅਫੀਮ ਦਾ ਵਪਾਰ ਬਹੁਤ ਬੁਰਾ ਲੱਗਦਾ ਸੀ। ਚੀਨੀ ਇਸ ਨਾਲ ਵਿਦੇਸ਼ੀਆਂ ਦੇ ਵਿਸ਼ੇਸ਼ ਕਰਕੇ ਅੰਗਰੇਜ਼ਾਂ ਦੇ ਵਿਰੁੱਧ ਸਨ। ਚੀਨੀਆਂ ਨੂੰ ਕੁਲੀਆਂ ਦੇ ਵਪਾਰ ਨੇ ਦੁਖੀ ਕੀਤਾ ਹੋਇਆ ਸੀ ਕਿਉਂਕਿ ਜਿਹੜੇ ਚੀਨ ਦੇ ਮਜ਼ਦੂਰ ਸੀ ਨਾ, ਉਹਨਾਂ ਨੂੰ ਵਿਦੇਸ਼ੀ ਸ਼ਕਤੀਆਂ ਖਰੀਦ ਕੇ ਆਪਣੇ ਦੇਸ਼ਾਂ ਵਿੱਚ ਲੈ ਕੇ ਜਾਣ ਲੱਗ ਪਈਆਂ, ਜਿਹਦੇ ਕਰਕੇ ਚੀਨ ਜਿਹੜਾ ਸੀ ਉਹ ਦੁਖੀ ਸੀਗਾ। ਕਹਿੰਦਾ ਚੀਨ ਨੇ ਮਜ਼ਦੂਰਾਂ ਨੂੰ ਵਿਦੇਸ਼ੀ ਸ਼ਕਤੀਆਂ ਤੇ ਅਮਰੀਕਾ ਵਿੱਚ ਭੇਜੀਆਂ ਜਾਂਦੀਆਂ ਸਨ। ਬੰਦਿਆਂ ਨੂੰ ਖਰੀਦ ਕੇ ਅਮਰੀਕਾ ਵਿੱਚ ਭੇਜੇ ਜਾਂਦੇ ਸੀ ਔਰ ਜ਼ਬਰਦਸਤੀ ਉਹਨਾਂ ਨੂੰ ਚੀਨ ਵਿੱਚੋਂ ਫੜ ਕੇ ਨਾ ਤੇ ਵੇਚ ਦਿੱਤਾ ਜਾਂਦਾ ਸੀ ਦੂਸਰੇ ਦੇਸ਼ਾਂ ਵਿੱਚ। ਇਸ ਤਰ੍ਹਾਂ ਕਹਿੰਦਾ ਚੀਨੀ ਕੁਲੀਆਂ ਦੀ ਦੂਜੇ ਦੇਸ਼ਾਂ ਵਿੱਚ ਹਾਲਤ ਬਹੁਤ ਮੰਦੀ ਸੀ। ਉਹਨਾਂ ਤੋਂ ਵੱਧ ਕੰਮ ਲੈਣਾ, ਉਹਨਾਂ ਨਾਲ ਅਣਮਨੁੱਖੀ ਵਰਤੀਰਾ ਕਰਨਾ, ਯਾਨੀ ਕਿ ਸ਼ੋਸ਼ਣ ਕਰਨਾ। ਇਸ ਲਈ ਕਹਿੰਦਾ ਚੀਨੀਆਂ ਨੂੰ ਉਹਨਾਂ ਦੇ ਦੇਸ਼ਾਂ ਵਿੱਚ ਵਿਦੇਸ਼ੀਆਂ ਦਾ ਦਖਲ ਬਹੁਤ ਬੁਰਾ ਲੱਗਦਾ ਸੀ। ਉਹਨਾਂ ਨੂੰ ਆਪਣੇ ਦੇਸ਼ ਵਿੱਚ ਸਹਾਰ ਨਹੀਂ ਸਕਦੇ ਸਨ, ਇਸ ਲਈ ਇਹ ਯੁੱਧ ਹੋਣਾ ਜ਼ਰੂਰੀ ਸੀ। ਚੀਨ ਦੀ ਨਾਰਾਜ਼ਗੀ। ਕਹਿੰਦਾ ਵਿਦੇਸ਼ੀ ਸ਼ਕਤੀਆਂ ਨੂੰ ਨਾਨਕੀ ਦੀ ਸੰਧੀ ਪਿੱਛੋਂ ਬਹੁਤ ਸਾਰੀਆਂ ਵਪਾਰਕ ਸਹੂਲਤਾਂ ਮਿਲ ਗਈਆਂ, ਜਿਹਦੇ ਪਾਸ ਕਰਕੇ ਚੀਨ ਜਿਹੜਾ ਬਹੁਤ ਨਾਰਾਜ਼ ਰਹਿਣ ਲੱਗ ਗਿਆ ਔਰ ਯੂਰਪੀ ਸ਼ਕਤੀ ਦਾ ਪ੍ਰਭਾਵ ਉੱਤੇ ਵੱਧਦਾ ਗਿਆ। ਨੈਕਸਟ ਅਧਿਕਾਰਾਂ ਦਾ ਦੁਰਉਪਯੋਗ। ਹੁਣ ਜਿਹੜੇ ਵਿਦੇਸ਼ੀਆਂ ਨੂੰ ਉਹਨੇ ਵਪਾਰ ਦੇ ਅਧਿਕਾਰ ਦਿੱਤੇ ਸੀ ਚੀਨ ਨੇ, ਉਹਨਾਂ ਦਾ ਦੁਰਉਪਯੋਗ ਕਰਨ ਲੱਗ ਪਏ। ਉਹ ਵੱਧ ਤੋਂ ਵੱਧ ਇੱਥੇ ਕ੍ਰਾਈਮ ਕਰਦੇ ਤੇ ਉਹਨਾਂ ਨੂੰ ਸਜ਼ਾ ਕੋਈ ਵੀ ਨਹੀਂ ਸੀ ਦਿੱਤੀ ਜਾਂਦੀ। ਉਹ ਜਿਹੜੇ ਯੂਰਪੀ ਜੱਜ ਸੀ ਉਹਨਾਂ ਨੂੰ ਛੱਡ ਦਿੰਦੇ ਸੀ, ਕੋਈ ਸਜ਼ਾ ਨਹੀਂ ਸੀ ਆਪਣੇ ਅੰਗਰੇਜ਼ਾਂ ਨੂੰ ਦਿੰਦੇ। ਇਸ ਕਰਕੇ ਵੀ ਇਹ ਇੱਕ ਕਾਰਨ ਵੀ ਸੀ। ਕਹਿੰਦਾ ਕੈਂਟਨ ਵਿਖੇ ਵਪਾਰ ਵਿੱਚ ਔਕੜਾਂ। ਨੈਕਸਟ ਹੈਗਾ ਯੂਰਪੀਅਨ ਵਪਾਰੀਆਂ ਦੀਆਂ ਵਧੀਕੀਆਂ। ਯੂਰਪੀਅਨ ਵਪਾਰੀ ਹੁਣ ਜਿਹੜੇ ਸੀ ਬਹੁਤ ਜ਼ਿਆਦਾ ਵਧੀਕੀ ਆਪਣੀਆਂ ਮਨਮਾਨੀਆਂ ਕਰਨ ਲੱਗ ਗਏ। ਉਹਨਾਂ ਨੇ ਜਿਹੜਾ ਚੀਨ ਦਾ ਸਮੁੰਦਰ ਸੀ ਉਹਦੇ ਉੱਤੇ ਕਬਜ਼ਾ ਕਰ ਲਿਆ, ਬਹੁਤ ਸਾਰੀਆਂ ਉੱਥੋਂ ਸਹੂਲਤਾਂ ਪ੍ਰਾਪਤ ਕਰ ਲਈਆਂ। ਸਮੁੰਦਰੀ ਡਾਕੂਆਂ ਨੂੰ ਫੜਨ ਦੇ ਬਹਾਨੇ ਚੀਨ ਦੀ ਸੀਮਾ ਦੇ ਬਾਹਰ ਬਹੁਤ ਲਾਗੇ ਪਹੁੰਚ ਜਾਂਦੇ। ਕੋਈ ਵੀ ਚੀਨ ਦਾ ਜਹਾਜ਼ ਆਉਂਦਾ ਤਾਂ ਉਸਨੂੰ ਫੜ ਲੈਂਦੇ ਉਹ
ਔਰ ਉਹਨਾਂ ਦੇ ਜਿਹੜੇ ਚੀਨ ਦੇ ਜਹਾਜ਼ਾਂ ਵਿੱਚ ਜਿਹੜੇ ਕਰਮਚਾਰੀ ਕੰਮ ਕਰਦੇ ਸੀ ਉਹਨਾਂ ਨਾਲ ਦੁਰਵਿਵਹਾਰ ਕਰਦੇ, ਉਹਨਾਂ ਪਾਸੋਂ ਜੁਰਮਾਨਾ ਲੈਂਦੇ। ਇਹ ਸਾਰਾ ਕੁਝ ਜਿਹੜਾ ਸੀ ਚੀਨ ਕੋਲੋਂ ਸਹਾਰਿਆ ਨਾ ਗਿਆ। ਨੈਕਸਟ ਹੈਗਾ ਵਾ ਵਿਦੇਸ਼ੀਆਂ ਦੀ ਰਾਜਨੀਤਿਕ ਲਾਭ ਪ੍ਰਾਪਤ ਕਰਨ ਦੀ ਇੱਛਾ। ਹੁਣ ਵਿਦੇਸ਼ੀ ਚਾਹੁੰਦੇ ਸੀ ਕਿ ਹੌਲੀ ਹੌਲੀ ਚੀਨ ਦੀ ਜਿਹੜੀ ਰਾਜਨੀਤਿਕ ਸ਼ਕਤੀ ਵੀ ਆਪਣੇ ਹੱਥ ਵਿੱਚ ਲਈ ਜਾਵੇ। ਨੈਕਸਟ ਨਵੀਂ ਕਸਟਮ ਨੀਤੀ। ਕਹਿੰਦਾ ਵਪਾਰੀਆਂ ਨੂੰ ਪਹਿਲਾਂ ਵਪਾਰਿਕ ਕਰ ਦੇਣ ਲੱਗਿਆ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਵਪਾਰਿਕ ਕਰ ਇਕੱਠਾ ਕਰਨ ਵਾਲੇ ਕਰਮਚਾਰੀ ਬੇਈਮਾਨ ਸਨ। ਹੋਰ ਵੀ ਇਸ ਤਰ੍ਹਾਂ ਦੀਆਂ ਔਕੜਾਂ ਹੁੰਦੀਆਂ, ਪਰ ਵਿਦੇਸ਼ੀ ਵਪਾਰ ਦੇ ਸਮਾਨ 5% ਕਰ ਲਗਾ ਕੇ ਨਾਨਕਿਨ ਸੰਧੀ ਨੇ ਇਹਨਾਂ ਔਕੜਾਂ ਦੇ ਹੱਲ ਕਰ ਦਿੱਤਾ। ਯਾਨੀ ਕਿ ਉਹਨਾਂ ਨੂੰ ਕਸਟਮ ਨੀਤੀ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆਉਣ ਲੱਗ ਪਈਆਂ। ਸੰਧੀਆਂ ਵਿੱਚ ਸੋਧ ਕਰਨ ਦੀ ਮੰਗ। ਕਹਿੰਦਾ ਕਿ ਅੰਗਰੇਜ਼ਾਂ ਨੇ ਨਾ ਨਾਰਕਿਨ ਦੀ ਸੰਧੀ ਵਿੱਚ ਹੋਰ ਸੋਧ ਕਰਨ ਦੀ ਮੰਗ ਬਣਾਈ। ਉਹ ਆਪਣੇ ਮਨ ਮਰਜ਼ੀ ਨਾਲ ਕਾਨੂੰਨ ਬਣਾਉਣਾ ਚਾਹੁੰਦੇ ਸੀ। ਇਹ ਸੀਗੇ ਕਾਰਨ। ਹੁਣ ਆਪਾਂ ਕਰਾਂਗੇ ਨਤੀਜੇ। ਯੁੱਧ ਦੇ ਨਤੀਜੇ 247 ਤੇ ਪਹਿਲਾ ਹੈਗਾ ਨਤੀਜਾ ਚੀਨ ਦੀ ਨਿਰਬਲਤਾ ਦਾ ਗਿਆਨ, ਕਿ ਇਹ ਦੂਸਰੇ ਯੁੱਧ ਨੇ ਚੀਨ ਨੂੰ ਹੋਰ ਕਮਜ਼ੋਰ ਕਰ ਦਿੱਤਾ, ਉਹਦੀ ਸ਼ਕਤੀ ਹੋਰ ਘਟ ਗਈ। ਇਸ ਕਰਕੇ ਹੁਣ ਚੀਨ ਪੂਰੀ ਤਰ੍ਹਾਂ ਉਹਨੂੰ ਝੁਕਣਾ ਪਿਆ। ਚੀਨ ਦੀ ਪ੍ਰਭੂ ਸੱਤਾ ਨੂੰ ਧੱਕਾ। ਚੀਨ ਦੀ ਪ੍ਰਭੂ ਸੱਤਾ ਹਿੱਲ ਗਈ, ਯਾਨੀ ਕਿ ਅੰਗਰੇਜ਼ਾਂ ਦਾ ਕੰਟਰੋਲ ਹੋ ਗਿਆ। ਸ਼ਕਤੀ ਜਿਹੜੀ ਅੰਗਰੇਜ਼ਾਂ ਦੇ ਹੱਥ 'ਚ ਆ ਗਈ ਤੇ ਚੀਨ ਜਿਹੜੀ ਸੀ ਉਹਦੀ ਕਠਪੁਤਲੀ ਬਣ ਕੇ ਰਹਿ ਗਈ। ਮੰਦੀ ਆਰਥਿਕ ਹਾਲਤ, 2 ਯੁੱਧ ਹੋ ਗਏ ਸੀ, ਇਸ ਕਰਕੇ ਚੀਨ ਪੂਰੀ ਤਰ੍ਹਾਂ ਜਿਹੜਾ ਸੀ ਕਰਜ਼ੇ ਅਧੀਨ ਆ ਗਿਆ। ਉਹਦਾ ਇੰਨਾ ਜ਼ਿਆਦਾ ਖਰਚਾ ਹੋਇਆ ਕਿ ਉਹਦੀ ਜਿਹੜੀ ਆਰਥਿਕ ਹਾਲਤ ਕਮਜ਼ੋਰ ਹੋ ਗਈ। ਚੀਨੀਆਂ ਨਾਲ ਅਧੀਨ ਦੇਸ਼ ਵਾਲਾ ਵਿਵਹਾਰ। ਕਹਿੰਦਾ ਹੁਣ ਬੀਕਿੰਗ ਸਮਝੌਤੇ ਪਿੱਛੋਂ ਵਿਦੇਸ਼ੀ ਸ਼ਕਤੀ ਨੂੰ ਬਹੁਤ ਸਾਰੇ ਅਧਿਕਾਰ ਮਿਲ ਗਏ। ਉਹ ਹਰ ਖੇਤਰ ਵਿੱਚ ਪੂਰੀ ਤਰ੍ਹਾਂ ਛਾ ਗਏ। ਇਸ ਲਈ ਉਹਨਾਂ ਨੇ ਚੀਨੀਆਂ ਨਾਲ ਸਮਾਨਤਾ ਵਾਲਾ ਵਿਵਹਾਰ ਖਤਮ ਕਰ ਦਿੱਤਾ ਔਰ ਚੀਨੀਆਂ ਨਾਲ ਅਧੀਨ ਦੇਸ਼ ਵਾਲਾ ਵਿਵਹਾਰ ਕਰਨ ਲੱਗ ਪਏ, ਯਾਨੀ ਕਿ ਉਹਨਾਂ ਨੂੰ ਗੁਲਾਮ ਬਣਾ ਲਿਆ। ਇਸ ਤਰ੍ਹਾਂ ਚੀਨ ਦਾ ਜਿਹੜਾ ਸਨਮਾਨ ਸੀ ਉਹ ਮਿੱਟੀ 'ਚ ਮਿਲ ਗਿਆ। ਵਪਾਰ ਤੇ ਉਦਯੋਗਾਂ ਉੱਤੇ ਬੁਰਾ ਪ੍ਰਭਾਵ। ਇਹਨਾਂ ਸੰਧੀਆਂ ਨੇ ਚੀਨ ਦੇ ਵਪਾਰ ਉੱਤੇ ਤੇ ਉਦਯੋਗ ਉੱਤੇ ਬਹੁਤ ਬੁਰਾ ਪ੍ਰਭਾਵ ਪਾਇਆ। ਚੀਨ ਦੀ ਆਮਦਨ ਦਾ ਮੁੱਖ ਸਾਧਨ ਵਪਾਰ ਸੀ, ਪਰ ਇਹਨਾਂ ਸੰਧੀਆਂ ਨੇ ਚੀਨ ਦੀ ਆਮਦਨ ਬਹੁਤ ਘਟਾ ਦਿੱਤੀ। ਯਾਨੀ ਕਿ ਲੋਕ ਹੁਣ ਨਾ ਬਾਹਰ ਦੇ ਦੇਸ਼ਾਂ ਦਾ ਮਾਲ ਖਰੀਦਣ ਲੱਗ ਗਏ ਤੇ ਇਹਨਾਂ ਨੂੰ ਵਪਾਰ ਨਹੀਂ ਸੀ ਕਰਨ ਦਿੰਦੇ ਖੁਦ ਨੂੰ। ਕਹਿੰਦਾ ਚੀਨ ਦੀ ਗਿਰ ਰਹੀ ਆਰਥਿਕ ਹਾਲਤ ਨੇ ਚੀਨ ਦੇ ਉਦਯੋਗਿਕ ਧੰਦਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਚੀਨ ਦੀ ਸ਼ਕਤੀ ਦੀ ਵਰਤੋਂ ਤੋਂ ਡਰ। ਕਹਿੰਦਾ ਯੁੱਧ ਪਿੱਛੋਂ ਹੋਈਆਂ ਸੰਧੀਆਂ ਨੇ ਇਹ ਸਿੱਧ ਕਰ ਦਿੱਤਾ ਕਿ ਚੀਨੀ ਸਰਕਾਰ ਸ਼ਕਤੀ ਵਰਤੋਂ ਤੋਂ ਡਰਦੀ ਹੈ। ਸ਼ਕਤੀ ਦੀ ਵਰਤੋਂ ਦਾ ਡਰ ਦੇ ਕੇ ਉਸ ਪਾਸੋਂ ਕੁਝ ਵੀ ਕਰਵਾਇਆ ਜਾ ਸਕਦਾ ਹੈ। ਨੈਕਸਟ ਹੈਗਾ ਵਿਦੇਸ਼ੀਆਂ ਦਾ ਰਾਜਨੀਤੀ 'ਚ ਭਾਗ ਲੈਣਾ। ਕਹਿੰਦਾ ਹੁਣ ਇੱਥੋਂ ਤੱਕ ਰਸਤਾ ਖੋਲ੍ਹਿਆ ਹੋਇਆ ਕਿ ਜਿਹੜੇ ਵਿਦੇਸ਼ੀ ਸੀ ਨਾ ਉਹ ਚੀਨ ਦੀ ਰਾਜਨੀਤੀ ਵਿੱਚ ਭਾਗ ਲੈਣ ਲੱਗ ਗਏ। ਉਹਨਾਂ ਨੂੰ ਮੰਚੂ ਸਰਕਾਰ ਨੇ ਵਿਦੇਸ਼ੀਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਦੇ ਦਿੱਤੀਆਂ। ਮਿਊਨਸੀਪਲ ਕੌਂਸਲਾਂ ਦੀ ਚੋਣ ਤੋਂ ਚੀਨੀ ਵਾਂਝੇ। ਜਿਹੜੀਆਂ ਮਿਊਨਸੀਪਲ ਚੋਣਾਂ ਹੁੰਦੀਆਂ ਸੀ ਉਹਦੇ ਵਿੱਚ ਚੀਨ ਦੇ ਲੋਕ ਜਿਹੜੇ ਸੀ ਉਹ ਭਾਗ ਨਹੀਂ ਸੀ ਲੈ ਸਕਦੇ। ਕਰ ਵਸੂਲੀ ਵਿਦੇਸ਼ੀਆਂ ਦੇ ਹੱਕ ਵਿੱਚ। ਹੁਣ ਜਿੰਨਾ ਕਰ ਲਗਾਇਆ ਜਾਂਦਾ ਸੀ ਆਯਾਤ ਨਿਰਯਾਤ ਉੱਤੇ, ਜਿੰਨਾ ਵੀ ਕਰ ਲਗਾਇਆ ਜਾਂਦਾ ਸੀ ਸਮਾਨ ਆਯਾਤ ਜਾਂ ਨਿਰਯਾਤ ਉੱਤੇ, ਜਿਹੜਾ ਸਮਾਨ ਇੱਧਰੋਂ ਉੱਧਰ ਜਾਂਦਾ ਸੀ ਜਾਂ ਆਉਂਦਾ ਸੀ, ਉਹ ਸਾਰਾ ਕਰ ਇਕੱਠਾ ਜਿਹੜੇ ਸੀ ਅੰਗਰੇਜ਼ ਕਰਦੇ ਸੀ। ਚੀਨ ਦੇ ਹੱਥ ਕੁਝ ਵੀ ਨਹੀਂ ਸੀ ਆਉਂਦਾ। ਚੀਨ ਵਿੱਚ ਈਸਾਈ ਧਰਮ ਦਾ ਪ੍ਰਚਾਰ। ਅੰਗਰੇਜ਼ਾਂ ਨੇ ਚੀਨ ਦੇ ਵਿੱਚ ਵੱਧ ਤੋਂ ਵੱਧ ਈਸਾਈ ਧਰਮ ਦਾ ਪ੍ਰਚਾਰ ਕਰਨ ਦਾ ਅਧਿਕਾਰ ਮਿਲ ਗਿਆ। ਅੰਗਰੇਜ਼ਾਂ ਨੂੰ ਉਹਨਾਂ ਨੇ ਵੱਧ ਤੋਂ ਵੱਧ ਈਸਾਈ ਧਰਮ ਦਾ ਪ੍ਰਚਾਰ ਕੀਤਾ। ਉੱਥੇ ਬਹੁਤ ਸਾਰੀਆਂ ਆਪਣੀਆਂ ਜਿਹੜੀਆਂ ਸੀ ਕੈਥੋਲਿਕ ਚਰਚਾਂ ਵੀ ਖੋਲ੍ਹੀਆਂ। ਕਹਿੰਦਾ ਇਸ ਯੁੱਧ ਤੋਂ ਪਹਿਲਾਂ ਫਰਾਂਸ ਨੇ ਕੈਥੋਲਿਕ ਪਾਦਰੀ ਨੂੰ ਚੀਨ ਦੀ ਕੁਆਕਸੀ ਨਗਰ ਦੇ ਅੰਦਰੂਨੀ ਭਾਗ ਵਿੱਚ ਈਸਾਈ ਧਰਮ ਦੇ ਪ੍ਰਚਾਰ ਕਾਰਨ ਚੀਨੀ ਸਰਕਾਰ ਨੇ ਮੌਤ ਦੀ ਸਜ਼ਾ ਸੁਣਾਈ ਸੀ ਪਹਿਲੋਂ ਇੱਕ ਵਾਰੀ। ਇਸੇ ਕਾਰਨ ਫਰਾਂਸ ਨੇ ਚੀਨ ਵਿਰੁੱਧ ਇੰਗਲੈਂਡ ਦੀ ਸਹਾਇਤਾ ਕੀਤੀ। ਇਸ ਯੁੱਧ ਪਿੱਛੋਂ ਕੈਥੋਲਿਕ ਪਾਦਰੀਆਂ ਨੂੰ ਭੂਮੀ ਖਰੀਦਣ ਤੇ ਗਿਰਜਾ ਘਰ ਬਣਾਉਣ ਦੇ ਅਧਿਕਾਰ ਵੀ ਚੀਨ ਵਿੱਚ ਮਿਲ ਗਏ।
ਹੌਲੀ ਹੌਲੀ ਈਸਾਈ ਧਰਮ ਦਾ ਪ੍ਰਚਾਰ ਹੁੰਦਾ ਗਿਆ ਤੇ ਬਹੁਤ ਸਾਰੇ ਚੀਨੀ ਜਿਹੜੇ ਈਸਾਈ ਧਰਮ ਦੇ ਹੋ ਗਏ। ਚੀਨੀ ਮਜ਼ਦੂਰਾਂ ਦਾ ਸ਼ੋਸ਼ਣ, ਕਹਿੰਦਾ ਇਸ ਯੁੱਧ ਦੇ ਫਲਸਰੂਪ ਚੀਨ ਵਿੱਚ ਵਿਦੇਸ਼ੀਆਂ ਦਾ ਪ੍ਰਭਾਵ ਕਾਫੀ ਵੱਧ ਗਿਆ। ਚੀਨ ਵਿੱਚ ਬੇਰੁਜ਼ਗਾਰੀ ਤੇ ਗਰੀਬੀ ਵੀ ਵੱਧ ਗਈ, ਜਿਸ ਦਾ ਲਾਭ ਉਠਾ ਕੇ ਵਿਦੇਸ਼ੀ ਵਪਾਰੀਆਂ ਨੇ ਚੀਨ ਦੇ ਮਜ਼ਦੂਰਾਂ ਨੂੰ ਖਰੀਦ ਕੇ ਦੱਖਣੀ ਅਮਰੀਕਾ ਤੇ ਆਸਟਰੀਆ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਚੀਨ ਦੀ ਸਰਕਾਰ ਇੰਨੀ ਜ਼ਿਆਦਾ ਕਮਜ਼ੋਰ ਸੀ ਕਿ ਵਿਦੇਸ਼ੀਆਂ ਦੇ ਇਸ ਵਧੀਕੀ ਨੂੰ ਰੋਕ ਨਾ ਸਕੀ। ਇੰਗਲੈਂਡ ਦੇ ਉਦਾਰਵਾਦੀਆਂ ਨੇ ਚੀਨ ਦੇ ਮਜ਼ਦੂਰਾਂ ਦਾ ਸ਼ੋਸ਼ਣ ਵਿਰੁੱਧ ਆਵਾਜ਼ ਉਠਾਈ ਫਿਰ, ਔਰ ਇਸ ਤਰ੍ਹਾਂ ਚੀਨ ਦਾ ਜਿਹੜਾ ਸੀ ਦੋਵਾਂ ਯੁੱਧਾਂ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਹੌਲੀ ਹੌਲੀ ਇੰਗਲੈਂਡ ਦਾ ਜਿਹੜਾ ਕੰਟਰੋਲ ਜਿਹੜਾ ਸੀ, ਯਾਨੀ ਉਹਦਾ ਸਾਮਰਾਜ ਜਿਹੜਾ ਵੀ ਚੀਨ ਦੇ ਵਿੱਚ ਸ਼ੁਰੂ ਹੋ ਗਿਆ। ਹੌਲੀ ਹੌਲੀ ਚੀਨ ਜਿਹੜਾ ਸੀ ਉਹ ਇੰਗਲੈਂਡ ਦੇ ਕਬਜ਼ੇ ਵਿੱਚ ਆ ਗਿਆ। ਨੈਕਸਟ ਇੱਕ ਕੁਐਸਚਨ ਆਉਂਦਾ ਹੁੰਦਾ ਹੈ, ਪੋਰਟ ਵਿਵਸਥਾ ਦੀ ਸੰਧੀ ਦੱਸੋ। ਵੈਰੀ ਵੈਰੀ ਇੰਪੋਰਟੈਂਟ ਆ, 2 ਮਾਰਕਸ ਦਾ ਕੁਐਸਚਨ, 10 ਦਾ ਵੀ ਆ ਸਕਦਾ ਹੈ। 10 ਦਾ ਬਹੁਤ ਘੱਟ ਹੁੰਦਾ, 2 ਦਾ ਮੋਸਟਲੀ ਜ਼ਿਆਦਾ ਆਉਂਦਾ ਵਾ। ਕਹਿੰਦਾ ਹਮੇਸ਼ਾ ਹੀ ਚੀਨ ਦਾ ਇਹ ਕੋਸ਼ਿਸ਼ ਰਹੀ ਆ ਕਿ ਪੱਛਮੀ ਸ਼ਕਤੀਆਂ ਜਿਹੜੀਆਂ ਉਹਦੇ ਦੇਸ਼ ਵਿੱਚ ਨਾ ਆਉਣ, ਕਿਉਂਕਿ ਚੀਨ ਜਾਣਦਾ ਸੀ ਕਿ ਪੱਛਮੀ ਸ਼ਕਤੀਆਂ ਪਹਿਲਾਂ ਵਪਾਰ ਲਈ ਆਉਂਦੀਆਂ ਹਨ, ਫਿਰ ਉਹ ਹੌਲੀ ਹੌਲੀ ਰਾਜਨੀਤਿਕ ਸੱਤਾ ਹੱਥ ਵਿੱਚ ਲੈ ਲੈਂਦੀਆਂ। ਇਸ ਤੋਂ ਬਿਨਾਂ ਚੀਨ ਨੂੰ ਪੱਛਮ ਨਾਲ ਵਪਾਰ ਕਰਨ ਵਿੱਚ ਕੋਈ ਲਾਭ ਵੀ ਵਿਖਾਈ ਨਹੀਂ ਸੀ ਦਿੰਦਾ। ਉਸ ਤਰ੍ਹਾਂ ਵੀ ਚੀਨ ਆਪਣੇ ਆਪ ਨੂੰ ਪੱਛਮੀ ਦੇਸ਼ਾਂ ਨਾਲੋਂ ਉੱਤਮ ਸਮਝਦਾ ਸੀ। ਪਰ ਨਾਨਕਿੰਗ ਦੀ ਸੰਧੀ ਪਿੱਛੋਂ ਚੀਨ ਨੂੰ ਕੁਝ ਬੰਦਰਗਾਹਾਂ ਪੱਛਮੀ ਵਪਾਰੀਆਂ ਨੂੰ ਵਪਾਰ ਲਈ ਖੋਲ੍ਹਣੀਆਂ ਪਈਆਂ। ਇਸ ਸਮੇਂ ਤੱਕ ਚੀਨੀਆਂ ਦੀ ਕਮਜ਼ੋਰੀ ਦਾ ਪਤਾ ਸਾਰੇ ਸੰਸਾਰ ਨੂੰ ਲੱਗ ਗਿਆ। ਇਸ ਲਈ ਇੰਗਲੈਂਡ ਤੇ ਫਰਾਂਸ ਨੇ ਚੀਨ ਨਾਲ ਇੱਕ ਯੁੱਧ ਕੀਤਾ ਤੇ ਪੀਕਿੰਗ ਦੇ ਸਮਝੌਤੇ ਅਨੁਸਾਰ ਵਿਦੇਸ਼ੀ ਵਪਾਰੀਆਂ ਨੂੰ ਬਹੁਤ ਸਾਰੇ ਅਧਿਕਾਰ ਤੇ ਸਹੂਲਤਾਂ ਦੇਣੀਆਂ ਪਈਆਂ। ਚੀਨ ਨੂੰ 11 ਹੋਰ ਬੰਦਰਗਾਹਾਂ ਵਿਦੇਸ਼ੀ ਵਪਾਰੀਆਂ ਨੂੰ ਵਪਾਰ ਦੇ ਰਹਿਣ ਲਈ ਖੋਲ੍ਹਣੀਆਂ ਪਈਆਂ। ਇਹਨਾਂ ਬੰਦਰਗਾਹਾਂ ਦੇ ਮੁਕਤ ਹੋਣ ਕਾਰਨ ਚੀਨ ਦਾ ਅੰਦਰੂਨੀ ਵਪਾਰ ਬਰਬਾਦ ਹੋ ਗਿਆ, ਯਾਨੀ ਕਿ ਇਹਨਾਂ ਨੂੰ ਕੋਈ ਟੈਕਸ ਨਹੀਂ ਦੇਣਾ ਪੈਂਦਾ ਵਿਦੇਸ਼ੀਆਂ ਨੂੰ, ਜਿਸ ਕਰਕੇ ਚੀਨ ਦਾ ਅੰਦਰਲਾ ਵਪਾਰ ਖਤਮ ਹੋ ਗਿਆ। ਜਿਸ ਤਰ੍ਹਾਂ ਹੁਣ ਸਾਡੇ ਦੇਸ਼ ਵਿੱਚ ਚਾਈਨਾ ਦਾ ਮਾਲ ਬਹੁਤ ਜ਼ਿਆਦਾ ਵਿਕਦਾ ਤੇ ਆਪਣੇ ਦੇਸ਼ ਦਾ ਬਣਿਆ ਮਾਲ ਘੱਟ ਵਿਕਦਾ। ਇਹੀ ਉੱਥੇ ਹੋ ਰਿਹਾ ਸੀ ਕਿ ਚੀਨ ਦਾ ਮਾਲ ਜਿਹੜਾ ਆਪਣੇ ਦੇਸ਼ 'ਚ ਨਹੀਂ ਸਗੋਂ ਵਿਕ ਰਿਹਾ, ਇੰਗਲੈਂਡ ਦਾ ਮਾਲ ਜ਼ਿਆਦਾ ਵਿਕਦਾ ਤੇ ਤਿਆਰ ਹੁੰਦਾ ਸੀ। ਕਹਿੰਦਾ ਕਿ ਜੇ ਇਸ ਤਰ੍ਹਾਂ ਜਿਹੜੇ ਪ੍ਰਬੰਧ ਦੇ ਅਧੀਨ ਚੀਨ ਨੂੰ ਵਿਦੇਸ਼ੀਆਂ ਲਈ ਆਪਣੀਆਂ ਬੰਦਰਗਾਹਾਂ ਸੰਧੀਆਂ ਦੇ ਕਾਰਨ ਮਜਬੂਰ ਹੋ ਕੇ ਖੋਲ੍ਹਣੀਆਂ ਪਈਆਂ, ਉਸ ਨੂੰ ਇਤਿਹਾਸ ਵਿੱਚ ਪੋਰਟ ਵਿਵਸਥਾ ਦੀ ਸੰਧੀ ਆਖਿਆ ਜਾਂਦਾ। ਨੈਕਸਟ ਇੱਕ ਇਹ ਹੈਗੀ ਆ ਜਾਪਾਨ ਦਾ ਆਧੁਨਿਕੀਕਰਨ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ, ਹਰ ਇੱਕ ਪੇਪਰ 'ਚ ਹਰ ਵਾਰੀ ਆਉਂਦਾ, ਬਹੁਤ ਹੀ ਇੰਪੋਰਟੈਂਟ ਚੈਪਟਰ ਆ। ਔਰ ਇਹਦਾ ਹੁੰਦਾ ਮੇਜੀ ਪੁਨਰ ਸਥਾਪਨਾ ਤੇ ਜਾਪਾਨ ਦਾ ਆਧੁਨਿਕੀਕਰਨ ਕਰਨ। ਇਹਦੇ ਵਿੱਚ ਕੋਈ ਕ੍ਰਾਂਤੀ ਨਹੀਂ ਹੈ, ਇਹ ਉਹਦਾ ਆਧੁਨਿਕੀਕਰਨ ਹੋਇਆ ਸੀ, ਮੇਜੀ ਪੁਨਰ ਸਥਾਪਨਾ। ਇਹਨੂੰ ਕੁਐਸਚਨ ਐਵੇਂ ਹੁੰਦਾ ਕਿ ਮੇਜੀ ਪੁਨਰ ਸਥਾਪਨਾ ਜਾਂ ਜਾਪਾਨ ਦਾ ਆਧੁਨਿਕੀਕਰਨ ਬਾਰੇ ਦੱਸੋ। ਜਾਂ ਜਿਹੜਾ ਜਾਪਾਨ ਦਾ ਆਧੁਨਿਕੀਕਰਨ ਸੀ ਉਹਦੇ ਕਾਰਨ ਦੱਸਣੇ ਪਹਿਲਾਂ, ਬਾਅਦ ਵਿੱਚ ਜਦੋਂ ਆਧੁਨਿਕੀਕਰਨ ਹੋ ਗਿਆ ਤੇ ਉਹਦੇ ਨਤੀਜੇ ਵੀ ਦੱਸਣੇ ਆ ਕਿ ਕੀ ਫਾਇਦੇ ਹੋਏ ਜਾਪਾਨ ਦੇ, ਕਿਉਂਕਿ ਇਹਦੇ ਨਤੀਜੇ ਤੇ ਵਧੀਆ ਹੀ ਹੋਏ ਹੋਣਗੇ ਨਾ ਆਧੁਨਿਕੀਕਰਨ ਹੋਇਆ ਤੇ। ਇੱਕੋ ਹੀ ਕੁਐਸਚਨ ਇਹਦਾ ਆਉਂਦਾ, ਔਰ ਕੁਐਸਚਨ ਮੈਂ ਤੁਹਾਨੂੰ ਤਰੀਕਾ ਦੱਸਤਾ ਕਿ ਮੇਜੀ ਪੁਨਰ ਸਥਾਪਨਾ ਦੇ ਤੌਰ ਤੇ ਵੀ ਆ ਸਕਦਾ, ਔਰ ਜਾਪਾਨ ਦਾ ਆਧੁਨਿਕੀਕਰਨ ਕਿਵੇਂ ਹੋਇਆ ਜਾਂ ਉਹਦੇ ਕਾਰਨ ਤੇ ਉਹਦੇ ਦੱਸੋ। ਤੇ 2 ਮਾਰਕ ਦਾ ਕੁਐਸਚਨ ਮੇਜੀ ਪੁਨਰ ਸਥਾਪਨਾ ਹੁੰਦਾ ਹੈ। ਮੇਜੀ ਪੁਨਰ ਸਥਾਪਨਾ ਪੇਜ ਨੰਬਰ 252। 1868 ਈਸਵੀ ਵਿੱਚ ਜਾਪਾਨੀ ਸਮਰਾਟ ਦੀਆਂ ਸ਼ਕਤੀਆਂ ਦੀ ਪੁਨਰ ਸਥਾਪਨਾ ਹੋਈ, ਯਾਨੀ ਕਿ ਜਿਹੜੀਆਂ ਦੀ ਸ਼ਕਤੀਆਂ ਸੀ ਉਹਨੂੰ ਦੁਬਾਰਾ ਬਣਾਇਆ ਗਿਆ। ਇਸ ਘਟਨਾ ਨੂੰ ਜਾਪਾਨੀ ਇਤਿਹਾਸ 'ਚ ਬਹੁਤ ਮਹੱਤਤਾ ਦਿੱਤੀ ਜਾਂਦੀ ਹੈ। ਇਸ ਪੁਨਰ ਸਥਾਪਨਾ ਪਿੱਛੋਂ ਜਾਪਾਨ ਨੇ ਸਮਾਜਿਕ, ਰਾਜਨੀਤੀ ਤੇ ਆਰਥਿਕ ਖੇਤਰਾਂ 'ਚ ਬਹੁਤ ਜ਼ਿਆਦਾ ਵਿਕਾਸ ਕੀਤਾ। ਇਤਿਹਾਸ ਦੀਆਂ ਘਟਨਾਵਾਂ ਦੱਸਦੀਆਂ ਹਨ ਕਿ ਮੇਜੀ ਪੁਨਰ ਸਥਾਪਨਾ ਨੇ ਜਾਪਾਨ ਦਾ ਆਧੁਨਿਕੀਕਰਨ ਕੀਤਾ, ਜਿਸ ਨਾਲ ਜਾਪਾਨ ਖੁਸ਼ਹਾਲੀ ਤੇ ਉੱਨਤੀ ਦੇ ਰਾਹ ਤੇ ਚੱਲ ਪਿਆ। ਇਹ ਇੱਕ ਮੇਜੀ ਪੁਨਰ ਸਥਾਪਨਾ ਕਰਕੇ ਹੀ ਅੱਜ ਜਾਪਾਨ ਜਿਹੜਾ ਬਹੁਤ ਤਰੱਕੀ 'ਚ।
ਇਹਦਾ ਆਪਾਂ ਨਾ ਕਿ ਜਿਹੜਾ ਸਮਰਾਟ ਦੀਆਂ ਸ਼ਕਤੀਆਂ ਦਾ ਪੁਨਰ ਸਥਾਪਨਾ, ਸ਼ੋਗੁਨ ਨਾਂ ਦੀ ਇੱਕ ਸਰਕਾਰ ਸੀ, ਉਹਨੇ ਆਪਣਾ ਤਿਆਗ ਪੱਤਰ ਦੇ ਦਿੱਤਾ। ਕਹਿੰਦਾ ਟੋਕੂਗਾਵਾ ਇਹ ਕੇਈਕੀ ਹੁਣ ਨਵਾਂ ਸ਼ੋਗੁਨ ਬਣਿਆ। 1867 ਈਸਵੀ ਨੂੰ ਵਿਦੇਸ਼ੀ ਵਿਰੋਧੀ ਪਰੰਪਰਾਵਾਦੀ ਤੇ ਪਿਛਾਂਹ ਖਿੱਚੂ ਜਾਪਾਨੀ ਸਮਰਾਟ ਕਾਮਈ, ਯਾਨੀ ਕਿ ਪਹਿਲੋਂ ਇਹਨਾਂ ਦੀ ਸੋਚ ਜਿਹੜੀ ਸੀ ਨਾ ਬੜੀ ਪਰੰਪਰਾਵਾਦੀ ਜੀ ਪਿਛਾਂਹ ਖਿੱਚੂ ਸੀ, ਤੇ ਉਹਦੀ ਮੌਤ ਹੋ ਗਈ। ਉਹਦੀ ਥਾਂ ਤੇ 15 ਸਾਲਾਂ ਦਾ ਨਵਜੁਕ ਮੁਤਸੁਹਿਤੋ ਜਾਪਾਨ ਦਾ ਸਮਰਾਟ ਬਣਿਆ। ਨਵੇਂ ਸਮਰਾਟ ਦੇ ਦਰਬਾਰ ਵਿੱਚ ਸ਼ੋਗੁਨ ਵਿਰੋਧੀ ਗੁਣ ਕਾਫੀ ਸ਼ਕਤੀਸ਼ਾਲੀ ਬਣ ਚੁੱਕਾ ਸੀ, ਇਸ ਲਈ ਨਵੇਂ ਸ਼ੋਗੁਨ ਨੂੰ ਵਿਸ਼ਵਾਸ ਹੋ ਗਿਆ ਕਿ ਉਹ ਸੁਰੱਖਿਅਤ ਨਹੀਂ ਹੈ। ਇਸ ਲਈ ਉਸਨੇ 9 ਨਵੰਬਰ 1867 ਈਸਵੀ ਨੂੰ ਜਾਪਾਨੀ ਸਮਰਾਟ ਨੂੰ ਆਪਣਾ ਤਿਆਗ ਪੱਤਰ ਦੇ ਦਿੱਤਾ। ਇਸ ਤਰ੍ਹਾਂ ਸ਼ੋਗੁਨ ਵਿਰੋਧੀ ਸ਼ਕਤੀਆਂ ਨੇ ਜਾਪਾਨੀ ਸਮਰਾਟ ਦੀਆਂ ਸ਼ਕਤੀਆਂ ਦਾ ਪੁਨਰ ਸਥਾਪਨਾ ਕਰ ਦਿੱਤਾ। ਹੁਣ ਆ ਗਿਆ ਸਮਰਾਟ ਦੀਆਂ ਸ਼ਕਤੀਆਂ ਦੀ ਪੁਨਰ ਸਥਾਪਨਾ ਕਿਵੇਂ ਹੋਈ। ਕਹਿੰਦਾ 1867 ਈਸਵੀ ਵਿੱਚ ਜਦੋਂ ਸ਼ੋਗੁਨਾਂ ਦੇ ਸ਼ਾਸਨ ਦਾ ਅੰਤ ਹੋ ਗਿਆ ਤੇ ਕੇਂਦਰੀ ਸ਼ਕਤੀ ਫਿਰ ਤੋਂ ਜਾਪਾਨ ਦੇ ਸਮਰਾਟ ਦੇ ਹੱਥ ਵਿੱਚ ਆ ਗਈ। ਇਸ ਨੂੰ ਇਤਿਹਾਸ ਵਿੱਚ ਪੁਨਰ ਸਥਾਪਨਾ ਆਖਿਆ ਜਾਂਦਾ ਹੈ। ਸਮਰਾਟ ਮੁਤਸੁਹਿਤੋ ਦੇ ਸ਼ਾਸਨ ਕਾਲ ਵਿੱਚ ਇਹ ਕ੍ਰਾਂਤੀਕਾਰੀ ਪਰਿਵਰਤਨ ਹੋਇਆ। 1867 ਈਸਵੀ ਨੂੰ ਮੁਤਸੁਹਿਤੋ ਰਾਜਗੱਦੀ ਤੇ ਬੈਠਾ। ਉਸਨੇ ਮੇਈਜੀ ਦੀ ਉਪਾਧੀ ਧਾਰਨ ਕੀਤੀ, ਇਸ ਕਰਕੇ ਇਹਨੂੰ ਮੇਈਜੀ ਪੁਨਰ ਸਥਾਪਨਾ ਕਿਹਾ ਜਾਂਦਾ, ਜਿਸ ਦਾ ਅਰਥ ਹੈ ਪ੍ਰਬੁੱਧ ਸ਼ਾਸਨ, ਯਾਨੀ ਕਿ ਦਿਮਾਗ ਦਾ ਸ਼ਾਸਨ। ਉਹ ਇਸ ਨਾਮ ਨਾਲ ਭਾਵ ਮੇਈਜੀ ਦੇ ਨਾਮ ਨਾਲ ਪ੍ਰਸਿੱਧ ਹੋਇਆ। ਇਸ ਪੁਨਰ ਸਥਾਪਨਾ ਦੀ ਮਹੱਤਤਾ ਦੱਸਦੇ ਹੋਏ ਟੇਲਰ ਨਾਂ ਦਾ ਇੱਕ ਵਿਦਵਾਨ ਉਹਨੇ ਕਿਹਾ ਕਿ ਸ਼ੋਗੁਨ ਸ਼ਾਸਨ ਦਾ ਅੰਤ ਤੇ ਸਮਰਾਟ ਦੀਆਂ ਸ਼ਕਤੀਆਂ ਦੇ ਪੁਨਰ ਸਥਾਪਨਾ ਨਾਲ ਇੱਕ ਯੁੱਗ ਖਤਮ ਹੋਇਆ, ਦੂਜੇ ਯੁੱਗ ਦਾ ਆਰੰਭ ਹੋਇਆ। ਸ਼ੋਗੁਨ ਦਾ ਤਿਆਗ ਪੱਤਰ ਪ੍ਰਾਚੀਨ ਜਾਪਾਨ ਦੀ ਸਮਾਧੀ ਤੇ ਮੌਤ ਦਾ ਲੇਖ ਸੀ, ਯਾਨੀ ਕਿ ਜਦੋਂ ਸ਼ੋਗੁਨਾਂ ਨੇ ਆਪਣਾ ਤਿਆਗ ਪੱਤਰ ਦੇ ਦਿੱਤਾ ਤੇ ਜਿਹੜੇ ਪੁਰਾਣੇ ਰੀਤੀ ਰਿਵਾਜ ਸੀ, ਪੁਰਾਣੀ ਪਰੰਪਰਾ ਸੀ ਨਾ, ਉਹ ਜਾਂਦੀ ਰਹੀ। ਇਸ ਤਰ੍ਹਾਂ ਸਮਰਾਟ ਦਾ ਪੁਨਰ ਸਥਾਪਨਾ ਆਧੁਨਿਕ ਜਾਪਾਨ ਦੀ ਆਧਾਰਸ਼ਿਲਾ ਹੈ। ਸਮਰਾਟ ਦਾ ਸਹੁੰ ਪੱਤਰ ਕਹਿੰਦਾ ਮੁਤਸੁਹਿਤੋ ਨੇ 6 ਅਪ੍ਰੈਲ 1868 ਈਸਵੀ ਵਿੱਚ ਕਿਊਰੋ ਦੇ ਰਾਜ ਮਹਿਲ ਵਿੱਚ ਸਮਤਾ ਦਰਬਾਰੀਆਂ, ਕੁਲੀਨਾਂ ਤੇ ਕਰਮਚਾਰੀਆਂ ਦੇ ਸਾਹਮਣੇ 5 ਆਰਟੀਕਲ ਵਾਲੇ ਪੱਤਰ ਦੀ ਸਹੁੰ ਚੁੱਕੀ। ਔਰ ਇਹ ਪੱਤਰ ਜਿਹੜਾ ਸੀ, ਇਹਦਾ ਮੁੱਖ ਆਧਾਰ ਸੀਗਾ ਕਿ ਜਿਹੜਾ ਜਾਪਾਨ ਦਾ ਵਿਕਾਸ ਕਰਨਾ ਵਾਧੂ, ਉਹਦੇ ਵਿੱਚ ਆਧੁਨਿਕੀਕਰਨ ਲਿਆਉਣਾ ਹੈ। ਔਰ ਉਹਨਾਂ ਨੇ ਇਹ ਵੀ ਇਹਦੇ ਵਿੱਚ ਇੱਕ ਕਾਨੂੰਨ ਪਾਸ ਕੀਤਾ ਕਿ ਹਰੇਕ ਵਿਅਕਤੀ ਨੂੰ ਆਪਣੇ ਵਿਚਾਰ ਪੇਸ਼ ਕਰਨ ਦੀ ਸੁਤੰਤਰਤਾ ਵਾ, ਆਪਣਾ ਕਿੱਤਾ ਚੁਣਨ ਦੀ ਸੁਤੰਤਰਤਾ ਵਾ, ਔਰ ਰਾਜ ਦੀਆਂ ਨੀਤੀਆਂ ਬਣਾਉਣ ਲਈ ਸੰਮਤੀ ਤੇ ਸਲਾਹ ਦੇਣ ਦਾ ਵਿਚਾਰ ਸਭਾ ਬਣਾਈ ਗਈ। ਸਾਰੇ ਦੇਸ਼ ਵਾਸੀਆਂ ਨੂੰ ਦੇਸ਼ ਦੀ ਉੱਨਤੀ ਲਈ ਇੱਕ ਹੋ ਜਾਣਾ ਚਾਹੀਦਾ ਹੈ। ਫਜ਼ੂਲ ਦੇ ਰੀਤੀ ਰਿਵਾਜਾਂ ਦਾ ਤਿਆਗ ਕਰਨਾ ਚਾਹੀਦਾ ਹੈ, ਔਰ ਨਿਆਂ ਦੇ ਸਾਹਮਣੇ ਸਾਰੇ ਬਰਾਬਰ ਹੋਣੇ ਚਾਹੀਦੇ ਆ, ਔਰ ਦੇਸ਼ ਦੀ ਉੱਨਤੀ ਲਈ ਕਿਸੇ ਵੀ ਦੇਸ਼ ਤੋਂ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਹੈ। ਯਾਨੀ ਕਿ ਉਹਨਾਂ ਨੇ ਇਸ ਗੱਲ 'ਚ ਆਪਣੀ ਹੀਨ ਭਾਵਨਾ ਨਹੀਂ ਸਮਝੀ। ਉਹਨਾਂ ਨੇ ਇਹ ਕਿਹਾ ਵੀ ਜਿਹੜੇ ਵੀ ਦੇਸ਼ ਵਿੱਚ ਤਰੱਕੀ ਦੇ ਰਸਤੇ ਖੁੱਲ੍ਹੇ ਨੇ, ਜਿਹੜੇ ਵੀ ਕਾਰਨ ਖੁੱਲ੍ਹੇ ਨੇ, ਉਹਨਾਂ ਕਾਰਨਾਂ ਦਾ ਪਤਾ ਲਗਾਓ ਤੇ ਉਹ ਕਾਰਨ ਅਸੀਂ ਆਪਣੇ ਦੇਸ਼ ਵਿੱਚ ਲਿਆਵਾਂਗੇ ਤਰੱਕੀ ਵਾਸਤੇ। ਇਸ ਤਰ੍ਹਾਂ ਕਹਿੰਦਾ ਜਾਪਾਨ ਦਾ ਆਧੁਨਿਕੀਕਰਨ ਹੋ ਗਿਆ। ਉਹਨਾਂ ਨੇ ਇਹ ਨਹੀਂ ਸੋਚਿਆ ਕਿ ਦੂਜੇ ਦੇਸ਼ਾਂ ਦੀ ਅਸੀਂ ਨਕਲ ਕਰਨਾ ਅਪਮਾਨ ਨਹੀਂ ਸਮਝਿਆ। ਉਹਨਾਂ ਨੇ ਸੋਚਿਆ ਕਿ ਦੂਸਰੇ ਦੇਸ਼ਾਂ ਦੀ ਨਕਲ ਨਾਲ ਹੀ ਅਸੀਂ ਆਪਣੇ ਦੇਸ਼ਾਂ ਦਾ ਵਿਕਾਸ ਕਰ ਸਕਦੇ ਹਾਂ, ਜਿਹੜੇ ਦੇਸ਼ ਵੀ ਤਰੱਕੀ 'ਚ ਨੇ। ਕਹਿੰਦਾ ਕਿ 1868 ਈਸਵੀ ਵਿੱਚ ਪੁਨਰ ਸਥਾਪਨਾ ਪਿੱਛੋਂ ਜਾਪਾਨ ਵਿੱਚ ਆਧੁਨਿਕੀਕਰਨ ਦੀ ਭਾਵਨਾ ਨੂੰ ਬਹੁਤ ਉਤਸ਼ਾਹ ਮਿਲਿਆ, ਔਰ ਇਹਨਾਂ ਦੇ ਜ਼ਿਆਦਾਤਰ ਪੱਛਮੀ ਵਿਚਾਰਾਂ ਨੂੰ ਗ੍ਰਹਿਣ ਕੀਤਾ, ਕਿਉਂਕਿ ਪੱਛਮੀ ਵਿਚਾਰਾਂ ਤੋਂ ਬਿਨਾਂ ਕਿਸੇ ਵੀ ਦੇਸ਼ ਦਾ ਆਧੁਨਿਕੀਕਰਨ ਨਹੀਂ ਹੋ ਸਕਦਾ। ਜਿਸ ਤਰ੍ਹਾਂ ਸਾਡੇ ਦੇਸ਼ ਵਿੱਚ ਭਾਵੇਂ ਕਹਿੰਦੇ ਨਾ ਪੱਛਮੀ ਸੰਸਕ੍ਰਿਤੀ ਆ ਗਈ ਜਾਂ ਪੱਛਮੀ ਵਿਚਾਰਾਂ ਨੂੰ ਅਪਣਾ ਰਹੇ ਆ, ਤੇ ਉਹਦੇ ਨਾਲ ਸਾਡੇ ਦੇਸ਼ ਦਾ ਸਗੋਂ ਵਿਕਾਸ ਹੀ ਹੁੰਦਾ। ਕਹਿੰਦਾ ਜਾਪਾਨੀਆਂ ਨੇ ਆਰਥਿਕ, ਸਮਾਜਿਕ, ਰਾਜਨੀਤਿਕ ਤੇ ਸੱਭਿਆਚਾਰਕ ਆਦਿ ਸਾਰੇ ਹੀ ਖੇਤਰਾਂ ਵਿੱਚ ਪੱਛਮੀ ਵਿਚਾਰਾਂ ਦੇ ਸਿਧਾਂਤਾਂ ਨੂੰ ਅਪਣਾ ਲਿਆ। ਉਹਨਾਂ ਪੂਰੀ ਤਰ੍ਹਾਂ ਪੱਛਮ ਦੇ ਕਲਚਰ ਨੂੰ ਅਪਣਾ ਲਿਆ। ਇਸ ਤਰ੍ਹਾਂ ਜਾਪਾਨ ਦਾ ਆਧੁਨਿਕੀਕਰਨ ਵਿਸ਼ਵ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਘਟਨਾ ਦਾ ਰੂਪ ਬਣ ਗਿਆ। ਜਾਪਾਨ ਵਿੱਚ ਆਧੁਨਿਕੀਕਰਨ ਦੇ ਕਾਰਨ ਪਹਿਲਾ ਸੀ ਸੈਨਾ ਦਾ ਆਧੁਨਿਕੀਕਰਨ। ਸਭ ਤੋਂ ਪਹਿਲਾਂ ਜਾਪਾਨ ਵਿੱਚ ਆਧੁਨਿਕੀਕਰਨ ਹੋਇਆ ਕਿ ਜਿਹੜੇ ਹੈਗਾ ਸੀ ਨਾ, ਜਾਪਾਨ ਦਾ ਆਧੁਨਿਕੀਕਰਨ ਜਾਪਾਨੀਆਂ ਨੂੰ ਪਤਾ ਸੀ ਸਾਡਾ ਤਾਂ ਹੀ ਹੋ ਸਕਦਾ ਜੇਕਰ ਅਸੀਂ ਪੱਛਮੀ ਢੰਗ ਤਰੀਕੇ ਨਾਲ ਰਵਾਂਗੇ, ਜੇਕਰ ਅਸੀਂ ਪੱਛਮੀ ਦੇਸ਼ਾਂ ਦੀ ਨਕਲ ਨਾਲ ਆਪਣੀ ਸੈਨਿਕ ਸ਼ਕਤੀ ਵਧਾਵਾਂਗੇ ਜਾਂ ਸਕੂਲ ਖੋਲਾਂਗੇ ਜਾਂ ਸਿੱਖਿਆ ਪ੍ਰਣਾਲੀ ਤੇ ਜ਼ੋਰ ਦੇਵਾਂਗੇ। ਪਹਿਲਾ ਹੈਗਾ ਸੈਨਾ ਦਾ ਆਧੁਨਿਕੀਕਰਨ। ਜਿਹੜਾ ਸਮਰਾਟ ਮੁਤਸੁਹਿਤੋ ਸੀ, ਉਹਨੂੰ ਇਹ ਪੂਰਾ ਵਿਸ਼ਵਾਸ ਸੀ ਕਿ ਜੇਕਰ ਸਭ ਤੋਂ ਜ਼ਿਆਦਾ ਜਾਪਾਨ ਨੂੰ ਪਹਿਲਾਂ ਸ਼ਕਤੀਸ਼ਾਲੀ ਬਣਾਇਆ ਜਾਵੇ ਸੈਨਿਕਾਂ ਦੇ ਨਾਲ। ਉਹਨੇ ਕੀ ਕੀਤਾ ਕਿ ਜਿਹੜੇ ਪੁਰਾਣੇ ਜਿਹੜੇ ਬਜ਼ੁਰਗ ਸੈਨਾ ਵਿੱਚ ਲੋਕ ਸਨ ਨਾ, ਉਹਨਾਂ ਨੂੰ ਸੈਨਾ ਤੋਂ ਉਹਨੇ ਬਰਖਾਸਤ ਕਰ ਦਿੱਤਾ। ਬਟ
ਉਹਨਾਂ ਨੂੰ ਰਿਟਾਇਰ ਕਰਕੇ ਉਹਨਾਂ ਨੂੰ ਨਾਲ ਪੈਨਸ਼ਨਾਂ ਵੀ ਦਿੱਤੀਆਂ, ਤਾਂ ਕਿ ਇਹ ਨਾ ਸੋਚਣ ਕਿ ਸਾਨੂੰ ਸੇਵਾ ਤੋਂ ਮੁਕਤ ਕਰ ਦਿੱਤਾ ਤੇ ਸਾਡਾ ਗੁਜ਼ਾਰਾ ਕਿਵੇਂ ਹੋਣਾ। ਸਭ ਤੋਂ ਪਹਿਲੇ ਉਹਨੇ ਆਧੁਨਿਕ ਤਰੀਕੇ ਨਾਲ ਸੈਨਾ ਭਰਤੀ ਕੀਤੀ। ਜਿਹੜੇ ਬਜ਼ੁਰਗ ਲੋਕ ਸੀ ਉਹਨਾਂ ਨੂੰ ਰਿਟਾਇਰ ਕਰਕੇ ਉਹਨਾਂ ਨੂੰ ਪੈਨਸ਼ਨਾਂ ਲਾ ਦਿੱਤੀਆਂ, ਔਰ ਜਿੰਨੇ ਵੀ ਸੈਨਾ ਵਿੱਚ ਭਰਤੀ ਹੋਣਾ ਸੀ ਉਹਨੂੰ 3 ਸਾਲ ਪਹਿਲਾਂ ਸੈਨਿਕ ਸਿੱਖਿਆ ਲੈਣੀ ਪੈਂਦੀ ਸੀ, ਔਰ ਉਹ ਸੈਨਿਕ ਸਿੱਖਿਆ ਜਿਹੜੀ ਸੀ ਉਹਦੇ ਵਾਸਤੇ ਕੰਪਲਸਰੀ ਹੋ ਗਈ। ਇਸ ਕਰਕੇ ਉਹਨਾਂ ਨੇ ਜਿਹੜੀ ਸੈਨਿਕਾਂ ਦੀ ਟ੍ਰੇਨਿੰਗ ਵਾਸਤੇ ਉਹਨਾਂ ਨੇ ਟੋਕੀਓ ਦੇ ਵਿੱਚ ਇੱਕ ਸਿਖਲਾਈ ਸਕੂਲ ਵੀ ਖੋਲ੍ਹਿਆ, ਜਿਹਦੇ ਵਿੱਚ ਜਿਹਦੇ ਟੀਚਰ ਜਿਹੜੇ ਰੱਖੇ ਗਏ ਸੀ ਟ੍ਰੇਨਿੰਗ ਦੇਣ ਵਾਸਤੇ ਉਹ ਅੰਗਰੇਜ਼ ਸੀਗੇ, ਯਾਨੀ ਕਿ ਪੱਛਮੀ ਦੇਸ਼ਾਂ ਦੇ ਤੋਂ ਟੀਚਰ ਜਿਹੜੇ ਲਿਆਂਦੇ ਗਏ ਉਹਨਾਂ ਨੂੰ ਪੜ੍ਹਾਉਣ ਵਾਸਤੇ, ਟ੍ਰੇਨਡ ਕਰਨ ਵਾਸਤੇ। ਔਰ ਵਿਦੇਸ਼ੀਆਂ ਦੀ ਸਹਾਇਤਾ ਨਾਲ ਜਾਪਾਨ ਵਿੱਚ ਸਮੁੰਦਰੀ ਜਹਾਜ਼ ਤਿਆਰ ਹੋਣ ਲੱਗ ਪਏ। ਇਸ ਤਰ੍ਹਾਂ ਜਿਹੜੀ ਜਾਪਾਨੀ ਸੈਨਾ ਸੀ ਉਹ ਕਾਫੀ ਸ਼ਕਤੀਸ਼ਾਲੀ ਬਣ ਗਈ। ਜਾਪਾਨੀਆਂ ਨੇ ਆਪਣੀ ਸੈਨਾ ਨੂੰ ਆਧੁਨਿਕ ਹਥਿਆਰ ਦੇਣੇ ਸ਼ੁਰੂ ਕਰ ਦਿੱਤੇ, ਔਰ ਸੈਨਿਕ ਅਫਸਰਾਂ ਨੂੰ ਉਹਨਾਂ ਦੀ ਸਿਖਲਾਈ ਲਈ ਖੋਲ੍ਹੇ ਗਏ ਵਿਸ਼ੇਸ਼ ਸਕੂਲਾਂ 'ਚ ਸਿੱਖਿਆ ਦਿੱਤੀ ਜਾਂਦੀ ਸੀ। ਸੈਨਿਕ ਅਫਸਰਾਂ ਨੂੰ ਸਿੱਖਿਆ ਦੇਣ ਵਾਲੇ ਜਰਮਨ, ਫਰਾਂਸੀਸੀ ਤੇ ਅੰਗਰੇਜ਼ ਹੁੰਦੇ ਸੀਗੇ। ਸਭ ਤੋਂ ਪਹਿਲਾਂ ਉਹਨਾਂ ਨੇ ਸੈਨਿਕ ਸ਼ਕਤੀ ਨੂੰ ਦੇ ਵਿੱਚ ਆਧੁਨਿਕੀਕਰਨ ਕੀਤਾ। ਬਾਅਦ ਵਿੱਚ ਉਹਨਾਂ ਨੇ ਸਿੱਖਿਆ ਦਾ ਆਧੁਨਿਕੀਕਰਨ ਕੀਤਾ। ਕਿਵੇਂ ਕਿ ਉਹਨਾਂ ਨੇ ਸੋਚਿਆ ਕਿ ਸਾਡੇ ਦੇਸ਼ ਵਿੱਚ ਸਿੱਖਿਆ ਪ੍ਰਣਾਲੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਜਿਹਦੇ ਨਾਲ ਸਾਡੇ ਦੇਸ਼ ਦੀ ਆਧੁਨਿਕੀਕਰਨ ਹੋਵੇ। ਉਹਨਾਂ ਨੇ 1871 ਵਿੱਚ ਸਿੱਖਿਆ ਵਿਭਾਗ ਦੀ ਸਥਾਪਨਾ ਕੀਤੀ, ਔਰ ਇਹ ਜਿਹੜਾ ਸਿੱਖਿਆ ਪ੍ਰਣਾਲੀ ਸੀ ਬਿਲਕੁਲ ਫਰਾਂਸ ਦੀ ਸਿੱਖਿਆ ਪ੍ਰਣਾਲੀ ਦੀ ਨਕਲ ਸੀਗੀ। ਜਿਸ ਤਰ੍ਹਾਂ ਦੇ ਫਰਾਂਸ ਵਿੱਚ ਸਕੂਲ ਸੀਗੇ ਉਸ ਤਰ੍ਹਾਂ ਦੇ ਹੀ ਜਾਪਾਨ ਵਿੱਚ ਖੋਲ੍ਹੇ ਗਏ, ਔਰ ਪੱਛਮੀ ਸਿੱਖਿਆ ਦਾ ਢਾਂਚਾ, ਯਾਨੀ ਕਿ ਇਹਨਾਂ ਦੀ ਜਿਹੜੇ ਸਕੂਲਾਂ ਵਿੱਚ ਸਿੱਖਿਆ ਦਿੱਤੀ ਜਾਂਦੀ ਸੀ ਬਿਲਕੁਲ ਪੱਛਮੀ ਤਰੀਕੇ ਦੀ ਸੀ। ਫਰਾਂਸ ਦੀ ਪ੍ਰਾਇਮਰੀ ਸਿੱਖਿਆ ਦੇ ਆਧਾਰ ਤੇ ਜਾਪਾਨ ਵਿੱਚ ਪ੍ਰਾਇਮਰੀ ਸਿੱਖਿਆ ਦਾ ਪ੍ਰਬੰਧ ਕੀਤਾ ਗਿਆ। ਹਰ ਬੱਚੇ ਨੂੰ 3 ਸਾਲ ਲਈ ਸਕੂਲ ਜਾਣਾ ਜ਼ਰੂਰੀ ਕਰ ਦਿੱਤਾ ਗਿਆ, ਔਰ ਤਕਨੀਕੀ ਯਾਨੀ ਕਿ ਉਚੇਰੀ ਸਿੱਖਿਆ ਜਿਹੜੀ ਟੈਕਨੋਲੋਜੀ ਵਾਲੀ ਉਚੇਰੀ ਸਿੱਖਿਆ ਵਾ ਉਹਦਾ ਪ੍ਰਬੰਧ ਵੀ ਕੀਤਾ ਗਿਆ। ਵਣਜ ਵਪਾਰ ਤੇ ਖੇਤੀਬਾੜੀ ਦੀ ਸਿੱਖਿਆ ਦੀ ਵੀ ਵਿਵਸਥਾ ਕੀਤੀ ਗਈ, ਔਰ ਵਿਸ਼ਵ ਵਿਦਿਆਲੇ ਵੀ ਦੀ ਸਿੱਖਿਆ ਪ੍ਰਾਪਤੀ ਲਈ ਜਾਪਾਨ ਵਿੱਚ ਪ੍ਰਬੰਧ ਕੀਤਾ ਗਿਆ, ਯਾਨੀ ਕਿ ਪੱਛਮੀ ਢੰਗ ਤਰੀਕੇ ਦੇ ਯੂਨੀਵਰਸਿਟੀਆਂ ਜਿਹੜੀਆਂ ਨੇ ਜਾਪਾਨ ਵਿੱਚ ਖੋਲ੍ਹੀਆਂ ਗਈਆਂ। ਔਰ ਇਸ ਤਰ੍ਹਾਂ ਜਿਹੜਾ ਸੀ ਜਾਪਾਨ ਦੇ ਵਿੱਚ ਸਿੱਖਿਆ ਨੇ ਕਾਫੀ ਉੱਨਤੀ ਕੀਤੀ, ਔਰ ਬਹੁਤ ਸਾਰੇ ਜਾਪਾਨੀ ਵਿਦਿਆਰਥੀ ਜਿਹੜੇ ਸੀ ਉੱਚੀ ਸਿੱਖਿਆ ਉਚੇਰੀ ਸਿੱਖਿਆ ਲੈਣ ਵਾਸਤੇ ਪੱਛਮੀ ਦੇਸ਼ਾਂ ਵਿੱਚ ਜਾਂਦੇ ਸੀ, ਔਰ ਉਹਨਾਂ ਨੇ ਵਾਪਸ ਆ ਕੇ ਜਾਪਾਨ ਵਿੱਚ ਸਿੱਖਿਆ ਦੇ ਖੇਤਰ ਵਿੱਚ ਕਾਫੀ ਕ੍ਰਾਂਤੀ ਲਿਆਂਦੀ। ਪਹਿਲੋਂ ਜਾਪਾਨ ਦੇ ਵਿੱਚ ਪ੍ਰਾਚੀਨ ਗ੍ਰੰਥਾਂ ਦੇ ਮੁਤਾਬਕ ਸਿੱਖਿਆ ਦਿੱਤੀ ਜਾਂਦੀ ਸੀ, ਬਟ ਹੁਣ ਪੱਛਮੀ ਸਿੱਖਿਆ ਜਿਹੜੀ ਸੀ ਉਹ ਲਾਜ਼ਮੀ ਹੋ ਗਈ, ਔਰ ਜਾਪਾਨ ਨੇ ਅੰਗਰੇਜ਼ੀ ਵਿਸ਼ਾ ਜਿਹੜਾ ਸੀ ਉਹ ਕੰਪਲਸਰੀ ਕਰ ਦਿੱਤਾ, ਜਿਵੇਂ ਸਾਡੇ ਦੇਸ਼ 'ਚ ਇੰਗਲਿਸ਼ ਕੰਪਲਸਰੀ। ਔਰ ਸਾਰੇ ਜਾਪਾਨ ਦੇ ਸਾਰੇ ਪਿੰਡਾਂ ਵਿੱਚ ਜਿਹੜੇ ਪ੍ਰਾਥਮਿਕ ਸਕੂਲਾਂ ਦੀ ਸਥਾਪਨਾ ਕੀਤੀ ਗਈ। ਲੋਕਾਂ ਨੂੰ ਆਪਣੇ ਦੇਸ਼ ਨਾਲ ਪਿਆਰ ਕਰਨ ਦੀ ਸਿੱਖਿਆ ਵੀ ਦਿੱਤੀ ਜਾਂਦੀ ਸੀ, ਜਿਹੜੀ ਕਿ ਜਾਪਾਨ ਦੀ ਰਾਸ਼ਟਰੀ ਏਕਤਾ, ਰਾਸ਼ਟਰੀ ਸੁਰੱਖਿਆ ਤੇ ਆਰਥਿਕ ਉੱਨਤੀ, ਦੇਸ਼ ਭਗਤੀ, ਰਾਸ਼ਟਰ ਦੇ ਸਮਰਾਟ ਪ੍ਰਤੀ ਵਫਾਦਾਰੀ ਆਦਿ ਦਾ ਜਿਹੜਾ ਸੀ ਪਾਠ ਪੜ੍ਹਾਇਆ ਜਾਂਦਾ ਸੀ। ਨੈਕਸਟ ਆ ਗਿਆ ਉਦਯੋਗ ਵਿੱਚ ਆਧੁਨਿਕੀਕਰਨ। ਇਹਨਾਂ ਨੂੰ ਇੰਝ ਲੱਗਾ ਕਿ ਸਾਡੇ ਦੇਸ਼ ਦਾ ਤਰੱਕੀ ਤਾਂ ਹੀ ਹੋਊ ਜੇਕਰ ਵੱਧ ਤੋਂ ਵੱਧ ਫੈਕਟਰੀਆਂ ਸਾਡੇ ਦੇਸ਼ ਵਿੱਚ ਹੋਣਗੀਆਂ, ਕਿਉਂਕਿ ਮੇਈਜੀ ਸਰਕਾਰ ਤੋਂ ਪਹਿਲਾਂ ਜਾਪਾਨ ਵਿੱਚ ਉਦਯੋਗ ਹੈ ਹੀ ਨਹੀਂ ਸੀ, ਬਹੁਤ ਮੰਦੀ ਹਾਲਤ ਸੀ। ਸਰਕਾਰ ਨੇ ਉਦਯੋਗ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਸੀ ਉਦੋਂ ਦਿੱਤਾ, ਔਰ ਮੇਈਜੀ ਸਮਰਾਟ ਨੇ ਜਦ ਤੱਕ ਸੋਚਿਆ ਕਿ ਜਦ ਤੱਕ ਉਹ ਉਦਯੋਗ ਦਾ ਆਧੁਨਿਕੀਕਰਨ ਨਹੀਂ ਕਰੇਗਾ ਦੇਸ਼ ਆਰਥਿਕ ਤੌਰ ਤੇ ਪਛੜਿਆ ਰਹੇਗਾ। ਇਸ ਲਈ 1867 ਨੂੰ ਇੰਗਲੈਂਡ ਕੋਲੋਂ ਕੱਪੜਾ ਬਣਾਉਣ ਦੀਆਂ ਮਸ਼ੀਨਾਂ ਮੰਗਵਾਈਆਂ ਗਈਆਂ। ਜਿਹੜੀਆਂ ਮਸ਼ੀਨਾਂ ਕੱਪੜਾ ਤਿਆਰ ਕਰਦੀਆਂ ਸੀ ਉਹ ਇੰਗਲੈਂਡ 'ਚੋਂ ਮੰਗਵਾਈਆਂ ਗਈਆਂ, ਔਰ ਫਿਰ ਜਿਹੜਾ ਉਦਯੋਗ ਦੇ ਵਿਕਾਸ ਵੱਲ ਧਿਆਨ ਕੀਤਾ ਗਿਆ, ਔਰ ਕੱਪੜੇ ਦੇ ਬਹੁਤ ਸਾਰੇ ਕਾਰਖਾਨੇ ਜਿਹੜੇ ਸੀ ਜਾਪਾਨ ਵਿੱਚ ਲਗਾਏ ਗਏ, ਔਰ ਇੰਗਲੈਂਡ ਤੋਂ ਹੀ ਤਕਨੀਕੀ ਮਾਹਰ ਵੀ ਮੰਗਾਏ ਗਏ, ਯਾਨੀ ਕਿ ਜਿਨ੍ਹਾਂ ਨੂੰ ਟੈਕਨੋਲੋਜੀ ਦਾ ਗਿਆਨ ਸੀ ਉਹ ਜਿਹੜੇ ਸੀ ਜਿੰਨੇ ਅਧਿਕਾਰੀ ਸੀ ਉਹ ਇੰਗਲੈਂਡ ਤੋਂ ਮੰਗਾਏ ਗਏ। ਇਸ ਤਰ੍ਹਾਂ ਹੌਲੀ ਹੌਲੀ ਦੇਸ਼ ਵਿੱਚ ਸੀਮਟ, ਟਾਈਲਾਂ ਤੇ ਉੱਨੀ ਕੱਪੜੇ ਦੇ ਕਾਰਖਾਨੇ ਲੱਗ ਗਏ। 1871 ਵਿੱਚ ਡਾਕ ਤੇ ਤਾਰ ਵੀ ਚਾਲੂ ਹੋ ਗਈ। ਦੇਸ਼ ਵਿੱਚ ਖਾਨਾਂ ਦਾ ਕੰਮ ਸ਼ੁਰੂ ਹੋ ਗਿਆ, ਯਾਨੀ ਕਿ ਜਿਹੜੀ ਉਹ ਕੋਲਾ ਵਗੈਰਾ ਨਹੀਂ ਕੱਢਦੇ, ਮਿਨਰਲਸ ਜਿਹੜੇ ਕੱਢਦੇ, ਉਹਨਾਂ ਦਾ ਕੰਮ ਸ਼ੁਰੂ ਹੋ ਗਿਆ। 1890 ਤੱਕ ਜਾਪਾਨ ਵਿੱਚ ਭਾਫ ਦੀ ਸ਼ਕਤੀ ਨਾਲ ਚੱਲਣ ਵਾਲੇ ਕਾਰਖਾਨਿਆਂ ਦੀ ਗਿਣਤੀ ਵੱਧ ਗਈ, 250 ਹੋ ਗਈ। ਉੱਨਤੀ ਕਰਦਾ ਕਰਦਾ ਜਾਪਾਨ ਉਦਯੋਗਿਕ ਖੇਤਰ ਦੇ ਵਿੱਚ 1905 ਤੱਕ ਬਹੁਤ ਅੱਗੇ ਲੰਘ ਗਿਆ, ਤਾਂ ਹੀ ਇਹਨੇ ਰੂਸ ਨੂੰ ਹਰਾਤਾ ਸੀ ਕਿਉਂਕਿ ਇਹਦਾ ਵਿਕਾਸ ਬੜਾ ਹੋ ਗਿਆ ਸੀ। ਜਾਪਾਨ ਦੇ ਉਦਯੋਗਿਕ ਖੇਤਰ ਵਿੱਚ ਬਹੁਤ ਹੀ ਤੇਜ਼ੀ ਨਾਲ ਆਧੁਨਿਕੀਕਰਨ ਹੋਣਾ ਸ਼ੁਰੂ ਹੋ ਗਿਆ।
ਰਾਜਨੀਤਿਕ ਜੀਵਨ ਵਿੱਚ ਆਧੁਨਿਕੀਕਰਨ ਕਹਿੰਦਾ ਜਿੱਥੇ 3 ਚੀਜ਼ਾਂ 'ਚ ਆਧੁਨਿਕੀਕਰਨ ਹੋਇਆ, ਜਿਵੇਂ ਕਿ ਸੈਨਾ, ਸਿੱਖਿਆ ਤੇ ਉਦਯੋਗ, ਉੱਥੇ ਰਾਜਨੀਤੀ ਵਿੱਚ ਵੀ ਆਧੁਨਿਕੀਕਰਨ ਹੋਣਾ ਸੀ। 1868 ਵਿੱਚ ਸ਼ੋਗੁਨਾਂ ਦੇ ਪਤਨ ਪਿੱਛੋਂ ਜਾਪਾਨ ਦੇ ਸਮਰਾਟ ਦੇ ਹੱਥ ਕਾਫੀ ਸ਼ਕਤੀਆਂ ਆ ਗਈਆਂ। ਉਸਨੇ ਘੋਸ਼ਣਾ ਪੱਤਰ ਪ੍ਰਕਾਸ਼ਿਤ ਕੀਤਾ ਅਤੇ ਸ਼ਾਸਨ ਦੇ ਨਵੀਨ ਸਿਧਾਂਤਾਂ ਨੂੰ ਮਹੱਤਤਾ ਦਿੱਤੀ, ਜਾਣੀ ਕਿ ਸਾਰੇ ਰੂਲਸ ਜਿਹੜੇ ਨਵੇਂ ਬਣਾ ਦਿੱਤੇ। ਉਹਨੇ ਇੱਕ ਜਾਪਾਨ ਵਿੱਚ ਵਿਚਾਰ ਸਭਾ ਦੀ ਸਥਾਪਨਾ ਕੀਤੀ, ਜਿਸ ਦੀ ਸਲਾਹ ਨਾਲ ਰਾਜ ਦੀ ਨੀਤੀ ਬਣਾਈ ਜਾਵੇਗੀ। ਇਸ ਸਭਾ ਵਿੱਚ ਲੋਕ ਮਤ ਨੂੰ ਖਾਸ ਮਹੱਤਤਾ ਦਿੱਤੀ ਗਈ। ਨੈਕਸਟ ਆ ਗਿਆ ਵਿਧਾਨਿਕ ਸ਼ਾਸਨ ਦੀ ਸਥਾਪਨਾ ਲਈ ਯਤਨ। ਉਹਨੇ ਇੱਕ ਵਿਧਾਨਿਕ ਸ਼ਾਸਨ ਲਈ ਅੰਦੋਲਨ ਕਰ ਦਿੱਤਾ ਜਾਪਾਨੀ ਲੋਕਾਂ ਨੇ, ਔਰ ਇਸ ਤਰ੍ਹਾਂ ਉਹਨਾਂ ਦੇ ਵਿੱਚ ਇੱਕ ਵਿਧਾਨਿਕ ਸ਼ਾਸਨ ਦੀ ਸਥਾਪਨਾ ਹੋਈ। ਸੰਸਦ ਵੀ ਬਣੀ, ਜਿਸ ਤਰ੍ਹਾਂ ਸਾਰੇ ਦੇਸ਼ਾਂ ਵਿੱਚ ਸੰਸਦ ਹੁੰਦੀ ਹੈ, ਜਿਹੜੇ ਵੀ ਲੋਕਤੰਤਰੀ ਦੇਸ਼ ਨੇ। ਤੇ ਅੱਗੇ ਆ ਗਿਆ ਨਵਾਂ ਸੰਵਿਧਾਨ। ਫਿਰ ਜਾਪਾਨ ਨੇ ਇੱਕ ਨਵਾਂ ਸੰਵਿਧਾਨ ਲਿਖਿਆ। ਕਹਿੰਦਾ ਸਮਰਾਟ ਨੇ 1899 ਈਸਵੀ ਵਿੱਚ ਇੱਕ ਨਵੇਂ ਸੰਵਿਧਾਨ ਦੀ ਘੋਸ਼ਣਾ ਕੀਤੀ। ਇਸ ਨਵੇਂ ਸੰਵਿਧਾਨ ਅਨੁਸਾਰ ਸਮਰਾਟ ਨੂੰ ਸ਼ਾਸਨ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ, ਪਰ ਉਸਨੂੰ ਅਪਾਰ ਸ਼ਕਤੀ ਦਾ ਸਵਾਮੀ ਬਣਾ ਦਿੱਤਾ ਗਿਆ। ਉਸਦੇ ਬੇਅੰਤ ਅਧਿਕਾਰ ਸਨ। ਨਵੇਂ ਸੰਵਿਧਾਨ ਵਿੱਚ ਇੱਕ ਮੰਤਰੀ ਮੰਡਲ ਦੀ ਵਿਵਸਥਾ ਕੀਤੀ ਗਈ, ਤਾਂ ਜੋ ਸਮਰਾਟ ਨੂੰ ਸਲਾਹ ਦੇਣ ਜਾਂ ਕਿਸੇ ਵੀ ਕੰਮ ਵਾਸਤੇ ਉੱਤਰਦਾਈ ਹੋਣ। ਇੱਕ ਸਦਨ ਵੀ ਹੋਵੇਗਾ, ਜਿਸ ਤਰ੍ਹਾਂ ਹਰ ਇੱਕ ਲੋਕਤੰਤਰੀ ਸਰਕਾਰ ਵਿੱਚ ਇੱਕ ਸੰਸਦ ਤੇ 2 ਸਦਨ ਹੁੰਦੇ ਆ। ਇਸ ਦੀ ਉਮਰ 7 ਸਾਲ ਰੱਖੀ ਗਈ, ਜਾਣੀ ਕਿ 7 ਸਾਲ ਬਾਅਦ ਪ੍ਰਸ਼ਾਸਨ ਵਿੱਚ ਕਾਫੀ ਆਧੁਨਿਕੀਕਰਨ ਹੋ ਗਿਆ ਸੀ 7 ਸਾਲਾਂ ਦੇ ਵਿੱਚ। ਕਹਿੰਦਾ ਉਸ ਸਮੇਂ ਅਮਰੀਕਾ, ਫਰਾਂਸ ਤੇ ਇੰਗਲੈਂਡ ਲੋਕਤੰਤਰ ਦੇ ਖੇਤਰ ਵਿੱਚ ਜਾਪਾਨ ਤੋਂ ਕਾਫੀ ਅੱਗੇ ਸੀ, ਬਟ ਫਿਰ ਵੀ ਜਾਪਾਨ ਨੇ ਬਹੁਤ ਹੀ ਜ਼ਿਆਦਾ ਤਰੱਕੀ ਕਰ ਲਈ। ਕਾਨੂੰਨੀ ਪ੍ਰਬੰਧ ਵਿੱਚ ਆਧੁਨਿਕੀਕਰਨ। ਕਹਿੰਦਾ ਜਾਪਾਨ ਨੇ ਜਿਹੜੇ ਬਹੁਤ ਸਦੀਆਂ ਤੋਂ ਉਹਨਾਂ ਦੇ ਵਿੱਚ ਨਿਆਂ ਪ੍ਰਬੰਧ ਸੀ, ਉਹਦੇ ਵਿੱਚ ਬਹੁਤ ਸਾਰੇ ਦੋਸ਼ ਸੀਗੇ। ਉਹਨਾਂ ਦੋਸ਼ਾਂ ਨੂੰ ਦੂਰ ਕਰਕੇ ਉਹਨਾਂ ਨੇ ਪੱਛਮੀ ਨਿਆਂ ਪ੍ਰਣਾਲੀ ਨੂੰ ਅਪਣਾਇਆ, ਔਰ ਦੀਵਾਨੀ ਤੇ ਫੌਜਦਾਰੀ ਜਿਹੜੇ ਕਾਨੂੰਨ ਸੀ ਉਹਨਾਂ ਨੂੰ ਨਵਾਂ ਤੇ ਆਧੁਨਿਕ ਰੂਪ ਦਿੱਤਾ। ਪੱਛਮੀ ਢੰਗਾਂ ਉੱਤੇ ਅਦਾਲਤਾਂ ਦਾ ਪੁਨਰ ਗਠਨ ਕੀਤਾ, ਜਿਵੇਂ ਸਾਡੇ ਦੇਸ਼ ਵੀ ਇੰਗਲੈਂਡ ਦੇ ਵਰਗੀ ਨਿਆਂਪਾਲਿਕਾ ਸਾਡੀ। ਔਰ ਜੱਜ ਕੇਵਲ ਉਹਨਾਂ ਵਿਅਕਤੀਆਂ ਨੂੰ ਹੀ ਲਗਾਇਆ ਜਾਂਦਾ ਜਿਨ੍ਹਾਂ ਨੂੰ ਕਾਨੂੰਨ ਦਾ ਚੰਗਾ ਗਿਆਨ ਹੁੰਦਾ ਸੀ। ਇਸ ਨਵੇਂ ਢੰਗ ਦੇ ਕਾਨੂੰਨ ਪ੍ਰਬੰਧ ਵਿੱਚ ਆਧੁਨਿਕੀਕਰਨ ਦੀ ਝਲਕ ਵਿਖਾਈ ਦਿੰਦੀ ਸੀ, ਕਿਉਂਕਿ ਕਾਨੂੰਨ ਅੱਗੇ ਸਭ ਸਮਾਨ ਬਣਾ ਦਿੱਤੇ। ਸਮਾਜਿਕ ਜੀਵਨ ਵਿੱਚ ਆਧੁਨਿਕੀਕਰਨ। ਕਹਿੰਦਾ ਕਿ ਸਾਰੇ ਕੰਮਾਂ ਵਿੱਚ ਆਧੁਨਿਕੀਕਰਨ ਹੋਣ ਦੇ ਨਾਲ ਸਮਾਜ ਵਿੱਚ ਵੀ ਆਧੁਨਿਕੀਕਰਨ ਹੋਣਾ ਸੀ। ਲੋਕ ਜਿਹੜੇ ਸੀ, ਜਾਪਾਨ ਨੇ ਆਪਣੇ ਸਮਾਜ ਦਾ ਸੰਗਠਨ ਵੀ ਪੱਛਮੀ ਢੰਗ ਨਾਲ ਕਰਨਾ ਸ਼ੁਰੂ ਕਰਤਾ। ਬਹੁਤ ਸਾਰੇ ਲੋਕ ਜਿਹੜੇ ਸੀ ਉਹਨਾਂ ਨੇ ਪੱਛਮੀ ਲੋਕਾਂ ਦੀ ਨਕਲ ਕਰਨੀ ਸ਼ੁਰੂ ਕਰ ਦਿੱਤੀ, ਕਿਉਂਕਿ ਸਰਕਾਰ ਹੀ ਇਹੋ ਚਾਹੁੰਦੀ ਸੀ ਕਿ ਲੋਕ ਪੱਛਮੀ ਤਰੀਕੇ ਨਾਲ ਰਹਿਣ, ਔਰ ਉਹਨਾਂ ਨੇ ਪੱਛਮੀ ਤਰੀਕੇ ਨਾਲ ਰਹਿਣਾ ਸਹਿਣਾ ਸ਼ੁਰੂ ਕਰ ਦਿੱਤਾ। ਜਿਵੇਂ ਉਸੇ ਤਰ੍ਹਾਂ ਖਾਣਾ, ਉਸੇ ਤਰ੍ਹਾਂ ਟੇਬਲ ਰੱਖ ਕੇ ਰੋਟੀ ਖਾਣੀ, ਕੁਰਸੀਆਂ 'ਤੇ ਬਹਿ ਕੇ, ਔਰ ਉਸ ਤਰ੍ਹਾਂ ਦੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ। ਔਰ ਜਿਹੜੇ ਸੀਗੇ ਇੱਕ ਉਹਨਾਂ ਨੇ 1905 ਈਸਵੀ ਵਿੱਚ ਖਾਨਾਂ ਦੇ ਕਾਮਿਆਂ ਲਈ ਖਾਨ ਨਿਯਮ ਪਾਸ ਕੀਤਾ। 1911 ਵਿੱਚ ਫੈਕਟਰੀ ਐਕਟ ਪਾਸ ਕੀਤਾ। ਨੌਕਰੀ ਕਰਨ ਦੀ ਉਮਰ 12 ਸਾਲ ਨਿਸ਼ਚਿਤ ਕਰ ਦਿੱਤੀ ਗਈ। ਔਰ ਇਸ ਤਰ੍ਹਾਂ ਉਹਨਾਂ ਨੇ ਬਹੁਤ ਸਾਰੇ ਜਿਹੜੇ ਹੈਗੇ ਸੀ ਨਾ ਜਾਪਾਨੀ, ਉਹ ਕ੍ਰਿਸਚਨ ਧਰਮ ਨੂੰ ਵੀ ਮੰਨਣ ਲੱਗ ਗਏ ਸੀ। ਧਾਰਮਿਕ ਜੀਵਨ ਵਿੱਚ ਆਧੁਨਿਕਤਾ। ਜਾਪਾਨ ਦੇ ਧਾਰਮਿਕ ਜੀਵਨ ਵਿੱਚ ਆਧੁਨਿਕਤਾ ਸ਼ੁਰੂ ਹੋ ਗਈ। ਧਰਮ ਵੱਲੋਂ ਲੋਕਾਂ ਨੂੰ ਸਮਰਾਟ ਤੇ ਉਸਦੇ ਪ੍ਰਤੀ ਵਫਾਦਾਰੀ ਤੇ ਜ਼ੋਰ ਦਿੱਤਾ। 16ਵੀਂ ਸਦੀ ਤੋਂ ਜਾਪਾਨ ਵਿੱਚ ਬੁੱਧ ਧਰਮ ਚੱਲਦਾ ਪਿਆ ਸੀ, ਪਰ ਹੁਣ ਮੇਈਜੀ ਸਮਰਾਟ ਨੇ ਬੁੱਧ ਧਰਮ ਦੀ ਪ੍ਰਤੀ ਸ਼ਰਧਾ ਪ੍ਰਗਟ ਨਹੀਂ ਕੀਤੀ। ਫਿਰ ਵੀ ਮੇਈਜੀ ਸਮਰਾਟ ਦੇ ਧਰਮ ਦੇ ਖੇਤਰ ਵਿੱਚ ਬਹੁਤ ਸਹਿਣਸ਼ੀਲਤਾ ਦੀ ਨੀਤੀ ਅਪਣਾਈ। ਇਹ ਪ੍ਰਚਾਰ ਕੀਤਾ ਗਿਆ ਕਿ ਜਿਹੜੇ ਸਮਰਾਟ ਤੇ ਉਸਦੀ ਸਰਕਾਰ ਨੂੰ ਬਚਾਉਂਦੇ ਸ਼ਹੀਦ ਹੋ ਜਾਣਗੇ, ਉਹਨਾਂ ਨੂੰ ਮੁਕਤੀ ਪ੍ਰਾਪਤ ਹੋਏਗੀ। ਈਸਾਈ ਧਰਮ ਕਾਫੀ ਪ੍ਰਚਲਿਤ ਹੋਇਆ ਇੱਥੇ, ਕਿਉਂਕਿ ਪੱਛਮੀ ਦੇ ਦੇਸ਼ਾਂ ਵਿੱਚ ਈਸਾਈ ਧਰਮ ਸੀ, ਇਸ ਕਰਕੇ ਇੱਥੇ ਵੀ ਹੋ ਗਿਆ। ਖੇਤੀ ਵਿੱਚ ਆਧੁਨਿਕਤਾ। ਜਾਪਾਨ, ਇਹ ਪੁਆਇੰਟ ਬਹੁਤ ਇੰਪੋਰਟੈਂਟ ਹੈ। ਜਾਪਾਨ ਦੇ ਖੇਤੀ ਕਰਨ ਦੇ ਖੇਤਰ ਵਿੱਚ ਵੀ ਆਧੁਨਿਕਤਾ ਆ ਗਈ। ਕਿਸਾਨਾਂ ਦੀ ਹਾਲਤ ਸੁਧਾਰਨ ਦੇ ਯਤਨ ਕੀਤੇ ਗਏ। 1872 ਈਸਵੀ ਨੂੰ ਸਰਕਾਰ ਨੇ ਕਿਸਾਨਾਂ ਨੂੰ ਭੂਮੀਆਂ ਦੇ ਮਾਲਕ ਬਣਾ ਦਿੱਤਾ, ਔਰ ਭੂਮੀ ਦੀ ਵਿਕਰੀ ਸੰਬੰਧੀ ਲਗਾਈਆਂ ਗਈਆਂ ਰੋਕਾਂ ਵੀ ਹਟਾ ਦਿੱਤੀਆਂ। ਹੋਰ ਜਾਣੀ ਕਿ ਟੈਕਸ ਲਗਾਉਣੇ ਬੰਦ ਕਰ ਦਿੱਤੇ। ਹੌਲੀ ਹੌਲੀ ਖੇਤੀ ਨਵੇਂ ਢੰਗਾਂ ਨਾਲ ਹੋਣ ਲੱਗ ਪਈ, ਜਿਸ ਨਾਲ ਉਪਜ ਵਿੱਚ ਕਾਫੀ ਵਾਧਾ ਹੋਇਆ। ਕਿਸਾਨਾਂ ਦੀ ਆਰਥਿਕ ਹਾਲਤ ਕਾਫੀ ਸੁਧਰ ਗਈ, ਔਰ ਉਹਨਾਂ ਨੂੰ ਟੈਕਸ ਦੇਣਾ ਸੌਖਾ ਹੋ ਗਿਆ। ਨਵੇਂ ਸਿੱਕੇ ਤੇ ਆਧੁਨਿਕ ਬੈਂਕ ਪ੍ਰਣਾਲੀ। ਹੁਣ ਜਾਪਾਨ ਦੀ ਨਵੀਂ ਸਰਕਾਰ ਨੇ ਸਿੱਕੇ ਵੀ ਨਵੇਂ ਬਣਾਤੇ। ਪੁਰਾਣੇ ਸਾਰੇ ਸਿੱਕੇ ਜਿਹੜੇ ਸੀ ਉਹ ਖਤਮ ਕਰ ਦਿੱਤੇ।
ਨਵੇਂ ਸਿੱਕਿਆਂ ਵਿੱਚ ਸੁਧਾਰ ਕੀਤਾ, ਨਵੇਂ ਸਿੱਕੇ ਬਣਾਏ ਔਰ ਬੈਂਕ ਵੀ ਬਣਾਏ ਜਿੱਥੇ ਲੋਕ ਆਪਣੇ ਖਾਤੇ ਖੁਲਾ ਸਕਦੇ ਸੀ। ਉਹਨਾਂ ਨੇ ਨਾ ਬਦਲ ਦਿੱਤੇ ਸਿੱਕਿਆਂ ਦੇ, ਕਾਗਜ਼ ਦੇ ਨੋਟ ਬਣਾ ਦਿੱਤੇ। ਦੇਸ਼ ਦਾ ਸੋਨਾ ਜਿਹੜਾ ਬਾਹਰ ਜਾਣਾ ਬੰਦ ਹੋ ਗਿਆ, ਕਿਉਂਕਿ ਨੋਟ ਪਹਿਲਾਂ ਸੋਨੇ ਦੇ ਬਣਦੇ ਸੀ ਨਾ, ਕਰੰਸੀ ਨੋਟ ਕਹਿ ਰਹੀ ਹਾਂ, ਜਿਹੜਾ ਸਿੱਕੇ ਸੀ ਸੋਨੇ ਦੀ ਉਹਨਾਂ ਬੰਦ ਕਰ ਦਿੱਤੇ ਔਰ ਕਾਗਜ਼ ਦੇ ਨੋਟ ਬਣਾਉਣੇ ਸ਼ੁਰੂ ਕਰਤੇ, ਜਿਹਦੇ ਨਾਲ ਜਾਪਾਨ ਦਾ ਸੋਨਾ ਬਾਹਰ ਜਾਣਾ ਬੰਦ ਹੋ ਗਿਆ। ਨਵੇਂ ਸਿੱਕਿਆਂ ਨੂੰ ਸਥਿਰਤਾ ਦੇਣ ਲਈ ਆਧੁਨਿਕ ਬੈਂਕ ਪ੍ਰਣਾਲੀ ਦਾ ਨਿਰਮਾਣ ਕੀਤਾ ਗਿਆ। 1873 ਈਸਵੀ ਵਿੱਚ ਇੱਕ ਰਾਸ਼ਟਰੀ ਬੈਂਕ ਦੀ ਸਥਾਪਨਾ ਹੋਈ। ਬਹੁਤ ਸਾਰੇ ਬਾਅਦ ਇਸ ਤੋਂ ਬਾਅਦ ਬਹੁਤ ਸਾਰੇ ਬੈਂਕ ਹੋਂਦ ਵਿੱਚ ਆਏ। 1896 ਈਸਵੀ ਨੂੰ ਸਰਕਾਰੀ ਬੈਂਕ ਨੂੰ ਪ੍ਰਾਈਵੇਟ ਬਣਾ ਕੇ ਜਾਪਾਨ ਵਿੱਚ ਬੈਂਕ ਪ੍ਰਣਾਲੀ ਸਫਲਤਾਪੂਰਵਕ ਲਾਗੂ ਕਰਤਾ। ਜਿਵੇਂ ਸਾਡੇ ਵੀ ਦੇਸ਼ ਵਿੱਚ ਇੱਕੋ ਹੀ ਬੈਂਕ ਸਰਕਾਰੀ, ਬਾਕੀ ਸਾਰੇ ਪ੍ਰਾਈਵੇਟ ਨੇ। ਨਵੀਂ ਵਿਧੀ ਸੰਹਿਤਾ, ਇੱਕ ਇਹਨਾਂ ਨੇ ਨਵੀਂ ਵਿਧੀ ਨਿਊ ਕੋਡ ਬਣਾਇਆ। ਜਾਪਾਨ ਵਿੱਚ ਵੱਖ-ਵੱਖ ਜਗੀਰਾਂ ਵਿੱਚ ਪ੍ਰਾਚੀਨ ਸਮੇਂ ਤੋਂ ਚੱਲੇ ਆ ਰਹੇ ਰੀਤੀ ਰਿਵਾਜ ਤੇ ਉਸੇ ਤਰ੍ਹਾਂ ਪ੍ਰਚਲਿਤ ਸਨ। ਇਹ ਆਧੁਨਿਕ ਯੁੱਗ ਵਿੱਚ ਅਰਥਹੀਨ ਤੇ ਫਜ਼ੂਲ ਜਿਹੇ ਲੱਗਦੇ ਸੀ, ਕਿਉਂਕਿ ਜਿਹੜੇ ਉਦੋਂ ਦੇ ਜਗੀਰਦਾਰ ਸੀ ਨਾ, ਉਹ ਅਜੇ ਪੁਰਾਣੀਆਂ ਰੀਤੀ ਰਿਵਾਜਾਂ ਨੂੰ ਮੰਨਦੇ ਸੀ, ਜਿਹੜੇ ਕਿ ਅੱਜ ਕੱਲ੍ਹ ਉਹ ਨਹੀਂ ਸੀ, ਫਜ਼ੂਲ ਜਿਹੇ ਲੱਗਦੇ ਸੀ। ਸੋ ਆਧੁਨਿਕਤਾ ਲਿਆਉਣ ਵਾਲੇ ਅੰਦੋਲਨਾਂ ਨੇਤਾਵਾਂ ਨੇ ਨਵੀਂ ਕਾਨੂੰਨ ਸੰਹਿਤਾ ਤਿਆਰ ਕਰ ਲਈ। ਵਿਦੇਸ਼ੀਅਤਾ ਦਾ ਕਾਨੂੰਨ ਜਾਪਾਨੀਆਂ ਉੱਪਰ ਚੁੱਭਦਾ ਸੀ। ਇਸ ਅਨੁਸਾਰ ਵਿਦੇਸ਼ੀ ਜਾਪਾਨੀ ਅਦਾਲਤਾਂ ਦੇ ਕਾਨੂੰਨ ਹੇਠ ਨਹੀਂ ਆਉਂਦੇ ਸਨ। ਜਾਪਾਨੀ ਇਸ ਨੂੰ ਆਪਣੀਆਂ ਅਦਾਲਤਾਂ ਦੇ ਕਾਨੂੰਨ ਦਾ ਅਪਮਾਨ ਸਮਝਦੇ ਸਨ। 1871 ਈਸਵੀ ਵਿੱਚ ਦੰਡ ਵਿਧਾਨ ਦੇ 2 ਭਾਗ ਤਿਆਰ ਹੋ ਗਏ। ਇਸ ਅਨੁਸਾਰ ਕੁਝ ਵਿਸ਼ੇਸ਼ ਅਪਰਾਧਾਂ ਕਾਰਨ ਵਿਦੇਸ਼ੀਆਂ ਦਾ ਮੁਕੱਦਮਾ ਚਲਾਇਆ ਗਿਆ। ਆਮ ਮਨੁੱਖੀ ਤੇ ਕੁਝ ਅਸਰੀਰਕ ਦੰਡਾਂ ਦੇ ਅੰਤ ਕਰ ਦਿੱਤਾ ਗਿਆ, ਕਿਉਂਕਿ ਪੁਰਾਣੇ ਸਮੇਂ ਵਿੱਚ ਨਾ ਆਮ ਮਨੁੱਖੀ ਕਸ਼ਟ ਬੜੇ ਦਿੱਤੇ ਜਾਂਦੇ ਸੀ ਲੋਕਾਂ ਨੂੰ। 1880 ਵਿੱਚ ਤਾਈ ਕਾਨੂੰਨ ਸੰਹਿਤਾ ਤਿਆਰ ਹੋ ਗਈ ਤੇ ਫਰਾਂਸੀਸੀ ਕਾਨੂੰਨਾਂ ਦਾ ਪ੍ਰਭਾਵ ਸੀ ਜਿਹਦੇ ਉੱਤੇ। ਇਹ ਜਿਹੜੇ ਕਾਨੂੰਨ ਬਣਾਏ ਗਏ ਸੀ ਨਾ, ਫਰਾਂਸ ਦੇਸ਼ ਦੀ ਨਕਲ ਸੀ। ਸਿਵਲ ਕਾਨੂੰਨ ਦਾ ਆਧਾਰ ਵੀ ਫਰਾਂਸੀਸੀ ਸੀ। ਜਰਮਨੀ ਤੇ ਹੋਰ ਕਾਨੂੰਨ ਦਾ ਵੀ ਪ੍ਰਭਾਵ ਇਹਨਾਂ ਉੱਤੇ ਹੈਗਾ ਸੀ। ਔਰ 1890 ਵਿੱਚ ਇਹ ਕਾਨੂੰਨੀ ਸੰਹਿਤਾ ਜਿਹੜੀ ਸੀ ਉਹ ਤਿਆਰ ਹੋ ਗਈ, ਮਨਜ਼ੂਰ ਹੋ ਗਈ। ਇਹ ਸੀਗੇ ਉਹਦੇ ਆਧੁਨਿਕੀਕਰਨ, ਜਿੱਥੇ ਜਿੱਥੇ ਜਿਹੜੇ ਜਿਹੜੇ ਕੰਮਾਂ ਵਿੱਚ ਆਧੁਨਿਕੀਕਰਨ ਹੋਇਆ ਸੀ। ਇੱਥੇ ਹੁਣ ਇੱਕ ਆਉਣਾ ਵਾ ਚੀਨ ਤੇ ਜਾਪਾਨ ਦਾ ਯੁੱਧ। 1894 ਤੋਂ ਲੈ 95 1 ਸਾਲ ਚੱਲਿਆ। ਸਭ ਤੋਂ ਪਹਿਲਾਂ ਚੀਨ ਤੇ ਜਾਪਾਨ ਦਾ ਯੁੱਧ ਹੋਇਆ। ਇਹ ਯੁੱਧ ਜਿਹੜਾ ਸੀ, ਇੱਕ ਨਾ ਦੋਵੇਂ ਦੇਸ਼ ਜਿਹੜੇ ਸੀ ਨਾ, ਜਾਪਾਨ ਤੇ ਚੀਨ, ਇਹ ਕੋਰੀਆ ਉੱਤੇ ਆਪਣਾ ਅਧਿਕਾਰ ਰੱਖਣਾ ਚਾਹੁੰਦੇ ਸੀ ਔਰ ਕੋਰੀਆ ਦੇਸ਼ ਨੂੰ ਆਪਣੇ ਆਪਣੇ ਅਧੀਨ ਕਰਨਾ ਚਾਹੁੰਦੇ ਸੀ, ਜਿਹਦੇ ਕਰਕੇ ਇਹਨਾਂ ਦੋਨਾਂ ਵਿੱਚ ਇੱਕ ਯੁੱਧ ਹੋਇਆ ਸੀ। ਇਹਨੂੰ ਕਹਿੰਦੇ ਚੀਨ ਜਾਪਾਨ ਯੁੱਧ। ਔਰ ਜਾਪਾਨ ਤੇ ਪਹਿਲੇ ਵਿਸ਼ਵ ਯੁੱਧ ਵਿੱਚ ਜਾਪਾਨ ਨੇ ਰੂਸ ਨੂੰ ਹਰਾ ਦਿੱਤਾ ਸੀ। ਭਾਵੇਂ ਰੂਸ ਇੰਨਾ ਸ਼ਕਤੀਸ਼ਾਲੀ ਦੇਸ਼ ਵੀ, ਫਿਰ ਵੀ ਇਹਨੇ ਹਰਾ ਦਿੱਤਾ। ਬਸ ਕੁਐਸਚਨ ਮੇਨ ਇਹੀ ਆਉਣਾ, ਮੇਈਜੀ ਪੁਨਰ ਸਥਾਪਨਾ ਤੇ ਜਾਪਾਨ ਦਾ ਆਧੁਨਿਕੀਕਰਨ ਦੇ ਜਿਹੜੇ ਮੈਂ ਪੁਆਇੰਟ ਦੱਸੇ ਉਹੀ ਤੁਸੀਂ ਲਿਖਣੇ ਆ ਕਿ ਉਹਦਾ ਆਧੁਨਿਕੀਕਰਨ ਕਿਵੇਂ ਆ। ਇੱਥੇ ਤੁਹਾਡੀ ਜਿਹੜੀ ਬੁੱਕ ਆ ਹਿਸਟਰੀ ਖਤਮ ਹੋ ਜਾਂਦੀ ਆ। 301। ਓਕੇ, ਬਾਏ ਬਾਏ, ਥੈਂਕ ਯੂ।